ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਪ੍ਰਸਾਦ ਜਪ ਆਦ ਸਚ ਜੁਗਾਦ ਸਚ ਪੀ ਸਚ ਨਾਨਕ ਹੋਸੀ ਪੀ ਸਚ। Again, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਟਾਈਮ ਨੋਟ ਨਹੀਂ ਕੀਤਾ, ਥੋੜਾ ਜਿਹਾ ਲੇਟ ਹੋ ਗਿਆ, ਬਟ ਐਨੀਵੇ ਸੋ ਅੱਜ ਕੱਲ੍ਹ ਅਸੀਂ ਮਤਲਬ ਮੇਨ ਟੌਪਿਕ ਤੇ ਜਿਹੜਾ ਹੈਗਾ ਵੇ ਉਹ ਚਰਚਾ ਕਰ ਰਹੇ ਹਾਂ। ਵੈਰੀ ਇੰਪੋਰਟੈਂਟ ਐਂਡ ਓਨਲੀ ਇੰਪੋਰਟੈਂਟ ਐਂਡ ਐਵਰੀਥਿੰਗ। ਸੋ ਪਿਛਲੇ ਅਸੀਂ ਕੁਝ ਲੈਕਚਰ ਜਿਹੜੇ ਕੀਤੇ ਨੇ, all are connected। ਗਿਆਨ ਤੇ, ਮਨ ਤੇ, ਮਾਇਆ ਤੇ, ਐਂਡ ਇਹ ਚੌਥਾ ਲੈਕਚਰ ਹੈ। ਔਰ ਹੋਰ ਕੁਝ ਅੱਗੋਂ ਵੀ ਅਸੀਂ ਇਸ ਤਰ੍ਹਾਂ ਦੇ ਇੱਕ ਦੋ ਟੌਪਿਕ ਲਵਾਂਗੇ ਜਿਹਦੇ ਨਾਲ ਇਹ ਕਲੈਰਿਟੀ ਸਾਰੀ ਹੋ ਜਾਏ। ਇਹ ਸਰੀਰ, ਮਨ, ਆਤਮਾ ਕੀ ਨੇ, ਕਿਸ ਤਰ੍ਹਾਂ ਐਕਟ ਕਰਦੇ ਨੇ, ਅਸੀਂ ਕਿਸ ਤਰ੍ਹਾਂ ਸਮਝਣਾ। ਜਿੰਨਾ ਚਿਰ ਸਾਨੂੰ ਉਹਦੀ ਸਮਝ ਨਾ ਆਵੇ, ਕਲੈਰਿਟੀ ਨਾ ਆਵੇ, ਅਸੀਂ ਉਹਦੇ ਨਾਲ ਜੁੜ ਨਹੀਂ ਸਕਦੇ। ਸੋ ਇਹ ਸਮਝ, ਪਹਿਲੀ ਚੀਜ਼ ਸਮਝ ਆਏਗੀ, ਕਿਉਂਕਿ ਜੇ ਸਮਝ ਨਹੀਂ ਆਏਗੀ ਤੇ ਅਸੀਂ ਉੱਪਰ ਹੀ ਰਵਾਂਗੇ ਔਰ ਉਹ ਗਹਿਰਾਈ ਵਿੱਚ ਨਹੀਂ ਜਾ ਸਕਾਂਗੇ। ਔਰ ਜੇ ਗਹਿਰਾਈ ਵਿੱਚ ਨਹੀਂ ਜਾਵਾਂਗੇ ਤੇ ਅਸੀਂ ਅਨੁਭਵ ਨਹੀਂ ਕਰ ਸਕਾਂਗੇ। ਔਰ ਮੇਨ ਪਰਪਸ ਅਨੁਭਵ ਤੱਕ ਪਹੁੰਚਣਾ ਹੈ। ਸੋ ਹੁਣ ਅਸੀਂ ਥੋੜਾ ਜਿੰਨਾ ਜਿਹੜਾ ਅਸੀਂ ਪਿਛਲਾ, ਕਿਉਂਕਿ ਕਨੈਕਟਡ ਹੈ ਸਾਰਾ, ਉਹ ਸਾਰਾ ਤੁਹਾਨੂੰ ਯਾਦ ਤੇ ਸਾਰਿਆਂ ਨੂੰ ਨਹੀਂ ਹੋਣਾ, ਥੋੜਾ ਉਹਨੂੰ ਅਸੀਂ ਰਿਵਾਈਜ਼ ਕਰ ਲੈਂਦੇ। ਸੋ ਉਹਦੇ ਵਿੱਚ ਇੱਕ ਤੇ ਸੀ ਕਿ ਉਹਦਾ ਭੇਦ ਨਹੀਂ ਪਾਇਆ ਜਾ ਸਕਦਾ, ਉਹਦੇ ਵਿੱਚ ਅਭੇਦ ਹੋਣਾ। He is infinite and we can't know about him। ਦੂਸਰਾ ਸੀ ਆਤਮਾ ਜਿਹੜੀ ਉਹ ਪਰਮਾਤਮਾ ਦਾ ਰੂਪ ਹੈ। ਸੋ ਇਹਦੇ ਚ ਮੈਂ ਖੋਲਾਂਗੀ ਨਹੀਂ, ਸਿਰਫ ਇਹ ਤੁਹਾਨੂੰ ਪੁਆਇੰਟ ਹੀ ਜਿਹੜੇ ਨੇ ਉਹ ਪੁਆਇੰਟ ਆਊਟ ਕਰਾਂਗੇ ਤਾਂ ਕਿ ਤੁਹਾਨੂੰ ਯਾਦ ਆ ਜਾਏ ਕਿ ਪਿਛਲੀ ਵਾਰੀ ਅਸੀਂ ਕੀ ਡਿਸਕਸ ਕੀਤਾ ਸੀ। ਹੁਣ ਅਸੀਂ ਜੇ ਆਤਮਾ ਪਰਮਾਤਮਾ ਦੇ ਰੂਪ ਵਿੱਚ ਪਿਛਲੀ ਵਾਰ ਡਿਸਕਸ ਕਰ ਲਿਆ ਸੀ, ਪਰ ਓਨਲੀ ਰਿਮੈਂਬਰਿੰਗ। ਆਤਮਾ ਨੂੰ ਜਾਣਨ ਤੋਂ ਬਿਨਾਂ ਪਰਮਾਤਮਾ ਨੂੰ ਨਹੀਂ ਜਾਣਿਆ ਜਾ ਸਕਦਾ, ਕਿਉਂਕਿ ਜੈਸੇ ਕਹਿੰਦੇ ਹਨ ਨਾ, ਜੋ ਮੰਡੇ ਸੋਈ ਪਿੰਡੇ। ਜੋ ਸਾਡੇ ਅੰਦਰ ਆਤਮਾ ਦਾ ਸੁਭਾਅ ਹੈ ਉਹੀ ਪਰਮਾਤਮਾ ਦਾ ਸੁਭਾਅ ਹੈ। ਤੇ ਅਸੀਂ ਬਾਹਰੋਂ ਵੀ ਸਮਝ ਸਕਦੇ ਹਾਂ, ਅੰਦਰੋਂ ਵੀ ਬਹੁਤ ਵੇਸ। ਜੋ ਅੰਦਰ ਹੈ ਉਹੀ ਬਾਹਰ ਹੈ, ਜੋ ਬਾਹਰ ਹੈ ਉਹੀ ਅੰਦਰ ਹੈ। ਪਰ ਕਿਉਂਕਿ ਅਸੀਂ ਅੰਦਰੋਂ ਜ਼ਿਆਦਾ ਸਮਝਦੇ ਹਾਂ ਆਤਮਾ ਨੂੰ, ਕਿਉਂਕਿ ਅਸੀਂ ਉਹਦੇ ਵਿੱਚ ਰਹਿ ਰਹੇ ਹਾਂ ਸਾਰਾ ਵਕਤ ਹੈ ਔਰ ਉਹਦੇ ਸੁਭਾਅ ਦਾ ਸਾਨੂੰ ਪਤਾ ਹੈ। ਜਦੋਂ ਉਹਦੇ ਸੁਭਾਅ ਦਾ ਸਾਨੂੰ ਪਤਾ ਹੈ ਤੇ ਫਿਰ ਅਸੀਂ ਜੋ ਬ੍ਰਹਮਾਂਡ ਵਿੱਚ ਜੋ ਉਹ ਫਿਰ ਉਹਦੇ ਬਾਰੇ ਸਾਨੂੰ ਇੱਕ ਗਿਆਨ ਹੋ ਸਕਦਾ। ਤਾਂ ਆਤਮਾ ਨੂੰ ਬਹੁਤ ਸਾਰੇ ਨਾਵਾਂ ਨਾਲ ਯਾਦ ਕੀਤਾ ਜਾਂਦਾ ਹੈ। ਜਿੰਦ, ਜਾਨ, ਜੋਤ, ਪ੍ਰਾਣ, ਚਿੱਤ, ਸਭ ਕੁਝ ਜੋ ਹੈ ਆਤਮਾ ਨੂੰ ਯਾਦ ਕੀਤਾ ਜਾਂਦਾ। ਸੋ ਜਦੋਂ ਇਹ ਸ਼ਬਦ ਆਉਂਦੇ ਨੇ ਗੁਰੂ ਗ੍ਰੰਥ ਸਾਹਿਬ ਵਿੱਚ ਜਾਂ ਸਾਡੇ ਵਿਚਾਰ ਵਿੱਚ, ਤੇ ਕਈ ਵਾਰੀ ਸਾਨੂੰ ਇੱਕ ਭੁਲੇਖਾ ਲੱਗ ਜਾਂਦਾ ਹੈ ਕਿ ਇਹਦਾ ਕੀ ਮਤਲਬ ਹੈ, ਇਹਦਾ ਪ੍ਰਾਣ ਦਾ ਕੀ ਮਤਲਬ ਹੈ, ਇਹਦਾ ਕੀ ਮਤਲਬ ਹੈ। ਤੇ ਇਸ ਕਰਕੇ ਇਹ ਵੀ ਗਿਆਨ ਹੋਣਾ ਬੜਾ ਜ਼ਰੂਰੀ ਹੈ ਕਿ ਜਦੋਂ ਸ਼ਬਦ ਆਉਣ ਅਸੀਂ ਦੇਖੀਏ ਇਹਨਾਂ ਸਭ ਦਾ ਮਤਲਬ ਇੱਕ ਹੀ ਹੈਗਾ। ਇੱਕ ਬੜਾ ਜ਼ਰੂਰੀ ਜਿਹੜਾ ਪੁਆਇੰਟ ਹੈ ਉਹ ਤੁਸੀਂ ਨਹੀਂ ਵੀ ਜੇਕਰ ਪਹਿਲਾਂ ਜ਼ਿਆਦਾ ਉਹਦੇ ਨੂੰ ਕਨਫਰਮ ਕੀਤਾ ਤੇ ਹੁਣ ਕਰ ਲੈਣਾ। ਉਹ ਮੈਂ ਜਿਹੜੀ ਤੁਹਾਨੂੰ ਰਾਤੀ ਮਿਸਾਲ ਦਿੱਤੀ ਸੀ ਉਹ ਬੜੀ ਸੂਟੇਬਲ ਮਿਸਾਲ ਹੈਗੀ ਹੈ ਕਲੈਰਿਟੀ ਵਾਸਤੇ। ਕਿ ਸਰੀਰ, ਇੰਦਰੀਆਂ ਕੀ ਨੇ, ਸਰੀਰ ਕੀ ਹੈ, ਮਨ ਕੀ ਹੈ, ਆਤਮਾ ਕੀ ਹੈ, ਆਲ ਆਰ ਕਨੈਕਟਡ। ਸਾਰਿਆਂ ਦਾ ਇੱਕ ਦੂਸਰੇ ਦਾ ਇੱਕ ਦੂਸਰੇ ਤੇ ਹੁੰਦਾ। ਸੋ ਇਹਨਾਂ ਸਾਰਿਆਂ ਦਾ ਅਸਰ ਆਤਮਾ ਤੇ ਹੁੰਦਾ। ਜਦੋਂ ਇਹਨਾਂ ਸਾਰਿਆਂ ਦਾ ਅਸਰ ਆਤਮਾ ਤੇ ਹੁੰਦਾ ਹੈ ਤੇ ਸਾਨੂੰ ਇਹਦੀ ਕਲੈਰਿਟੀ ਆਣੀ ਬੜੀ ਜ਼ਰੂਰੀ ਹੈ ਕਿ ਸਰੀਰ ਕੀ ਹੈ, ਇੰਦਰੀਆਂ ਕੀ ਨੇ ਔਰ ਇਹ ਵਰਕ ਕਿਸ ਤਰ੍ਹਾਂ ਕਰਦੇ ਨੇ, ਪਰ ਇਹਨਾਂ ਦੇ ਵਰਕ ਦਾ ਅਸਰ ਜਿਹੜਾ ਹੈਗਾ ਹੈ ਉਹ ਆਤਮਾ ਤੇ ਕੀ ਪੈਂਦਾ। ਬਿਕਾਜ਼ ਦਿਸ ਆਰ ਮੇਨ ਥਿੰਗ ਕਿ ਇਹ ਸਾਰੀਆਂ ਜਿਹੜੀਆਂ ਮਤਲਬ ਸ਼ਕਤੀਆਂ ਵਰਕ ਕਰ ਰਹੀਆਂ ਹੈਗੀਆਂ ਨੇ, ਇਹ ਸਾਰੀਆਂ ਆਤਮਾ ਦੀਆਂ ਨੌਕਰ ਨੇ।
और जे नौकर ने तो नौकर जे मिसबिहेव करन ते मालक दे ਕਹਿ नहीं लग रहे। सो ਅਸੀਂ ਇਹ ਦੇਖਣਾ ਕਿ ਇਹ ਸਾਰੀਆਂ ਬਿਹੇਵ ਕਰ ਰਹੀਆਂ ਨੇ ਉਹਦੇ ਅਕੋਰਡਿੰਗ ਜਿਹੜਾ ਕਿ ਮਾਲਕ ਦਾ ਹੁਕਮ ਹੈ। ਇਹਨੂੰ ਜੇ ਤੁਸੀਂ ਨਹੀਂ ਵੀ ਦੇਖਿਆ ਤੇ ਇਹਨੂੰ ਦੇਖ ਲੈਣਾ, ਕਿਉਂਕਿ ਇਹ ਚੀਜ਼ ਤੁਹਾਡੀ ਹਮੇਸ਼ਾ ਵਾਸਤੇ ਜਿਹੜਾ ਹੈ ਨਾ, ਇਹ ਤੁਹਾਨੂੰ ਜੇ ਯਾਦ ਰਹਿ ਗਈ ਤੇ ਤੁਹਾਨੂੰ ਕਲੈਰਿਟੀ ਜਿਹੜੀ ਹੈ ਉਹ ਬਹੁਤ ਅੱਛੀ ਰਹੇਗੀ। ਸੋ ਇੱਕ ਚੀਜ਼ ਹੋਰ ਜਿਹੜੀ ਕਿ ਮੈਂ ਤੁਹਾਨੂੰ ਬੜੀ ਕਲੀਅਰ ਕੀਤੀ ਹੋਈ ਹੈ ਕਿ ਇੱਕ ਪਾਸੇ ਸਰੀਰ ਇੱਕ ਪਾਸੇ ਆਤਮਾ ਹੈ, ਵਿਚਕਾਰ ਕੀ ਹੈ ਮਨ। ਮਨ ਜਿਹੜਾ ਹੈ ਉਹ ਦੋਨੇ ਪਾਸੇ ਦੌੜਦਾ ਹੈ। ਜਿਸ ਤਰ੍ਹਾਂ ਦੇ ਅਸੀਂ ਹਾਲਾਤ ਉਹਨੂੰ ਦਿਆਂਗੇ ਉਸ ਤਰ੍ਹਾਂ ਵਾਲੀ ਦੌੜੇਗਾ, ਪਰ ਐਕਚੁਅਲੀ ਮਨ ਦੀ ਜ਼ਿਆਦਾ ਆਦਤ ਹੈਗੀ ਹੈ ਸਰੀਰ ਵੱਲ ਦੌੜਨ, ਆਤਮਾ ਵੱਲ ਨਹੀਂ ਦੌੜਦਾ। ਕਿਉਂਕਿ ਜਦੋਂ ਕਹਿੰਦੇ ਨੇ ਕਿ ਪਾਣੀ ਜਿਹੜਾ ਨਿਵਾਣ ਵੱਲ ਤੇ ਫਟਾਫਟ ਚਲਾ ਜਾਂਦਾ, ਜੇ ਉਹਨੂੰ ਉੱਤੇ ਚੜਾਉਣਾ ਹੋਵੇ ਤੇ ਉਹਦੇ 'ਚ ਮਸ਼ੀਨ ਲਗਾਉਣੀ ਪੈਂਦੀ ਹੈ। ਸੋ ਮਨ ਜਿਹੜਾ ਛੇਤੀ ਪਰ ਮੋਰਓਵਰ ਜਿਹੜੀਆਂ ਪੁਰਾਣੀਆਂ ਸਾਡੀਆਂ ਵ੍ਰਿਤੀਆਂ ਨੇ, ਆਪਣੀਆਂ ਸਾਡੀਆਂ ਟੈਂਡੈਂਸੀਜ਼ ਨੇ, ਉਹ ਇੰਨੀਆਂ ਜ਼ਿਆਦਾ ਭਰੀਆਂ ਹੋਈਆਂ ਨੇ, ਉਹਦੀ ਬੇਸ ਤੇ ਮਨ ਜਿਹੜਾ ਵਾਰ-ਵਾਰ ਜਿਹੜਾ ਹੈਗਾ ਉਧਰ ਜਾਂਦਾ। ਤਾਂ ਉਹ ਇਹ ਜਿਹੜਾ ਨਾ ਪੁਆਇੰਟ ਇਹ ਬੜਾ ਜ਼ਰੂਰੀ ਹੈ ਕਿ ਕਿਉਂ ਨਹੀਂ ਮਨ ਜਿਹੜਾ ਹੈਗਾ ਵੇ ਉਹ ਇਸ ਪਾਸੇ ਜਲਦੀ ਲੱਗਦਾ। ਸਾਨੂੰ ਇੰਨੀ ਮਿਹਨਤ ਕਰਨੀ ਪੈਂਦੀ ਹੈਗੀ ਹੈ, ਪਿਕਚਰ ਦੇਖਣ ਲੱਗਣ ਜਰਾ ਵੀ ਮਿਹਨਤ ਨਹੀਂ ਕਰਨੀ ਪੈਂਦੀ, ਇੰਨਾ ਮਨ ਲੱਗਦਾ, ਮਨ ਕਰਦਾ ਕਿ ਬਈ ਕਿਧਰੇ ਕੋਈ ਬੋਲੇ ਹੀ ਨਾ। ਲੇਕਿਨ ਕਿਉਂ ਨਹੀਂ ਇੱਥੇ ਮਨ ਲੱਗਦਾ? ਕਿਉਂ? ਸਾਡੀਆਂ ਪੁਰਾਣੀਆਂ ਬੇਟੀਆਂ ਟੈਂਡੈਂਸੀ ਸਬਕੌਂਸ਼ੀਅਸ ਇਹਦੇ ਨਾਲ ਹੀ ਭਰਿਆ ਪਿਆ, ਸਟੋਰ ਹਾਊਸ ਹੋਇਆ ਪਿਆ। ਸੋ ਇਸ ਕਰਕੇ ਮਨ ਜਿਹੜਾ ਉਹ ਨਹੀਂ ਲੱਗਦਾ। ਸੋ ਆਤਮਾ ਜਿਹੜੀ ਹੈ ਉਹ ਇਟਰਨਲ ਹੈ, ਇੰਪੈਰਿਸ਼ੇਬਲ ਹੈ, ਡਿਸਟਰਾਏ ਨਹੀਂ ਹੋ ਸਕਦੀ, ਨਾ ਇਹ ਕਦੀ ਜੰਮਦੀ ਹੈ ਤੇ ਨਾ ਕਦੀ ਮਰਦੀ। ਇਟ ਆਲਵੇਜ਼ ਰਿਮੇਨਸ, ਨਾ ਇਹ ਬਦਲਦੀ ਹੈ, ਇਹਦਾ ਸੁਭਾਅ ਵੀ ਹੋਈ ਰਹਿੰਦਾ ਹੈ ਤੇ ਕਦੀ ਡਿਸਟਰਾਏ ਨਹੀਂ ਹੋ ਸਕਦੀ। ਸ਼ੁਰੂ ਤੋਂ ਹੀ ਸੀ ਔਰ ਸ਼ੁਰੂ ਤੱਕ ਹੀ ਰਹੇਗੀ, ਭਾਵੇਂ ਕ੍ਰੀਏਸ਼ਨ ਰਵੇ ਤੇ ਭਾਵੇਂ ਨਾ ਰਵੇ, ਪਰ ਆਤਮਾ ਜਿਹੜੀ ਉਹ ਹਮੇਸ਼ਾ ਰਹਿੰਦੀ ਹੈ। तो आत्मा तो बिना देखा जाए अच्छा जीवन की कोई वैल्यू नहीं। शरीर ਜਿਹੜਾ ਮਿਲਿਆ ਹੈ ਉਹ ਤੇ ਇਸ ਵਾਸਤੇ ਮਿਲਿਆ, ਤੇ ਜੇ ਸਰੀਰ ਨੂੰ ਅਸੀਂ ਸਿਰਫ ਦੁਨਿਆਵੀ ਕੰਮਾਂ 'ਚ ਹੀ ਵਰਤਿਆ, ਇੱਧਰ ਆਏ ਨੇ, ਇਹਦਾ ਮਤਲਬ ਸਰੀਰ ਦੀ ਕੋਈ ਕੀਮਤ ਨਹੀਂ ਹੈ, ਕੋਈ ਵੈਲਿਊ ਨਹੀਂ। ਅਸੀਂ ਇੱਕ ਜਨਮ ਜਿਹੜਾ ਉਹ ਅਸੀਂ ਇਸ ਤਰ੍ਹਾਂ ਹੀ ਗਵਾ ਲਿਆ। ਥੋੜਾ ਜਿਹਾ ਮੈਨੂੰ ਅੱਜ ਕੱਲ੍ਹ ਨਾ ਸਾਹ ਚੜ ਜਾਂਦਾ ਹੈਗਾ, ਸੋ ਥੋੜਾ ਜਿਹਾ ਵਿੱਚ ਕੋਈ ਕੁਐਸਚਨ ਜੇ ਆਵੇ ਤੇ ਫਿਰ ਥੋੜਾ ਜਿਹਾ ਮੈਨੂੰ ਸਾਹ ਮਿਲ ਜਾਂਦਾ। ਚਲੋ ਐਨੀਵੇ ਆਂਟੀ ਸੋ ਕੁਐਸਚਨ ਸੀਗਾ ਜਿਸ ਕਹਿੰਦੇ ਸ਼ੁਰੂ ਤੋਂ ਅੰਤ ਤੱਕ ਰਹਿੰਦੀ ਹੈ, ਸੋ that means any time we go into different janams, so it like even har village it's always there, is that correct? Yes, ਤੁਸੀਂ ਬੜਾ ਸੋਹਣਾ ਸਵਾਲ ਕੀਤਾ, ਆਈ ਐਮ ਕਮਿੰਗ ਟੂ ਦੈਟ one, ਠੀਕ ਹੈ। ਕਿਉਂਕਿ ਪਿਛਲੀ ਵਾਰ ਦਾ ਤੁਸੀਂ ਕੁਐਸਚਨ ਕੀਤਾ ਸੀ ਤੇ ਮੇਰੇ ਮਨ ਵਿੱਚ ਇਹ ਆਇਆ ਕਿ ਇਹ ਤੁਹਾਡੇ ਮਨ ਵਿੱਚ ਕੁਐਸਚਨ ਤੇ ਆਇਆ, ਪਰ ਇਹਦੀ ਅਸੀਂ ਗਹਿਰਾਈ ਤੱਕ ਨਹੀਂ ਪਹੁੰਚੇ, ਅਸੀਂ ਉੱਤੇ ਹੀ। ਸੋ ਇਹਦੀ ਗਹਿਰਾਈ ਤੱਕ ਪਹੁੰਚਣਾ ਜਿਹੜਾ ਹੈ ਉਹ ਬੜਾ ਜ਼ਰੂਰੀ ਹੈ, ਕਿਉਂਕਿ ਇਹ ਸਵਾਲ ਜਿਹੜਾ ਸਾਡੇ ਮਨ ਵਿੱਚ ਬਹੁਤ ਵਾਰੀ ਆਉਂਦਾ ਹੈ, ਬਾਰ-ਬਾਰ ਰਿਪੀਟ ਹੁੰਦਾ, ਪਰ ਸਾਨੂੰ ਸਮਝ ਨਹੀਂ ਆਉਂਦੀ। ਇਸ ਕਰਕੇ ਇਹ ਬੜਾ ਜ਼ਰੂਰੀ ਹੈ ਕਿ ਮੈਂ ਅਜੇ ਸੋਚਿਆ ਸੀ ਕਿ ਅਸੀਂ ਇਹਦੀ ਜ਼ਿਆਦਾ ਤਹਿ ਵਿੱਚ ਜਾਣਾ। ਸੋ ਗੁੱਡ, ਤੁਸੀਂ ਉਹੀ ਕੁਐਸਚਨ ਕੀਤਾ ਹੈਗਾ ਵੇ, ਐਂਡ ਮੈਂ ਪਹਿਲਾਂ ਹੀ ਸੋਚਿਆ ਹੋਇਆ ਸੀ। ਸੋ ਇਹ ਹੈ ਕਿ ਤੁਸੀਂ ਇਹਦੇ ਤੇ ਸਵਾਲ ਕੀਤਾ ਸੀ, ਮਨ ਮਾਰੇ ਧਾਤ ਮਰ ਜਾਏ, ਬਿਨ ਮੂਵੇ ਕੈਸੇ ਹਰ ਪਾਏ। ਸੋ ਇਹ ਤੁਸੀਂ ਸਵਾਲ ਕੀਤਾ ਸੀ ਮਨ ਨੂੰ ਕਿਵੇਂ ਮਾਰਿਆ ਜਾਏ। ਦਿਸ ਇਜ਼ ਵੈਰੀ ਇੰਪੋਰਟੈਂਟ, ਐਂਡ ਦਿਸ ਇਜ਼ ਵੈਰੀ ਇੰਪੋਰਟੈਂਟ ਐਜ਼ ਓਨਲੀ ਇੰਪੋਰਟੈਂਟ ਕੁਐਸਚਨ ਕਿ ਮਨ ਨੂੰ ਕਿਵੇਂ ਮਾਰਿਆ ਜਾਏ। ਕਿਉਂਕਿ ਅਸੀਂ ਬੋਲਣ ਵੀ ਤੇ ਬਹੁਤ ਜਲਦ ਬੋਲਦੇ ਹਾਂ, ਮਨ ਮਾਰਨਾ ਹੈ, ਮਨ ਮਾਰਨਾ ਹੈ, ਮਨ ਮਾਰੇ ਤੋਂ ਬਿਨਾਂ। ਲੇਕਿਨ ਮਨ ਮਾਰਨਾ ਕੀ ਹੈ, ਕਿਸ ਤਰ੍ਹਾਂ ਮਾਰਨਾ ਹੈਗਾ ਹੈ, ਔਰ ਜਦੋਂ ਤੱਕ ਮਨ ਨਾ ਮਰੇ ਉਹਨਾਂ ਚਿਰ ਜਿਹੜਾ ਹੈਗਾ ਸੀ ਉਹਦੇ ਨਾਲ ਇੱਕ ਵੀ ਨਹੀਂ ਹੋ ਸਕੇ। ਸੋ ਇਹਨੂੰ ਅੱਜ ਅਸੀਂ ਥੋੜਾ ਜਿਹਾ ਖੋਲਾਂ। ਸੋ ਜਦੋਂ ਸਾਨੂੰ ਸਰੀਰ ਮਿਲਦਾ ਹੈ ਤੇ
शरीर दे नाल ये जिहड़े इंस्ट्रूमेंट ने ये सारे साडे नाल आंदे ने, जिन्हां नूं असीं कहने हां मन, बुद्धि, चित्त, हंकार। इन्हां नूं असीं अंतःकरण कहने। सारा जिहड़ा काम आत्मा दा हुंदा है इहदी बेस ते हुंदा है। जो साडे हालत अंतःकरण दी है उस हिसाब नाल ही साडा जिहड़ा हैगा है आना जाना। सो जदों ਅਸੀਂ चले जाने हाँ, ये शरीर छड्ड जाने, आत्मा चली जाती है। आत्मा प्योर है, आत्मा नूं अंजन लग ही नहीं सकता, निरंजन। तो फिर क्यों सानू जन्म मिलता, फिर क्यों असीं बार बार जन्म लेंदे? इस बड़ा क्वेश्चन इंपॉर्टेंट है और हर एक दे मन दे विच आंदा। एक्चुअली असीं जिहड़े सारे संस्कार ने वो अंतःकरण विच स्टोर है। हुण जिन्ना चिर ये संस्कार जिन्हों असीं ये भी कहने कि इस मन को जन्म जन्म की मल लागी काला हुआ स्वाद, तो वो बेड़ा कालक है किथे वे? वो इन्ना अंतःकरण जिहड़ा है मन, बुद्धि, चित्त, हंकार दे विच सारियां दे विच वो स्टोर है। सो जदों असीं ये शरीर छड्डने आ, आत्मा ते प्योर ही रहिंदी, पर ये जिहड़ा स्टोर हाउस है वो बिल्कुल उस तरह का उस तरह। जिन्ना भी माल मता असीं इत्थों खट्टिया उसे नाल लै, आत्मा ते ओहदा कोई असर नहीं। बट हुण वो जिहड़ा माल मता स्टोर हाउस नाल लैके गए होए आ, वो आत्मा का रूप ते नहीं हैगा, वो ते बिल्कुल जिहड़ा हैगा वे वो ते कूड़ा हैगा। सो हुण उस कूड़े करकट नूं साफ करने लई झाड़ू दी लोड़। वो कूड़ा करकट जिन्ना चिर अंतःकरण विचों निकल नहीं जाता उन्ना चिर असीं बार बार जन्म लैंदे। ਉਹਨੂੰ ਅਸੀਂ ਮੋਟੇ ਤੌਰ ਤੇ ਦੋ ਭਾਗਾਂ 'ਚ ਵੰਡ ਸਕਦੇ ਹਾਂ। ਇੱਕ ਹੁੰਦਾ ਸੰਚਿਤ ਕਰਮਾਂ, ਇਹ ਜਿਹੜੇ ਸਾਰੇ ਸੰਸਕਾਰ ਅਸੀਂ ਲੈ ਕੇ ਜਾਣੇ ਸਾਡੇ ਕਰਮ। ਇੱਕ ਹੁੰਦਾ ਸੰਚਿਤ ਕਰਨਾ, ਇੱਕ ਹੁੰਦਾ ਪ੍ਰਾਰਬਧ ਕਰਨਾ। ਸੰਚਿਤ ਕਰਮਾਂ ਜਿਸ ਤਰ੍ਹਾਂ ਕਿ ਇੱਕ ਕਿਸੇ ਗਠੜੀ ਦੇ ਵਿੱਚ ਕੁਝ ਅਸੀਂ ਬੱਧਾ ਹੁੰਦਾ ਜਾਂ ਕਿਸੇ ਭਾਂਡੇ ਵਿੱਚ ਪਾਇਆ ਹੁੰਦਾ, ਅਸੀਂ ਉਸ ਕਹਿੰਦੇ ਹਾਂ ਕਿ ਅੱਜ ਅਸੀਂ ਇੰਨਾ ਰਾਸ਼ਨ ਖਤਮ ਕਰਨਾ ਹੈ ਕੱਲ ਵਾਸਤੇ। ਇਹ ਜਿਹੜਾ ਸਾਨੂੰ ਜੀਵਨ ਮਿਲਿਆ ਹੁੰਦਾ ਪ੍ਰਾਰਬਧ ਜਿਹੜਾ ਹੈ, ਇਸ ਜਨਮ ਵਿੱਚ ਅਸੀਂ ਪ੍ਰਾਰਬਧ ਕਰਮਾਂ ਜਿਹੜੇ ਨੇ ਉਹ ਟੈਂਡੈਂਸੀ ਜਿਹੜੀਆਂ ਵਾਸਨਾਵਾਂ ਨੇ ਉਹਨਾਂ ਨੂੰ ਖਤਮ ਕਰ। ਪਰ ਡਿਪੈਂਡ ਕਰਦਾ ਹੈ ਉਹ ਸਟੋਰ ਹਾਊਸ ਕਿੰਨਾ ਕੁ। ਜੇ ਤੇ ਉਹ ਸਟੋਰ ਹਾਊਸ ਇੰਨਾ ਕੋਈ ਹੈ ਕਿ ਅਸੀਂ ਬਹੁਤ ਸਾਰਾ ਪਹਿਲਾਂ ਕੱਟ ਲਿਆ ਕਈਆਂ ਜਨਮਾਂ ਵਿੱਚ, ਜਾਂ ਅਸੀਂ ਇਕੱਠਾ ਹੀ ਬਹੁਤ ਘੱਟ ਥੋੜਾ ਕੀਤਾ ਸੀਗਾ, ਤਾਂ ਡਿਪੈਂਡ ਕਰਦਾ ਕਿੰਨਾ ਕੁ ਸਟੋਰ ਹਾਊਸ ਹੈ, ਸਾਨੂੰ ਪ੍ਰਾਰਬਧ ਕਿੰਨਾ ਮਿਲਿਆ। ਜੇ ਸਾਨੂੰ ਇੰਨਾ ਕੋਈ ਜਿਹੜੇ ਸੰਚਿਤ ਕਰਮਾਂ ਨੇ ਉਹਦੇ ਇੰਨਾ ਹੀ ਥੋੜਾ ਪ੍ਰਾਰਬਧ ਰਹਿ ਗਿਆ ਤੇ ਐਸੇ ਜਨਮ ਵਿੱਚ ਘੱਟ ਜਾਏਗਾ ਤੇ ਅੱਗੇ ਜਨਮ ਲੈਣ ਦੀ ਲੋੜ ਨਹੀਂ। ਲੇਕਿਨ ਅਗਰ ਉਹ ਪ੍ਰਾਰਬਧ ਜਿਹੜਾ ਜੇ ਸੰਚਿਤ ਬਹੁਤ ਜ਼ਿਆਦਾ ਹੈ ਤੇ ਉਹ ਫਿਰ ਹਰ ਜਨਮ ਵਿੱਚ ਉਹਨੂੰ ਉਸ ਭਾਂਡੇ ਵਿੱਚੋਂ ਕੱਢ ਕੇ ਜਿਹੜਾ ਦਿੱਤਾ ਜਾਏਗਾ। ਔਰ ਜਿੰਨਾ ਚਿਰ ਭਾਂਡਾ ਖਾਲੀ ਨਹੀਂ ਹੋ ਜਾਂਦਾ ਉਹਨਾਂ ਚਿਰ ਅਸੀਂ ਬਾਰ-ਬਾਰ ਜਨਮ ਲੈਂਦੇ ਹਾਂ। ਪਰ ਆਤਮਾ ਤੇ ਇਹਦਾ ਕੋਈ ਅਸਰ ਨਹੀਂ ਹੁੰਦਾ, ਇਹ ਆਪਣੇ ਆਪ ਹੀ ਸੈਪਰੇਟ ਹੈ। ਪਰ ਜਿੰਨਾ ਚਿਰ ਟੋਟਲੀ ਕਲੀਨ ਨਾ ਹੋ ਜਾਵੇ ਉਹਨਾਂ ਚਿਰ ਜਨਮ ਮਰਨ ਜਿਹੜਾ ਉਹ ਹੁੰਦਾ ਰਹੇ। ਸੋ ਇਹਦੇ ਤੇ ਕੋਈ ਕੁਐਸਚਨ ਹੈ ਤਾਂ ਤੁਸੀਂ ਦੱਸੋ, ਫਿਰ ਅੱਗੇ ਚੱਲਦੇ। जी इसनों एक बार फिर तो दसो जी प्लीज। अच्छा, सो हाँ बिल्कुल ये बड़ा इंपॉर्टेंट है और ये बड़ा गहरा भी है। मतलब ये बिल्कुल ठीक तुसी कह रहे हो, इस बड़ा इंपॉर्टेंट भी है, गहरा भी है। ये समझ जल्दी जल्दी नहीं आती। और साडा सारा जेड़ा दारो मदार जीवन दा आन जान दा जन्म मरण दा जेड़ा इहदे ते आधार है। क्योंकि जे इहदी समझ आ जाए तो फिर की है कि असी उस तरीके नाल जिंदगी जेड़ा हैगा वे वो वर्क करना। सो देखो आत्मा ते जेड़ी पवित्र है ओनू ते अंजन नहीं लगता। अंजन मैं निरंजन रहिए, वो ते इस अंजन दे विच भी निरंजन। संसार दे विच भावें किन्ना भी अंजन है, भावें किन्ना कूड़ा करकट है,
ਭਾਵੇਂ ਕਿੰਨੇ ਵਿਕਾਰ ਨੇ, ਆਤਮਾ ਤੇ ਉਹਦਾ ਕੋਈ ਅਸਰ ਨਹੀਂ, ਆਤਮਾ ਪਿਓਰ ਰਹਿੰਦੀ। ਹਾਂ, ਓਨਲੀ ਥਿੰਗ ਹੈ ਕਿ ਆਤਮਾ ਉਹਦੇ ਨਾਲ ਟੱਕੀ ਜਾਂਦੀ, ਕਿਉਂਕਿ ਉਹਦਾ ਜਿਹੜਾ ਅਸਲ ਰੂਪ ਹੈ ਉਹਨਾਂ ਵਿਕਾਰਾਂ ਦੇ ਨਾਲ ਟੱਕਿਆ ਜਾਂਦਾ, ਤਾਂ ਉਹਦੀ ਰਿਐਲਿਟੀ ਫਿਰ ਸਾਡੇ ਸਾਹਮਣੇ ਨਹੀਂ ਆਉਂਦੀ। ਸੋ ਜਿੰਨਾ ਚਿਰ ਉਹ ਜਿਹੜੀ ਵਿਕਾਰਾਂ ਦੀ ਮੈਲ ਸਾਰੀ ਉੱਪਰੋਂ ਨਾ ਲਵੇ, ਉਹਨਾਂ ਚਿਰ ਆਤਮਾ ਜਿਹੜੀ ਹੈ ਉਹ ਕਲੀਅਰ ਨਹੀਂ ਹੁੰਦੀ ਹੈ। ਆਤਮਾ ਨੂੰ ਅੰਦਰ ਕੋਈ ਅਸਰ ਨਹੀਂ ਹੁੰਦਾ। ਜਿਵੇਂ ਮੈਂ ਤੁਹਾਨੂੰ, ਮੈਨੂੰ ਸਭ ਤੋਂ ਜ਼ਿਆਦਾ ਇਹ ਮਿਸਾਲ ਜਿਹੜੀ ਹੈ ਕਲੀਅਰ ਲੱਗਦੀ ਹੈ, ਇਹ ਜਿਵੇਂ ਰਿੰਗ ਹੈ, ਇਹ ਡਾਇਮੰਡ ਹੈ, ਇਹਦੇ ਤੇ ਮਿੱਟੀ ਚੜ੍ਹਦੀ ਜਾਵੇ ਪਤਾ ਨਹੀਂ ਲੱਗਣਾ ਨੀਚੇ ਡਾਇਮੰਡ। ਲੇਕਿਨ ਜਦੋਂ ਮੈਂ ਉਹਨੂੰ ਹੌਲੀ ਹੌਲੀ ਮਾਂਜ ਕੇ ਕਲੀਅਰ ਕਰਾਂਗੀ ਤੇ ਪਤਾ ਲੱਗੇਗਾ ਕਿ ਨੀਚੇ ਡਾਇਮੰਡ। ਸਿਮਿਲਰਲੀ ਜਿੰਨਾ ਚਿਰ ਆਤਮਾ ਤੋਂ ਉਹ ਜਿਹੜਾ ਬੋਝ ਨਹੀਂ ਉਤਰਦਾ ਜਿਹੜਾ ਅੰਤःਕਰਨ ਤੇ ਹੈਗਾ, ਉਹਨਾਂ ਚਿਰ ਆਤਮਾ ਨੂੰ ਆਣਾ ਪਵੇਗਾ ਜਿਹੜੇ ਅੰਤःਕਰਨ ਦੇ ਕਰਮ ਨੇ ਉਹਨਾਂ ਨੂੰ ਕੱਟਣ ਵਾਸਤੇ। ਸ਼ਰੀਰ ਲੈਣਾ ਪਰ ਇੱਕ ਕੁਐਸਚਨ ਹੈ, ਇਸ ਤਰ੍ਹਾਂ ਦੱਸਿਓ, ਸੋ ਜਿਹੜੇ ਅਸੀਂ ਸੰਸਕਾਰ ਕੀਤੇ ਨੇ, ਮਾੜੇ ਚੰਗੇ ਜੋ ਵੀ ਕੀਤੇ ਨੇ, ਉਹ ਸਾਡੇ ਨਾਲ ਜਾਂਦੇ ਨੇ, ਸੋ ਆਤਮਾ ਉਹਦੇ ਨਾਲ ਟੱਚ ਨਹੀਂ ਹੁੰਦੀ। ਉਹ ਸੰਸਕਾਰ ਕਿਸ ਤਰ੍ਹਾਂ ਜਾਂਦੇ ਨੇ ਫਿਰ? ਜਿਹਦਾ ਮਨ ਨਾਲ ਜਾਂਦੇ ਨੇ, ਉਹ ਜਿਹੜਾ ਅੰਤःਕਰਨ ਮੈਂ ਤੁਹਾਨੂੰ ਦੱਸਿਆ ਨਾ, ਅੰਤःਕਰਨ। ਫਿਰ ਅੰਤःਕਰਨ ਪਲੀਜ਼ ਐਕਸਪਲੇਨ ਕਰ ਦਿਓ ਪਲੀਜ਼। ਮਨ, ਬੁੱਧੀ, ਚਿੱਤ, ਹੰਕਾਰ, ਉਹਦੇ ਸਭ ਤੋਂ ਜਿਹੜਾ ਸਟਰੋਂਗ ਹੈ ਹੰਕਾਰ। ਸੋਮੇ ਦੀਰਘ ਰੋਗ ਹੈ, ਦਾਰੂ ਪੀ ਸਮਾਏ, ਕਿਰਪਾ ਕਰੇ ਜੀ ਆਪਣੀ ਤਾਂ ਗੁਰ ਕਾ ਸ਼ਬਦ ਕਹੋ। ਗੁਰੂ ਦਾ ਸ਼ਬਦ ਜਿਹੜਾ ਹੈ ਉਹਦੀ ਵਿਚਾਰ ਕਰ ਕਰਕੇ ਉਹਦੇ ਨਾਲ ਇਫੈਕਟਡ ਹੋ ਕੇ ਉਹਦੀ ਗਹਿਰਾਈ ਵਿੱਚ ਜਾ ਕੇ ਉਹ ਜਿਹੜੇ ਸਾਡੇ ਵਿਕਾਰ ਨੇ, ਵਿਕਾਰਾਂ ਨੇ ਮੈਲ ਅੰਤःਕਰਨ ਵਿੱਚ ਹੌਲੀ ਹੌਲੀ ਜਿਹੜੀ ਉਹ ਲੈ ਜਾਂਦੇ। ਸੋ ਸਭ ਤੋਂ ਜ਼ਿਆਦਾ ਇਹਨਾਂ ਦੇ ਵਿੱਚ ਜਿਹੜਾ ਅਸਰ ਪਾਉਂਦਾ ਹੈ ਉਹ ਹਉਮੈ ਹੈ, ਉਹ ਹੰਕਾਰ ਹੈ, ਉਹ ਈਗੋ। ਸਾਡੇ ਤੁਸੀਂ ਦੇਖੋ ਜ਼ਿੰਦਗੀ ਦੇ ਵਿੱਚ ਜੇ ਅਸੀਂ ਮਤਲਬ ਥੋੜਾ ਜਿਹਾ ਗਹਿਰਾਈ ਨਾਲ ਦੇਖੀਏ, ਕਿੰਨਾ ਜੀਵਨ ਦੇ ਵਿੱਚ ਜੋ ਕੋਈ ਸਾਡੇ ਫੀਲਿੰਗ ਆਉਂਦੇ ਨੇ, ਜੋ ਅਸੀਂ ਕਰਨੇ, ਉਹਦੇ 'ਚ ਕਿੰਨਾ ਹੰਕਾਰ ਹੁੰਦਾ, ਸਾਨੂੰ ਪਤਾ ਕਿਉਂ ਨਹੀਂ ਲੱਗਦਾ? ਇਸ ਕਰਕੇ ਅਸੀਂ ਆਪਣੇ ਆਪ ਨੂੰ ਸਰੀਰ ਸਮਝਦੇ, ਅਸੀਂ ਸਰੀਰ ਦੇ ਨਾਲ ਮੈਂ ਦਾ ਭਾਵ ਜਾਂਦਾ ਹੀ ਨਹੀਂ ਹੈ, ਉਹਦੇ ਸਾਡਾ ਕਸੂਰ ਵੀ ਨਹੀਂ ਹੈਗਾ। ਇਹ ਬਣਤਰ ਹੀ ਇਸ ਤਰ੍ਹਾਂ ਦੀ ਬਣੀ ਹੋਈ ਕੁਦਰਤ। ਅਸੀਂ ਕੁਦਰਤ ਦੇ ਵਿੱਚ ਸਾਰੇ ਔਗਣ ਹੈ। ਸੋ ਜੇ ਉਹ ਹੈਗੇ ਨੇ ਔਗਣ ਹੈਗੇ ਨੇ, ਤਾਂ ਕੁਦਰਤ ਨੂੰ ਉਹਨੂੰ ਸਾਫ਼ ਕਰਨ ਦਾ ਵੀ ਤਰੀਕਾ ਦੱਸਿਆ ਹੈਗਾ ਵੇ, ਜਿਨ੍ਹਾਂ ਨੂੰ ਮਤਲਬ ਰਜੋ ਸਤੋ ਤਮੋ ਗੁਣ ਤੋਂ ਉੱਤੇ ਉੱਠਣਾ ਹੈਗਾ ਵੇ। ਸੋ ਇਹ ਸਾਰਾ ਕੁਝ ਕੰਬਾਈਨਡ ਹੈ, ਇਕੱਠਾ ਹੈਗਾ। ਸੋ ਡੋਲੀ ਜੀ, ਤੁਹਾਡਾ ਕੁਐਸਚਨ ਆਨਸਰ ਹੋ ਰਿਹਾ ਕਿ ਨਹੀਂ ਹੋ ਰਿਹਾ? ਮੈਨੂੰ ਭੈਣ ਜੀ ਹੁਣੇ ਵੀ ਕਨਫਿਊਜ਼ਨ, ਆਮ ਸੋ ਸੌਰੀ। ਨਹੀਂ, ਤੁਸੀਂ ਅਗਲਾ ਸਵਾਲ ਕਰੋ, ਬਿਲਕੁਲ ਅਗਲਾ ਸਵਾਲ ਕਰੋ। ਆਈ ਵਿਲ ਲਾਈਕ ਕਿ ਇਹ ਬੜਾ ਟੌਪਿਕ ਗਹਿਰਾ ਹੈ, ਸਮਝਣ ਵਾਲਾ ਹੈ। ਜਿੰਨੇ ਤੁਹਾਡੇ ਸਵਾਲ ਹੋਣ ਕਰੋ, ਆਈ ਵਿਲ ਬੀ ਵੈਰੀ ਹੈਪੀ। ਸੋ ਠੀਕ ਹੈ, ਮਨ, ਬੁੱਧੀ, ਹੰਕਾਰ, ਤੇ ਹੰਕਾਰ ਬੜਾ ਤਗੜਾ ਹੈਗਾ। ਹੰਕਾਰ ਸਾਡੇ ਤੋਂ ਕਰਮ ਕਰਵਾਉਂਦਾ ਹੈ। ਅਸੀਂ ਪਾਠ ਕਰਕੇ, ਜਪ ਕਰਕੇ ਉਹ ਕਰਮਾਂ ਨੂੰ ਘੱਟ ਕਰਨਾ ਜਾਂ ਖਤਮ ਕਰਨਾ ਹੈਗਾ। ਪਰ ਜਦੋਂ ਮੰਨ ਲਓ ਸਾਡਾ ਜੀਵਨ ਖਤਮ ਹੋ ਗਿਆ, ਬੋਡੀ ਖਤਮ ਹੋ ਗਈ, ਉਹਨੇ ਜਿਹੜੇ ਕਰਮ ਕੀਤੇ ਹੋਏ ਨੇ, ਸਪੈਸ਼ਲੀ ਨਾਟ ਗੁੱਡ ਵਨਸ, ਉਹ ਸਾਡੇ ਨਾਲ ਜਾਂਦੇ ਨੇ, ਪਰ ਉਹ ਆਤਮਾ ਨੂੰ ਟੱਚ ਨਹੀਂ ਕਰਦੇ। ਫਿਰ ਸਾਡੇ ਨਾਲ ਕਿਸ ਤਰ੍ਹਾਂ ਜਾਂਦੇ? ਮੈਨੂੰ ਇਹ ਕਲੀਅਰ ਨਹੀਂ ਹੋਈ ਗੱਲ ਹੁਣੇ ਤੱਕ। ਹਾਂ, ਇਹ ਬਿਲਕੁਲ ਠੀਕ ਹੈ। ਫਿਰ ਦੇਖੋ, ਪ੍ਰਭ ਜੀ ਸੂਖਮ ਅਗੰਮ ਹੈ, ਕਿਤ ਬਿਨ ਮਿਲਿਆ ਜਾ, ਠੀਕ ਹੈ ਨਾ। ਮੈਨੂੰ ਵੀ ਇਹ ਬੜੇ ਕਨਫਿਊਜ਼ਨ ਪਹਿਲਾਂ ਰਹਿੰਦੇ, ਸਮਝ ਨਹੀਂ ਸੀ ਆਉਂਦੀ ਹੁੰਦੀ। ਜਿਉਂ ਗਹਿਰਾਈ ਦੇ ਵਿੱਚ ਗਏ, ਉਹਨੂੰ ਜ਼ਿਆਦਾ ਸਮਝਣ ਦੀ ਕੋਸ਼ਿਸ਼ ਕੀਤੀ, ਫਿਰ ਸਮਝ ਆਈ। ਪਹਿਲਾਂ ਨਹੀਂ ਸੀ ਸਮਝ ਆਉਂਦੀ। ਇਹ ਬੜਾ ਸੂਖਮ ਟੌਪਿਕ ਹੈਗਾ। ਸੋ ਜਿੰਨਾ ਚਿਰ ਮਨ ਉਹਨਾਂ ਸੂਖਮ ਨਹੀਂ ਹੁੰਦਾ, ਸਮਝ ਨਹੀਂ ਆਉਂਦੀ। ਤੁਸੀਂ ਦੇਖੋ ਕਿ ਇਹਨਾਂ ਦੀ ਕੋਈ ਬੋਡੀ ਤੇ ਨਹੀਂ ਨਾ ਹੈਗੀ, ਜਿਹੜੇ ਮਨ, ਬੁੱਧੀ, ਚਿੱਤਨ ਦਾ ਕੋਈ ਬੋਡੀ ਤੇ ਨਹੀਂ ਨਾ, ਕੋਈ ਫਿਜ਼ੀਕਲ ਬੋਡੀ ਤੇ ਨਹੀਂ ਨਾ, ਇੱਕ એનર્ਜੀ ਹੈ ਨਾ, ਰਾਈਟ, ਠੀਕ ਹੈ ਨਾ। ਸੋ ਆਤਮਾ ਵੀ એનર્ਜੀ। ਸੋ ਇਹ ਦੋਨੋਂ ਫਿਰ ਇਕੱਠੇ ਨਹੀਂ ਹੁੰਦੇ, ਠੀਕ ਹੈ। ਆਤਮਾ ਅਲੱਗਾ ਹੋ ਜਾਂਦੀ। ਅੱਛਾ, ਇਹ ਜਿਹੜਾ ਅੰਤःਕਰਨ ਹੈ, ਕਈ ਵਾਰੀ ਜਿਹੜਾ ਹੈਗਾ ਆਪਣੇ ਆਪ ਨੂੰ ਕਲੀਨ ਕਰਦਾ ਰਹਿੰਦਾ ਹੈ ਵਿਦਆਊਟ ਬੋਡੀ, ਕਈ ਵਾਰੀ ਨਹੀਂ ਕਰਦਾ। ਕਈ ਵਾਰੀ ਇਮੀਡੀਏਟਲੀ ਜਨਮ ਹੋ ਜਾਂਦਾ ਹੈ, ਤੇ ਮਤਲਬ ਜੇ ਕੋਈ ਸਾਨੂੰ ਪ੍ਰੋਪਰ ਮਤਲਬ ਬੋਡੀ ਮਿਲੇ ਮਾਂ ਦੀ, ਤੇ ਹੋ ਜਾਂਦਾ ਸਾਡੇ ਕਰਮਾਂ ਦੇ ਅਕੋਰਡਿੰਗ। ਜਿਸ ਤਰ੍ਹਾਂ ਦੇ ਮੇਰੇ ਕਰਮ ਹੋਣਗੇ, ਉਸ ਤਰ੍ਹਾਂ ਦਾ ਮੈਨੂੰ ਮਾਂ ਮਿਲੇਗੀ। ਜੇ ਫਰਜ਼ ਕਰੋ ਮੇਰੇ ਕਰਮ ਇਸ ਤਰ੍ਹਾਂ ਦੇ ਨੇ ਕਿ ਪਿਛਲੇ ਮੈਨੂੰ ਮੇਰੇ ਖਾਹਿਸ਼ਾਂ ਸੀ ਕਿ ਮੈਂ ਤੇ ਜੇਬਾਂ ਕੱਟਣੀਆਂ ਸੀ, ਮੈਂ ਤੇ ਚੋਰ ਬਣਨਾ ਸੀ, ਤੇ ਫਿਰ ਮੈਨੂੰ ਕਿਸੇ ਐਸੀ ਮਾਂ ਦੀ ਲੋੜ ਹੋਵੇਗੀ ਕਿ ਜਿਹੜੀ ਇੰਨੀ
मतलब छोटे लेवल दी है। ते जे मेरे मैं उस लेवल ते पहुंच गया वां, बाणी पढ़दे उस लेवल ते पहुंच गया वां, ते मेरे अंदर एक बड़ी, जिवें गुरु गोबिंद सिंह दा जन्म उन्हां दा मतलब तुहानूं पता कि बड़ी वड्डी उम्र च अपना जन्म होया सी गुरु गोबिंद सिंह जी दा, और ओहदे च कहंदे ने कि उन्हां दे माता पिता ने बड़ी ज्यादा तपस्या की, तीर्थां ते गए, सब कुछ सारा लिखिया होया। उन्हां नूं कुछ ऐसी मां दी लोड़ सी कि जिहदे विच ओ इन्नी पवित्र आत्मा जिहड़ी हैगी है ओ टिक सके। सो जदों माता गुजरी वर्गी मां उन्हां नूं मिली ते फिर उन्हां ने जन्म लिया। सो अजे भी मेरा ख्याल है, अजे भी कुछ तुहाडे सवाल अजे भी रह गए होंगे, तुसीं होर सवाल जे करना चाहते करो। हाँ तो नहीं, मैं I don't want to hold money more, भैन जी तुसीं अगे चलो। नहीं तुसीं बोलो, आई वांट टू क्लियर। अच्छा अगों पासे क्लियर हो जाएगा, ठीक है चलो। हाँ जी, अगे देख लेंदे हैं। सो ठीक है कि मतलब है जो ਇਹਦੀ ਬੋਡੀ ਤੇ ਕੋਈ ਨਹੀਂ, ਫਿਜ਼ੀਕਲ ਬੋਡੀ ਤੇ ਨਾ એનર્ਜੀ ਜਿਹੜਾ ਅੰਤਾ ਕਰਨੇ એનર્ਜੀ ਹੈ, ਠੀਕ ਹੈ ਨਾ। ਸੋ ਇਹ એનર્ਜੀ ਜਿਹੜੀ ਹੈਗੀ ਹੈ, એનર્ਜੀ ਦਾ ਆਪਣਾ ਇੱਕ ਲਾ ਹੈ, ਇੱਕ ਕਾਨੂੰਨ ਹੈ, ਪੋਜ਼ਿਟਿਵ ਐਂਡ ਨੈਗੇਟਿਵ। ਜਦੋਂ ਅਸੀਂ ਸਾਡੀ ਸੋਚ ਜਿਹੜੀ ਉਹ ਇੰਨੀ ਸੁੱਚੀ ਉੱਚੀ ਹੋ ਜਾਏਗੀ ਤੇ ਨੈਗੇਟਿਵ એનર્ਜੀ ਇਨਟੂ ਪੋਜ਼ਿਟਿਵ ਬਦਲ ਜਾਏਗੀ, ਤੇ ਇਹਦੀ ਹੋਂਦ ਜਿਹੜੀ ਹੈ ਆਪਣੇ ਆਪ, ਕਿਉਂਕਿ ਹੈ ਤੇ એનર્ਜੀ ਨਾ, ਕੋਈ ਫਿਜ਼ੀਕਲ ਮਤਲਬ ਇਹ ਬੋਡੀ ਤੇ ਨਹੀਂ ਨਾ ਹੈਗੀ ਕਿ ਇਹਨੂੰ ਅਸੀਂ ਮਤਲਬ ਕਿਸ ਤਰ੍ਹਾਂ ਇਹ ਡਿਜ਼ੋਲਵ ਕਿਸ ਤਰ੍ਹਾਂ ਹੋ ਗਏ, એનર્ਜੀ ਡਿਜ਼ੋਲਵ ਹੋ ਗਏ। ਸੋ ਇਸ ਕਰਕੇ ਅੱਗੋਂ ਤਾਂ ਮਤਲਬ ਮੈਂ ਕਹਾਂਗੀ ਤੇ ਫਿਰ ਤੁਹਾਨੂੰ ਹੋਰ ਕਲੀਅਰ ਹੋ ਜਾਏ। ਸੋ ਅਸੀਂ ਹੁਣ ਦੇਖਨੇ ਆ ਕਿ ਅਸੀਂ ਕਹਿੰਦੇ ਆ ਭਰਗੇ ਹੱਥ ਪੈਰ ਤਨ ਦੇ ਪਾਣੀ ਧੋਤੇ ਉਤਰਸ ਕੇ ਮੂਤਬਲੀ ਤੇ ਕੱਪੜ ਹੋਏ ਦੇ ਸਬਨ ਭਰਗੇ ਮਤ ਪਾਪਾਂ ਕੇ ਸੰਗ ਉਹ ਧੋਤੇ। ਹੁਣ ਤੁਸੀਂ ਇਹ ਦੇਖੋ ਇੱਥੇ ਮਤ ਨੂੰ ਕਿਉਂ ਅਸਰਟ ਇੰਨਾ ਕੀਤਾ? ਮਤ ਨੂੰ ਇਸ ਕਰਕੇ ਅਸਰਟ ਕੀਤਾ ਗਿਆ ਹੈ ਕਿ ਮਤ ਜਿਹੜੀ ਉਹ ਮਨ ਨਾਲੋਂ ਉੱਚੀ ਹੈ। ਜੇ ਮਨ ਨੀਵਾਂ ਹੁੰਦਾ ਹੈ ਤੇ ਮਨ ਮਤ ਦੇ ਕਹਿ ਨਹੀਂ ਲੱਗਦਾ, ਮਤ ਨੂੰ ਆਪਣੇ ਕਹਿ ਲਗਾ ਕਿ ਜੋ ਮਨ ਦਾ ਕੰਮ ਕਰਦਾ ਮਤ ਉਹੀ ਕਰਦੀ। ਉਹ ਕਹਿੰਦੇ ਨਾ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਕਰ ਆਖਾਂ। ਮਨ ਨੀਵਾਂ ਮਤ ਉੱਚੀ, ਮਨ ਨੀਵਾਂ ਮਤ ਉੱਚੀ ਦਾ ਮਤਲਬ ਕਿ ਜਿਹੜੀ ਮਨ में ਨੀਵਾਂ ਹੋਵੇ ਤੇ ਮਤ ਦੀ ਗੱਲ ਮੈਂ ਤੁਸੀਂ ਦੇਖਿਆ ਕਿ ਕੀ ਕਹਿੰਦਾ ਕਿ ਕਿੱਥੇ ਘੜੀਏ ਸੁਰਤ ਮਤ ਮਨ ਬੁੱਧ। ਹੁਣ ਇੱਥੇ ਚਾਰ ਚੀਜ਼ਾਂ ਕਿਉਂ ਕਹੀਆਂ? ਮਤ ਮਨ ਬੁੱਧ। ਹੁਣ ਦੇਖੋ ਇਹ ਤਿੰਨ ਚੀਜ਼ਾਂ ਤੁਸੀਂ ਮਤ ਮਨ ਬੁੱਧ ਵਿੱਚ ਮਨ में ਇੱਕ ਪਾਸੇ ਮਤ ਇੱਕ ਪਾਸੇ ਬੁੱਧ। ਮਨ ਜਿਹੜਾ ਹੈ ਉਹ ਵਿਚਕਾਰ ਹੈ, ਇੱਕ ਪਾਸਿਓਂ ਮਤ ਉਹਦੇ ਤੇ ਪ੍ਰੈਸ਼ਰ ਪਾਏ, ਇੱਕ ਪਾਸੇ ਬੁੱਧੀ ਪਾਏ। ਲੇਕਿਨ ਜਦੋਂ ਇੱਕ ਮਨ ਨੀਵੀਂ ਜਗ੍ਹਾ ਤੇ ਹੈ ਤੇ ਮਤ ਵੀ ਤੇ ਬੁੱਧੀ ਵੀ ਦੋਨੋਂ ਮਨ ਦੇ ਉੱਤੇ ਹਾਵੀ ਹੋਈਆਂ ਨੇ। ਉਹ ਦੋਨੋਂ ਹੀ ਮਨ ਦੇ ਕਹਿ ਲੱਗ ਕੇ ਉਸ ਲੋਅਰ ਲੈਵਲ ਤੇ ਕੰਮ ਕਰ। ਹੁਣ ਜੇ ਅਸੀਂ ਕਹਿੰਦੇ ਮਤ ਉੱਚੀ, ਸਿੱਖਾਂ ਦਾ ਮਨ ਨੀਵਾਂ ਮਤ ਉੱਚੀ, ਮਨ ਦੇ ਪਿੱਛੇ ਨਹੀਂ, ਮਨ ਨੂੰ ਮਤ ਦੇ ਪਿੱਛੇ ਲਗਾਉਣਾ। ਔਰ ਉਸ ਤੋਂ ਵੀ ਅੱਗੇ ਜਿਹੜੀ ਕਿ ਸਭ ਤੋਂ ਹਾਈਐਸਟ ਚੀਜ਼ ਹੈ ਉਹ ਵੇ ਵਿਵੇਕ ਬੁੱਧੀ। ਵਾਟ ਇਜ਼ ਵਿਵੇਕ ਬੁੱਧੀ? ਨੂੰ ਐਕਸਪਲੇਨ ਕਰਨਾ ਹੀ ਮੁਸ਼ਕਿਲ ਹੈ। ਇਹ ਜਦੋਂ ਵਿਵੇਕ ਬੁੱਧੀ ਚ ਅਸੀਂ ਆ ਜਾਂਦੇ ਆ ਨਾ ਉਦੋਂ ਹੀ ਪਤਾ ਲੱਗਦਾ ਕਿ ਵਿਵੇਕ ਉਹ ਬੁੱਧੀ ਜਿਹਨੂੰ ਕਿ ਇੰਨੀ ਡਿਸਕ੍ਰਿਮੀਨੇਸ਼ਨ ਹੋ ਗਈ ਹੈ, ਇੰਨਾ ਵਿਵੇਕ ਹੋ ਗਿਆ ਹੈ, ਉਹਨੂੰ ਸਾਰਾ ਪਤਾ ਲੱਗ ਗਿਆ ਕਿ ਕੀ ਹੁਣ ਉਹਦੀ ਇੰਨੀ ਸਟਰੋਂਗ ਡਿਸਕ੍ਰਿਮੀਨੇਸ਼ਨ ਹੋ ਗਈ ਹੈ ਕਿ ਉਹ ਕੋਈ ਗਲਤ ਕੰਮ ਮਨ ਨੂੰ ਕਰਨ ਹੀ ਨਹੀਂ ਦੇਗੀ। ਹੁਣ ਬੁੱਧੀ ਮਨ ਤੇ ਹਾਵੀ ਹੋ ਗਈ। ਹੁਣ ਮਨ ਜਿਹੜਾ ਹੈ ਉਹ ਹੀ ਕਰਦਾ ਜੋ ਬੁੱਧੀ ਕਹਿੰਦੀ। ਐਂਡ ਬੁੱਧੀ ਇਜ਼ ਵੈਰੀ ਨੀਅਰ ਟੂ ਆਤਮਾ। ਬੁੱਧੀ ਇਜ਼ ਵੈਰੀ ਨੀਅਰ ਟੂ ਆਤਮਾ। ਜਦੋਂ ਮਨ ਜਿਹੜਾ ਹੈ ਉਹ ਬੁੱਧੀ ਦੇ ਅਸਰ ਥੱਲੇ ਆ ਜਾਂਦਾ ਹੈ ਤੇ then it is very near to us. फिर बहुत थोड़े स्टेप रह जाए। सो डॉली जी होया कुछ क्लियर? हाँ जी ठीक है, आप करो जी। हाँ जी हाँ। सो एक क्वेश्चन हो रहा था, so everything happens through man, right? yes, so man is the main instrument of soul. Yes, man is the main instrument.
ਹੁਣ ਇਹ ਹੈ ਕਿ ਜੇ ਅਸੀਂ ਕਹੀਏ ਪਹਿਲੇ ਦਿਨ ਮਨ ਸਾਡਾ ਕਿਉਂ ਨਹੀਂ ਠੀਕ ਹੋ ਗਿਆ, ਨੇ ਕਿਵੇਂ ਹੋਏ? ਜਿਹੜੀਆਂ ਪੁਰਾਣੀਆਂ ਟੈਂਡੈਂਸੀ ਇਹ ਸਾਡੇ ਸਾਰੇ ਮਤਲਬ ਇੰਨੇ ਵਾਸਨਾ ਇਹਨਾਂ ਜਿਹਨਾਂ ਮਲ ਕਾਨੇ ਜਨਮ ਜਨ ਕੇ ਮਨ ਲੱਗ ਗਈ, ਤਾਂ ਇੱਕਦਮ ਹੁਣ ਕਿਸ ਤਰ੍ਹਾਂ ਮਨ ਠੀਕ ਹੋਏ? ਜਿਵੇਂ ਅਸੀਂ ਕਈ ਵਾਰੀ ਸਵਾਲ ਕਰਦੇ ਹਾਂ ਕਿ ਜਦੋਂ ਅਸੀਂ ਮਤਲਬ ਧਿਆਨ ਕਰਨ ਲੱਗਦੇ ਹਾਂ, ਮੈਡੀਟੇਸ਼ਨ ਕਰਨ ਲੱਗਦੇ ਹਾਂ, ਤੇ ਵਿਚਾਰ ਬੜੇ ਆਉਂਦੇ। ਵਿਚਾਰ ਇਸ ਕਰਕੇ ਆਉਣਗੇ ਕਿ ਜਿਹੜੀਆਂ ਪੁਰਾਣੀਆਂ ਟੈਂਡੈਂਸੀ, ਪੁਰਾਣੀਆਂ ਵਾਸਨਾਵਾਂ ਨੂੰ ਅੰਦਰ ਭਰੀਆਂ ਹੋਈਆਂ, ਉਹ ਹੁਣ ਸਾਨੂੰ ਜ਼ਾਰਾ ਲੈਵਲ ਤੇ ਕੌਨਸ਼ੀਅਸ ਲੈਵਲ ਤੇ ਨਹੀਂ ਪਤਾ ਲੱਗਦਾ, ਲੇਕਿਨ ਉਹ ਮਤਲਬ ਇੱਕ ਸਬ ਕੌਨਸ਼ੀਅਸ ਲੈਵਲ ਤੇ ਤਾਂ ਸਾਰੀਆਂ ਹੈਗੀਆਂ। ਉਹ ਉਦੋਂ ਸਾਨੂੰ ਪਤਾ ਲੱਗਦਾ ਹੈ। ਵੈਸੇ ਅੱਗੇ ਪਿੱਛੇ ਵੀ ਖਿਆਲ ਆਉਂਦੇ ਨੇ, ਪਰ ਉਹ ਤੇ ਵਿਚਾਰ ਨਹੀਂ ਕਰਦੇ। ਪਰ ਜਦੋਂ ਅਸੀਂ ਵਿਚਾਰਾਂ ਤੋਂ ਇੰਡੀਪੈਂਡੈਂਟ ਹੋਣਾ ਚਾਹੁੰਦੇ ਹਾਂ, ਫਿਰ ਸਾਨੂੰ ਪਤਾ ਲੱਗਦਾ ਕਿ ਇਹ ਮਤਲਬ ਇਹ ਵਿਚਾਰ ਜਿਹੜੇ ਆਉਂਦੇ ਨੇ ਕਿਉਂ ਆਉਂਦੇ ਨੇ, ਕਿ ਉਹ ਸਟੋਰ ਹਾਊਸ ਭਰਿਆ ਹੋਇਆ। ਉਹ ਸਟੋਰ ਹਾਊਸ ਜਿਹੜਾ ਉੱਤੇ ਆਉਂਦਾ, ਕਿਉਂਕਿ ਕੌਨਸ਼ੀਅਸਨੈਸ ਦਾ 10%, 90% ਸਟੋਰ ਹਾਊਸ ਵਿੱਚ ਹੀ ਹੈ। ਸੋ ਉਹ ਤੁਹਾਨੂੰ ਇਹਦੇ ਤੋਂ ਬੜਾ ਕਲੀਅਰ ਹੈ ਕਿ ਇਸ ਮਨ ਕੋ ਜਨਮ ਜਨਮ ਕੇ ਮਨ ਲੱਗੀ ਕਾਲਾ ਹੋ ਸਕ, ਕਿਉਂਕਿ ਜਿਹੜੀਆਂ ਪਿਛਲੇ ਜਨਮਾਂ ਸਾਰਿਆਂ ਚ ਅਸੀਂ ਸੰਸਕਾਰ ਲਏ ਨੇ, ਉਹ ਸਾਰੇ ਭਰੇ ਹੋਏ ਨੇ। ਉਹਨਾਂ ਨੂੰ ਕੱਢਣ ਲੱਗਿਆ ਜਿਹੜਾ ਹੈਗਾ ਟਾਈਮ ਜਿਹੜਾ ਬੜਾ ਲੱਗਦਾ, ਕਿਉਂਕਿ ਸਭ ਕੁਝ ਸੂਖਸ਼ਮ ਹੈ। ਸੋ ਹੁਣ ਅਸੀਂ ਦੇਖਿਆ ਕਿ ਇਹਦੇ ਵਿੱਚ ਕਬੀਰ ਜੀ ਦਾ ਜਿਹੜਾ ਇੱਕ ਸ਼ਲੋਕ ਸੀ, ਜਿਹੜਾ ਕਿ ਇੱਕ ਵਾਰੀ ਅੱਗੇ ਵੀ ਮੈਂ ਕੀਤਾ ਸੀ, ਪਰ ਅਸੀਂ ਉਹਨੂੰ ਜ਼ਿਆਦਾ ਖੋਲਿਆ ਨਹੀਂ ਸੀ। ਇਹਨੂੰ ਅਸੀਂ ਅਗਰ ਅੱਛੀ ਤਰ੍ਹਾਂ ਸਮਝੀਏ ਤੇ ਸਾਡੀ ਜਿਹੜਾ ਹੁਣ ਕੁਐਸਚਨ ਤੁਹਾਡੇ ਮਨ ਵਿੱਚ ਆ ਰਹੇ ਨੇ, ਉਹਨਾਂ ਦਾ ਵੀ ਕਾਫੀ ਜਵਾਬ ਮਿਲ ਜਾਏ। ਐਕਚੁਅਲੀ ਮੇਰੇ ਮਨ 'ਚ ਸੌਰੀ ਮੇਰੇ ਮਨ 'ਚ ਕੁਐਸਚਨ ਆ ਰਿਹਾ ਬੜੀ ਦੇਰ ਤੋਂ। ਹਾਂਜੀ, ਜਿਹੜਾ ਮਨ ਹੈ, ਆਤਮਾ ਹੈ, ਜਿਹੜੀ ਆਤਮਾ ਹੈ, ਉਹ ਇਸ ਦਾ ਮਤਲਬ ਹੋਇਆ ਕਿ ਮਨ ਦੇ ਅਧੀਨ ਹੈਗੀ ਹੈ, ਅੰਡਰ ਹੈ ਉਹਦੇ? ਸੁਣ ਸੌਰੀ, ਮਨ ਇੰਸਟਰੂਮੈਂਟ ਹੈ ਆਤਮਾ ਦਾ, ਠੀਕ ਹੈ ਨਾ? ਹਾਂਜੀ, ਆਤਮਾ ਡਾਇਰੈਕਟਲੀ ਨਹੀਂ ਨਾ ਵਰਕ ਕਰਦੀ, ਠੀਕ ਹੈ ਨਾ? ਹਾਂਜੀ, ਆਤਮਾ ਇੰਸਟਰੂਮੈਂਟ ਦੇ ਥਰੂ ਵਰਕ ਕਰਦੀ, ਠੀਕ ਹੈ ਨਾ? ਤੁਹਾਡਾ ਸਵਾਲ ਕਿਸੇ ਮੈਨੂੰ ਭੁੱਲ ਗਿਆ। ਮੈਂ ਸੌਰੀ, ਕੁਐਸਚਨ ਮੇਰਾ ਇੰਝ ਹੈਗਾ ਸੀਗਾ ਵੀ ਜਿਹੜੀ ਆਤਮਾ ਹੈਗੀ ਹੈ, ਉਹ ਇਸ ਦਾ ਮਤਲਬ ਹੈ ਕਿ ਮਨ ਦੇ ਅਧੀਨ ਹੈਗੀ ਹੈ, ਕਿਉਂਕਿ ਮਨ ਚਲਾ ਕੇ ਤੁਸੀਂ ਕਹਿ ਰਹੇ ਹੋ ਨਾ ਵੀ ਮਨ ਜਿਹੜਾ ਹੈ ਉਹ ਨਹੀਂ ਦੇਖੋ, ਮੈਂ ਤੁਹਾਨੂੰ ਕਿਹਾ ਆਤਮਾ ਦਾ ਤਾਂ ਕੋਈ ਅਸਰ ਨਹੀਂ ਹੁੰਦਾ, ਆਤਮਾ ਨਿਰੰਜਨ ਅੰਜਨ ਰਹਿ, ਠੀਕ ਹੈ ਨਾ? ਪਰ ਕਵਰ ਹੋ ਜਾਂਦੀ ਹੈ, ਉਹਦੇ ਨਾਲ ਟੱਕੀ ਜਾਂਦੀ ਹੈ, ਤਾਂ ਫਿਰ ਆਤਮਿਕ ਜਿਹਨੂੰ ਸਾਨੂੰ ਹੋਸ਼ ਜਿਹੜੀ ਹੈ ਉਹ ਘਟ ਜਾਂਦੀ ਹੈ। ਸੋ ਇਸ ਕਰਕੇ ਆਤਮਾ ਜਿਹੜਾ ਹੈ, ਅਸੀਂ ਦੇਖੋ ਮਤਲਬ ਲੱਕੜੀ ਨੂੰ ਕੱਟਣਾ ਹੋਵੇ ਤਾਂ ਸਾਨੂੰ ਕਾਹਦੀ ਲੋੜ ਹੁੰਦੀ ਹੈ? ਆਰੀ ਦੀ। ਹਥਿਆਰ ਦੀ ਲੋੜ ਤੇ ਹੈ ਨਾ, ਹੱਥ ਨਾਲ ਤਾਂ ਨਹੀਂ ਨਾ ਅਸੀਂ ਕੱਟ ਸਕਦੇ, ਠੀਕ ਹੈ ਨਾ? ਪਰ ਤੁਸੀਂ ਲੱਕੜੀ ਕੱਟ ਰਹੀਏ ਤੇ ਹਥਿਆਰ ਦਾ ਫਿਰ ਕੋਈ ਖਾਸ ਲੋੜ ਤੇ ਨਹੀਂ ਨਾ ਰਹੀ ਹੈਗੀ। ਸਿਮਿਲਰਲੀ ਮਨ ਦੀ ਲੋੜ ਉਹਨਾਂ ਚਿਰ ਜ਼ਰੂਰ ਹੈ ਜਿੰਨਾ ਚਿਰ ਮਨ ਜਿਹੜਾ ਹੈ ਇਹ ਅਸੀਂ ਉੱਥੇ ਹੀ ਆ ਰਹੇ ਹਾਂ, ਠੀਕ ਹੈ ਨਾ? ਜਦੋਂ ਮੈਂ ਸਾਰਾ ਕਰ ਲਾਂਗੀ ਤੁਹਾਨੂੰ ਕਾਫੀ ਸਮਝ ਆ ਜਾਏਗੀ, ਠੀਕ ਹੈ? ਓਕੇ ਜੀ, ਓਕੇ, ਥੈਂਕ ਯੂ ਭੈਣ ਜੀ, ਕਾਫੀ ਪਤਾ ਲੱਗ ਗਿਆ। ਹਾਂਜੀ, ਥੈਂਕ ਯੂ। ਸੋ ਇਹ ਤੁਸੀਂ ਦੇਖੋ, ਇਹ ਕਬੀਰ ਜੀ ਦਾ ਆਪਣਾ ਐਕਸਪੀਰੀਅੰਸ ਹੈ ਐਨਲਾਈਟਨਮੈਂਟ ਦਾ। ਮੋਸਟ ਆਫ ਕਬੀਰ ਜੀ ਦੀ ਗੁਰਬਾਣੀ ਜਿਹੜੀ ਹੈ ਉਹ ਉਹਨਾਂ ਦੇ ਆਪਣੇ ਐਕਸਪੀਰੀਅੰਸ ਨੇ, ਜਿਨ੍ਹਾਂ ਨੂੰ ਕਿ ਉਹਨਾਂ ਨੇ ਬੜੀ ਰਿਐਲਿਟੀ ਦੇ ਨਾਲ ਲਿਖਿਆ ਹੈਗਾ। ਕਬੀਰ ਜੀ ਦੀ ਬਾਣੀ 'ਚ ਇੰਨੀ ਕਲੈਰਿਟੀ ਔਰ ਇੰਨੀ ਇਫੈਕਟਿਵ ਔਰ ਇੰਨੀ ਸਟਰੋਂਗ ਹੈ, ਉਹਦਾ ਸਾਡੇ ਤੇ ਬੜਾ ਅਸਰ ਹੁੰਦਾ। ਸੋ ਇੱਥੇ ਅੱਗੇ ਇੱਕ ਵਾਰੀ ਥੋੜਾ ਅਸੀਂ ਅੱਜ ਕੀਤਾ ਸੀ, ਪਰ ਅੱਜ ਅਸੀਂ ਉਹਨੂੰ ਚੰਗੀ ਤਰ੍ਹਾਂ ਖੋਲੀਏ। ਇਹ ਕਬੀਰ ਜੀ ਦੀ ਜਦੋਂ ਐਨਲਾਈਟਨਮੈਂਟ ਹੋਈ ਹੈ, ਕਿਸ ਤਰ੍ਹਾਂ ਹੋਈ ਹੈ, ਉਹਨੂੰ ਇਹ ਸ਼ਲੋਕ ਸਾਰਾ ਐਕਸਪਲੇਨ ਕਰਦਾ। ਉਹ ਕਹਿੰਦੇ ਨੇ, देखो भाई ज्ञान की आई आंधी, जुत्ते की दोए थून गिरानी, मोह बलेटा टूटा, तृष्णा छान पड़ी तारे ऊपर, दुर्मत पांडा फूटा, आंधी पाछे जो जल बरसना, यस, आंधी पाछे जो जल बरसे ते मेरा मन पीना, ओ कबीर मन पया परगासा, उदे पान जब। तो हुण ਇਹ एग्जाम्पल ਜਿਹੜੀ ਹੈ ਥੋੜੀ ਗਹਿਰੀ ਹੈ ਪਰ ਹੈ ਬੜੀ ਅਪਰੋਪਰੀਏਟ। ਉਹਨਾਂ ਨੇ ਇਹਨੂੰ ਇੱਕ ਛੱਪਰ ਦੇ ਨਾਲ ਮਿਸਾਲ ਦਿੱਤੀ। ਹੁਣ ਦੇਖੋ ਉਹਨਾਂ ਨੇ ਕਿਹਾ ਹੈ ਕਿ
ਦੇਖੋ ਭਾਈ ਗਿਆਨ ਕੀ ਆਈ ਅੰਧ, ਇੱਥੇ ਉਹਨਾਂ ਨੇ ਗਿਆਨ ਨੂੰ ਬਹੁਤ ਵੱਡੀ ਇੰਪੋਰਟੈਂਸ ਦਿੱਤੀ। ਹੁਣ ਗਿਆਨ ਕੀ ਅੰਧ ਕਿਸ ਤਰ੍ਹਾਂ ਆਈ ਕਿ ਮੈਂ ਕੋਸ਼ਿਸ਼ ਕੀਤੀ ਜਾਣਨ ਦੀ more and more, ਜਿੱਥੋਂ ਤੱਕ ਜਦੋਂ ਤੱਕ ਮੈਨੂੰ ਪੂਰਾ ਗਿਆਨ ਨਹੀਂ ਹੋ ਗਿਆ ਕਿ ਕੀ ਹੈ ਤੇ ਕੀ ਕਰਨਾ ਤੇ ਕੀ ਹੈ ਜਿਹਨੇ ਮੈਨੂੰ ਰੋਕਿਆ ਹੋਇਆ ਹੈ, ਔਰ ਉਹਦੇ ਵਿੱਚੋਂ ਮੈਂ ਕਿਵੇਂ ਨਿਕਲਣਾ। ਜਿੰਨਾ ਚਿਰ ਮੈਨੂੰ ਗਿਆਨ ਦੇ ਥਰੂ ਇਹ ਪਤਾ ਨਹੀਂ ਲੱਗਾ, ਹੁਣ now we know the importance of ਗਿਆਨ, ਜਦੋਂ ਤੱਕ ਮੈਨੂੰ ਇਹ ਨਹੀਂ ਪਤਾ ਲੱਗਾ ਕਿ ਕੀ ਹੈ, ਉਹਨਾਂ ਚਿਰ ਤੇ ਮੈਂ ਮਤਲਬ ਉਹਦੇ ਵਿੱਚ ਹੀ ਰਿਹਾ। ਹੁਣ ਕੀ ਹੋਇਆ, ਗਿਆਨ ਕੀ ਆਈ ਆਂਦੀ। ਆਂਦੀ ਦਾ ਮਤਲਬ ਕਿ ਇੰਨਾ ਮੈਨੂੰ ਗਿਆਨ ਹੋ ਗਿਆ, ਇੰਨਾ ਗਿਆਨ ਹੋ ਗਿਆ ਕਿ ਉਸ ਆਂਦੀ ਦੇ ਨਾਲ ਅਸਰ ਕੀ ਹੋਇਆ। ਹੁਣ ਉਹ ਕਹਿੰਦੇ ਨੇ ਕਿ ਚਿੱਟੀ ਕੀ ਦੋ ਥੂਨ ਕਰਿਆਣੀ ਮੋਹ ਬਲੇਡਾ। ਅੱਛਾ, ਜਦੋਂ ਛਪਰੀ ਬਣਾਉਂਦੇ ਨੇ ਨਾ ਤੇ ਉਹਦੇ ਵਿੱਚ ਜਿਹੜੀਆਂ ਥੂਣੀਆਂ ਦਿੰਦੇ ਨੇ, ਥੂਣੀਆਂ ਤੁਸੀਂ ਸਮਝਦੇ ਹੋ ਕਿ ਦੋਨੇ ਪਾਸੇ ਜਿੱਥੇ ਬਣਾਣੀ ਹੁੰਦੀ ਹੈ ਉੱਥੇ ਦੋ ਡੰਡੇ ਖੜੇ ਕਰਦੇ ਨੇ, ਨੀਚੋਂ ਡੰਡਾ ਸਿੱਧਾ ਹੁੰਦਾ, ਉੱਤੋਂ ਡੰਡਾ ਜਿਹੜਾ ਉਹਦੇ ਵਿੱਚ ਇਸ ਤਰ੍ਹਾਂ ਮਤਲਬ ਜਗ੍ਹਾ ਹੁੰਦੀ, ਉਹਦੇ ਉੱਪਰ ਉਹ ਲੱਕੜੀ ਦਾ ਛਤੀਰ ਪਾ ਦਿੰਦੇ। ਛਤੀਰ ਮਤਲਬ ਕਿ ਇੱਕ ਲੱਕੜੀ ਰੱਖਦੇ ਨੇ, ਉਹਨੂੰ ਉਹਨਾਂ ਨੇ ਕਿਹਾ ਹੈ ਉਹ ਜਿਹੜੇ ਮਤਲਬ ਬੜੀਆਂ ਸੂਟੇਬਲ ਉਹਨਾਂ ਨੇ ਐਗਜ਼ਾਮਪਲ ਦਿੱਤੀਆਂ ਨੇ, ਮੈਂ ਤੇ ਹੈਰਾਨ ਹੁੰਨੀ ਆ ਉਹਨਾਂ ਦੇ ਇੰਟੈਲੀਜੈਂਸ ਕਿ ਉਹ ਜਿਹੜੀ ਥੂਣੀ ਸੀ ਜਿਹਦੇ ਵਿੱਚ ਉਹਦੀਆਂ ਦੋ ਮਤਲਬ ਜਿਹਦੇ ਉੱਤੇ ਉਹ ਟਿਕਿਆ ਹੋਇਆ ਸੀ ਲੱਕੜੀ ਛਤੀਰ, ਜਿਹਦੇ ਉੱਤੇ ਛਪਰੀ ਪਈ ਹੋਈ ਸੀ, ਉਹ ਕਹਿੰਦਾ ਟੁੱਟੇ ਕੀ ਦੋ ਥੂਣ ਗਿਆਨ। ਜਿਹੜਾ ਡਬਲ ਮਾਈਂਡedness ਸੀ, ਜਿਹੜਾ ਕਿ ਅਸੀਂ ਕਹਿੰਦੇ ਮਨ ਇੱਕ ਪਾਸੇ ਸਰੀਰ ਹੈ, ਇੱਕ ਪਾਸੇ ਆਤਮਾ, ਜਿਹੜਾ ਸੀ ਕਦੀ ਉਧਰ ਜਾਂਦਾ ਸੀ ਕਦੀ ਉਧਰ ਜਾਂਦਾ, ਉਹ ਜਿਹੜਾ ਡਬਲ ਮਾਈਂਡedness ਸੀ ਉਹ ਸਟੇਬਲ ਹੋ ਗਿਆ, ਮੋਹ ਬਲੇਡਾ ਟੁੱਟ। ਜਿਹੜਾ ਛਤੀਰ ਸੀ, ਲੱਕੜੀ ਸੀ ਜਿਹੜੀ, ਉਹ ਮੋਹ ਦੀ ਸੀ। ਜਦੋਂ ਉਹ ਦੋਨੋਂ ਗਿਰ ਗਈਆਂ ਤੇ ਉਹ ਛਤੀਰ ਗਿਰ ਗਿਆ। ਐਕਚੁਅਲੀ ਮੋਹ ਜਿਹੜਾ ਹੈ ਸਭ ਤੋਂ ਸਟਰੋਂਗ ਜਿਹੜੀ ਹੈ ਸਾਡਾ ਵਿਕਾਰ ਹੈ, ਸਾਡਾ ਸੰਸਕਾਰ ਹੈ, ਉਹ ਮੋਹ ਹੈ। ਅਸੀਂ ਮੋਹ ਪਿੱਛੇ ਬਹੁਤ ਸਾਰੇ ਐਸੇ ਕੰਮ ਕਰ ਰਹੇ ਹਾਂ ਨਾ, ਬਹੁਤ ਪਰਪੰਚ ਕਰ ਪਰ ਤਨ ਲਿਆਵੇ ਸੁਧਰ ਆਪੇ ਆਣ ਲਟਾਵੇ। ਮੋਹ ਕਰਕੇ ਅਸੀਂ ਬਹੁਤ ਸਾਰੇ ਐਸੇ ਕੰਮ ਕਰਨੇ ਆ ਜਿਹਦੇ ਨਾਲ ਸਾਡੇ ਵਿਕਾਰ ਜਿਹੜੇ ਨੇ ਉਹ ਹੋਰ ਵੱਧਦੇ ਹੈਗੇ ਨੇ, ਆਤਮਾ ਤੇ ਓਨਾ ਹੀ ਬੋਝ ਪੈਂਦਾ। ਸੋ ਹੁਣ ਮਤਲਬ ਮੋਹ ਟੁੱਟ ਗਿਆ, ਡਬਲ ਮਾਈਂਡਡ ਟੁੱਟ ਗਿਆ, ਮੋਹ ਟੁੱਟ ਗਿਆ। ਜਿਵੇਂ ਤ੍ਰਿਸ਼ਨਾ ਛਾਨ ਪਰੀ ਤਾਰੇ ਉੱਪਰ ਦੁਰਮਤ ਪਾਂਡਾ। ਹੁਣ ਉਹ ਜਦੋਂ ਉਹ ਤੀਰ ਵੀ ਡਿੱਗ ਗਿਆ, ਉਹ ਆਪਣਾ ਜਿਹੜਿਆਂ ਸੀ ਸਪੋਰਟ ਵੀ ਡਿੱਗ ਗਈਆਂ, ਤੇ ਕੀ ਹੋਇਆ, ਛੱਪਰ ਗਿਰ ਗਿਆ। ਛੱਪਰ ਕਾਹਦਾ ਸੀ, ਤ੍ਰਿਸ਼ਨਾ। ਐਕਚੁਅਲੀ ਤ੍ਰਿਸ਼ਨਾ ਜਾਂ ਡਿਜ਼ਾਇਰ ਇਹ ਮੂਲ ਕਾਰਨ ਹੈ ਸਾਡੇ ਵਿਕਾਰਾਂ ਦਾ। ਬੁੱਧਾ ਨੇ ਤੇ ਸਾਰਾ ਜਿਹੜਾ ਨਾ ਜ਼ੋਰ ਹੀ ਕਾਜ਼ ਐਂਡ ਇਫੈਕਟ ਤੇ ਦਿੱਤਾ ਕਿ ਜੋ ਤੁਹਾਡੀ ਕਾਜ਼ ਹੋਵੇਗੀ, ਜੋ ਤੁਸੀਂ ਕਰਮ ਕਰੋਗੇ, ਉਹਦਾ ਹੀ ਰਿਜ਼ਲਟ ਜ਼ਰੂਰ ਆਏ, ਕਿਸੇ ਵੀ ਚੀਜ਼ ਤੇ, ਛੋਟੀ ਤੋਂ ਛੋਟੀ ਚੀਜ਼। ਉਹ ਤ੍ਰਿਸ਼ਨਾ ਜਿਹੜੀ ਹੈਗੀ ਹੈ, ਇਹ ਕਾਜ਼ ਜੇ ਹੋਵੇ ਤੇ ਉਹ ਕਹਿੰਦਾ ਮੇਰੀ ਤ੍ਰਿਸ਼ਨਾ ਦੀ ਕਾਜ਼ ਜਦੋਂ ਮਿਟ ਗਈ, ਪਤਾ ਲੱਗ ਗਿਆ ਕਿ ਤ੍ਰਿਸ਼ਨਾ ਕੀ ਹੈ, ਜਿੰਨਾ ਮੇਰਾ ਰਸਤਾ ਰੋਕਿਆ ਸੀ। ਡਿਜ਼ਾਇਰ, ਦੁਨਿਆਵੀ ਡਿਜ਼ਾਇਰ, ਦੁਨਿਆਵੀ ਖਾਸ਼, ਜਿਨ੍ਹਾਂ ਨੇ ਮੇਰਾ ਰਸਤਾ ਰੋਕਿਆ ਹੋਇਆ ਸੀ, ਪਤਾ ਲੱਗ ਗਿਆ, ਉਦੋਂ ਤੋਂ ਮੈਂ ਫ੍ਰੀ ਹੋ ਗਿਆ, ਕਿਉਂਕਿ ਪਤਾ ਲੱਗ ਗਿਆ। ਕਿਸੇ ਨਾਲ ਪਤਾ ਲੱਗਾ, ਗਿਆਨ ਦੇ ਦੁਰਮਤ ਭਾਂਡਾ ਫੁੱਟਾ। ਜਿਹੜਾ ਝੂਠੀ ਮੱਤ ਦਾ, ਭੈੜੀ ਮੱਤ ਦਾ ਭਾਂਡਾ ਸੀ, ਉਹ ਟੁੱਟ ਗਿਆ। ਹੁਣ ਉਹ ਕਹਿੰਦਾ ਕਿ ਉਹ ਛੱਪਰ ਜਿਹੜਾ ਸੀ ਉਹ ਗਿਰ ਗਿਆ। ਤ੍ਰਿਸ਼ਨਾ ਛਾਨ ਭਰੀ ਤਾਰੇ ਉੱਪਰ, ਉਹ ਜਿਹੜੀ ਛੰਨ ਸੀ, ਜੋ ਛੱਪਰੀ ਸੀ, ਉਹ ਗਿਰ ਗਈ। ਦੁਰਮਤ ਭਾਂਡਾ ਫੁੱਟ। ਹੁਣ ਉਹਦੇ ਅੰਦਰ ਜਿੰਨੇ ਭਾਂਡੇ ਪਏ ਸੀ ਉਹ ਸਾਰੇ ਟੁੱਟ ਗਏ। ਉਹ ਕਾਹਦੇ ਭਾਂਡੇ ਸੀ, ਬੁਰੀ ਮੱਤ, ਜਿਹਨੂੰ ਅਸੀਂ ਵਿਕਾਰ ਕਹਿ ਸਕਦੇ। ਹੁਣ ਜਦੋਂ ਉਹ ਬੁਰੀ ਮੱਤ ਨਿਕਲ ਗਈ, ਉਹ ਮਤਲਬ ਛੱਪਰ ਗਿਰ ਗਈ, ਤ੍ਰਿਸ਼ਨਾ ਦੀ ਗਿਰ ਗਈ, ਤੇ ਭਾਂਡੇ ਸਾਰੇ ਅੰਦਰ ਟੁੱਟ ਗਏ। ਸੋ ਭਾਂਡੇ ਸਾਰੇ ਅੰਦਰੋਂ ਟੁੱਟ ਗਏ ਤੇ ਮੈਂ ਫ੍ਰੀ ਹੋ ਗਈ। ਭਾਂਡੇ ਕਾਹਦੇ ਸੀ, ਬੁਰੀ ਮੱਤ ਦੇ, ਛੋਟੀ ਮੱਤ ਦੇ, ਵਿਕਾਰਾਂ ਦੇ। ਉਹਨੂੰ ਕਹਿੰਦੇ ਨੇ ਆਂਦੇ ਪਾਛੇ ਜੋ ਜਲ ਬਰਸੇ ਤੇ ਮੇਰਾ ਮਨ ਪੀਣਾ।
ਹੁਣ ਤੁਸੀਂ ਦੇਖਿਆ ਕਿ ਕਈ ਵਾਰੀ ਬਹੁਤ ਹਨੇਰੀ ਜਦੋਂ ਆਉਂਦੀ ਹੈ ਨਾ, ਤੇ ਜੇ ਉਸ ਪਿੱਛੋਂ ਬਾਰਿਸ਼ ਹੋ ਜਾਏ ਨਾ, ਯੂਜੂਅਲੀ ਆਉਂਦੀ ਹੈ ਬਾਰਿਸ਼, ਯੂਜੂਅਲੀ ਬਾਰਿਸ਼ ਆਏ ਤਾਂ ਫਿਰ ਕੀ ਹੁੰਦਾ ਹੈ ਕਿ ਉਸ ਬਾਰਿਸ਼ ਦੇ ਨਾਲ ਸਾਰੀ ਜਿਹੜੀ ਵਨਸਪਤੀ ਉਹਦੇ ਮਿੱਟੀ ਪਈ ਹੋਈ ਜਿਹੜੀ ਹੈ ਉਹ ਸਾਫ਼ ਹੋ ਜਾਂਦੀ, ਉਹਦੇ ਸਾਰੇ everybody feels so happy, so good, even ਬੱਚੇ ਬਾਹਰ ਜਾਣਗੇ, ਬਾਰਿਸ਼ ਵਿੱਚ ਖੇਡਣਗੇ, ਇਵਨ ਆਪਣਾ ਮਨ ਵੀ ਜਿਹੜਾ ਉਹਦੇ ਨਾਲ ਬੜਾ ਖੁਸ਼ ਹੁੰਦਾ ਹੈ, ਬੜੀ ਸ਼ਾਂਤੀ ਅੰਦਰ ਆਉਂਦੀ। ਤੇ ਮੇਰਾ ਮਨ ਪੀਣਾ, ਮੇਰਾ ਮਨ ਜਿਹੜਾ ਉਹਦੇ ਚ ਭਿੱਜ ਗਿਆ, ਉਹ ਸ਼ਾਂਤੀ ਦੇ ਵਿੱਚ, ਉਸ ਗਿਆਨ ਦੇ ਵਿੱਚ ਮੇਰਾ ਮਨ ਜਿਹੜਾ ਭਿੱਜ ਗਿਆ, ਔਰ ਉਹ ਸਾਰੇ ਜਿਹੜੇ ਮੇਰੇ ਵਿਕਾਰਾਂ ਦੇ ਭਾਂਡੇ ਸੀ ਉਹ ਟੁੱਟ ਗਿਆ। ਕੋ ਕਬੀਰ ਮਨ ਪਿਆ ਪ੍ਰਗਾਸਾ ਉਦੇ ਹੀ ਭਾਣ ਜਾ। ਬਸ ਕਹਿੰਦਾ ਕਿ ਹੁਣ ਜਦੋਂ ਇੰਨਾ ਕੁਝ ਹੋ ਗਿਆ ਤੇ ਮੇਰੇ ਮਨ ਵਿੱਚ ਪ੍ਰਕਾਸ਼, ਪ੍ਰਕਾਸ਼ ਹੀ ਸਾਰੀ ਚੀਜ਼, ਪ੍ਰਕਾਸ਼ ਗਿਆਨ ਦਾ ਪ੍ਰਕਾਸ਼ ਜਿਹੜਾ ਹੈ ਉਹ ਹੀ ਤੁਹਾਨੂੰ ਆਤਮਾ ਤੱਕ ਪਹੁੰਚਾਉਂਦਾ। ਔਰ ਆਤਮਾ ਕੀ, ਆਤਮਾ ਪ੍ਰਕਾਸ਼, ਆਤਮਾ ਦੇ ਕੋਈ ਮਤਲਬ ਸੋਲਿਡ ਬੋਡੀ ਥੋੜੀ, ਆਤਮਾ ਤੇ ਪ੍ਰਕਾਸ਼, ਆਤਮਾ ਤੇ એનર્ਜੀ। ਸੋ ਹੁਣ ਕਹਿੰਦਾ ਕਿ ਮਨ ਪਿਆ ਪ੍ਰਗਾਸਾ ਉਦੇ ਭਾਣ ਜਾ। ਉਦੇ ਭਾਣ ਕੀ, ਜਦੋਂ ਮੈਨੂੰ ਇਨਲਾਈਟਨਮੈਂਟ ਦਾ ਸੂਰਜ ਚੜਿਆ ਤੇ ਮੇਰਾ ਮਨ ਜਿਹੜਾ ਉਹ ਬਿਲਕੁਲ ਸ਼ਾਂਤ, it became one with it। ਸੋ ਡਾਲੀ ਜੀ ਕੁਝ ਕਲੀਅਰ ਹੋਇਆ? ਕੀ ਕਰੋ, ਮੈਂ ਬਾਅਦ ਚ ਪੁੱਛ ਲਾਂਗੀ। ਹਾਂਜੀ ਓਕੇ ਓਕੇ। ਅੱਛਾ ਤੁਸੀਂ ਦੇਖੋ ਉੱਥੇ ਰਵਿਦਾਸ ਜੀ ਲਿਖਦੇ ਨੇ ਨਾ, ਤੋਹੀ ਮੋਹੀ ਮੋਹੀ ਤੋਹੀ ਅੰਤਰ ਕੈਸਾ, ਅਨਕਟਕ ਜਲ ਤਰੰਗ ਜੈਸਾ। ਕਿ ਤੇਰੇ ਤੇ ਮੇਰੇ ਵਿੱਚ ਫਰਕ ਕੀ ਹੈ? ਇਸ ਤਰ੍ਹਾਂ ਹੀ ਹੈ ਜਿਵੇਂ ਸੋਨੇ ਦੇ ਬਹੁਤ ਸਾਰੇ ਗਹਿਣੇ ਹੁੰਦੇ ਨੇ, ਬਣੇ ਤਾਂ ਸੋਨੇ ਤੋਂ ਹੀ। ਜਲ ਤਰੰਗ, ਇਸ ਤਰ੍ਹਾਂ ਜਲ ਵਿੱਚ ਤਰੰਗ ਹੁੰਦੀ ਹੈ, ਬੁਲਬੁਲੇ ਤਰੰਗਾਂ ਪਾਣੀ ਦੇ ਉੱਤੇ ਹੁੰਦੀਆਂ ਨੇ, ਉੱਠਦੀਆਂ ਤੇ ਸਮੁੰਦਰ ਵਿੱਚੋਂ ਹੀ। ਸੋ ਤੂੰ ਜੇ ਸਮੁੰਦਰ ਹੈ ਤੇ ਮੈਂ ਉੱਤੇ ਲਹਿਰਾਂ ਤੇ ਬੁਲਬੁਲੇ ਆ, ਫਿਰ ਤੇਰੇ ਮੇਰੇ ਚ ਫਰਕ ਕੀ ਹੈ? ਕਿ ਪੈਦਾ ਤਾਂ ਸਾਰੇ ਉਹਦੇ ਉੱਤੇ। ਲੇਕਿਨ ਇੱਕ ਗੱਲ ਤੁਸੀਂ ਦੇਖੋ ਕਿ ਇਹ ਅਸੀਂ ਬੋਲਣ ਵਿੱਚ ਤੇ ਭਾਵੇਂ ਲੈ ਆਉਂਦੇ, ਲੇਕਿਨ ਜਦੋਂ ਸਾਡੀ ਲਾਈਫ ਤੇ ਗੁਜ਼ਰਦਾ ਹੈ ਤੇ ਫਿਰ ਅਸੀਂ ਇਹਦੇ ਤੇ ਅਮਲ ਨਹੀਂ ਕਰ ਸਕਦੇ। ਗਹਿਣੇ ਜਿਹੜੇ ਨੇ ਉਹ ਆਪਸ ਵਿੱਚ ਸਾਰੇ ਕਹਿੰਦੇ ਨੇ ਮੈਂ ਮੁੰਦਰੀ ਆ, ਮੈਂ ਚੂੜੀ ਆ, ਮੈਂ ਹਾਰ ਆ, ਉਹ ਨਹੀਂ ਕਹਿੰਦੇ ਮੈਂ ਇੱਕ। ਕਦੋਂ ਇੱਕ ਹੁੰਦੀ ਹੈ? ਜਦੋਂ ਉਹਨਾਂ ਸਾਰੇ ਗਹਿਣਿਆਂ ਨੂੰ ਸੁਨਿਆਰਾ ਜਿਹੜਾ ਹੈ ਅੱਗ ਤੇ ਚੜਾ ਕੇ ਉਹਨਾਂ ਨੂੰ ਮਤਲਬ ਢਾਲਦਾ ਹੈ, ਤੇ ਉਹਦੇ ਵਿੱਚੋਂ ਜਿਹੜਾ ਖੋਟ ਹੈ ਉਹ ਬੁਲਬੁਲੇ ਮਾਰ ਕੇ ਨਿਕਲ ਜਾਂਦਾ ਹੈ ਤੇ ਸੋਨਾ ਪਿਓਰ ਜਿਹੜਾ ਰਹਿ ਜਾਂਦਾ। ਲੇਕਿਨ ਕੀ ਹੈ ਕਿ ਅਸੀਂ ਯੂਜੂਅਲੀ ਕਿਉਂਕਿ ਬਹੁਤ ਗਹਿਰਾਈ ਵਿੱਚ ਨਾ ਜਾ ਕੇ ਅਸੀਂ ਇਹੀ ਸਮਝਦੇ ਹਾਂ ਕਿ ਤੇਰੇ ਮੇਰੇ ਚ ਅੰਤਰ ਕੀ ਹੈ, ਮੈਂ ਤੇ ਤੋਂ ਇੱਕੋ ਹੀ ਹਾਂ। ਰਵਿਦਾਸ ਜੀ ਤੇ ਹੀ ਕਹਿ ਰਹੇ ਨੇ। ਪਰ ਮਨ ਜਿਹੜਾ ਉਦੋਂ ਤੱਕ ਜਦੋਂ ਤੱਕ ਗਹਿਣਿਆਂ ਤੋਂ ਸੋਨਾ ਨਹੀਂ ਬਣ ਗਿਆ ਤੇ ਬੁਲਬੁਲੇ ਤੇ ਲਹਿਰਾਂ ਤੋਂ ਉਹ ਸਮੁੰਦਰ ਦੇ ਵਿੱਚ ਇੱਕ ਨਹੀਂ ਹੋ ਗਿਆ, ਇੱਕ ਸ਼ਾਂ ਸਮੁੰਦਰ ਵਿੱਚ ਇੱਕ ਨਹੀਂ ਹੋ ਗਿਆ, ਉਹਨਾਂ ਚਿਰ ਤੇ ਉਹ ਲੈਦਾ। ਸਿਮਿਲਰਲੀ ਉਹਨਾਂ ਚਿਰ ਅਸੀਂ ਉਹਦੇ ਨਾਲੋਂ ਅਲੱਗਾ ਹੀ, ਆਤਮਾ ਨਾਲੋਂ ਅਲੱਗਾ ਹੀ, ਪਰਮਾਤਮਾ ਨਾਲੋਂ ਅਲੱਗਾ ਹੀ। ਭਾਵੇਂ ਅਸੀਂ ਉਹਦੇ ਤੋਂ ਹੀ ਪੈਦਾ ਹੋਏ ਹੋਏ ਆ, ਭਾਵੇਂ ਸਾਡੇ ਅੰਦਰ ਸਾਰੇ ਗੁਣ ਉਹਦੇ ਹੀ ਨੇ, ਪਰ ਕਿਉਂਕਿ ਅਸੀਂ ਲਹਿਰਾਂ ਤੇ ਗਹਿਣੇ ਦੇ ਰੂਪ ਵਿੱਚ, ਅਸੀਂ ਸਰੀਰ ਦੇ ਰੂਪ ਵਿੱਚ, ਅਸੀਂ ਅੰਤਾਕਰਨ ਦੇ ਰੂਪ ਵਿੱਚ, ਅਸੀਂ ਮਨ ਬੁੱਧੀ ਚਿੱਤ ਹੰਕਾਰ ਦੇ ਰੂਪ ਵਿੱਚ, ਇਸ ਕਰਕੇ ਉਹ ਡਿਫਰੈਂਸ ਜਿਹੜੀ ਉਹ ਬਣੀ ਰਹਿੰਦੀ ਹੈ। ਔਰ ਉਹ ਹੀ ਹੈ ਕਿ ਮਨ ਮੋਏ ਮਨ ਮਰੇ ਧਾਤ ਮਰ ਜਾਏ, ਬਿਨ ਮਾਰੇ ਕੈਸੇ ਹਰ ਪਾਏ। ਮਨ ਦਾ ਮਾਰਨਾ, ਦਿਸ ਇਜ਼ ਇਟ। ਕਬੀਰ ਜੀ ਨੇ ਕਹਿਣਾ, ਕਬੀਰ ਮਨ ਨਿਰਮਲ ਪਇਓ ਜੈਸੇ ਗੰਗਾ ਨੀਰ, ਪਾਛੇ ਲਾਗੇ ਹਰ ਫੇਰੇ ਕਹਿਤ ਕਬੀਰ। ਤਾਂ ਕੀ ਹੋਇਆ? ਕਬੀਰ ਦੇ ਮਨ ਵਿੱਚ ਉਹ ਸਾਰੇ ਜਿਹੜੀਆਂ ਦੁਬਦਾ ਸੀ, ਉਹ ਸਾਰੇ ਜਿਹੜੇ ਪੜਦੇ ਸੀ, ਜਿਹੜੇ ਆਤਮਾ ਦੇ ਸੁਭਾਅ ਤੋਂ ਵੱਖਰੇ ਸੀ, ਉਹ ਸਾਰੇ ਪੜਦੇ ਜਦੋਂ ਲੈ ਗਏ, ਨਿਰਮਲ ਮਲੇ ਮਲ ਰਹਿਤ ਹੋ ਗਿਆ, ਉਹ ਸਾਰੀ ਮਲ ਲੈ ਗਈ, ਵਿਕਾਰਾਂ ਦੇ ਸਾਰੀ ਮਲ ਲੈ, ਤੇ ਮਨ ਕੀ ਹੋ ਗਿਆ? ਮਲ ਰਹਿ ਗਿਆ, ਪਿਓਰ ਹੋ ਗਿਆ। ਮਤਲਬ ਇਹ ਸਾਰੇ ਜਿਹੜੇ ਵਿਕਾਰ ਚ ਖਤਮ। ਹੁਣ ਜਦੋਂ ਸਾਰੇ ਵਿਕਾਰ ਖਤਮ ਹੋ ਗਏ ਤੇ ਕੀ ਹੋਇਆ? ਜਿਹੜਾ ਅੰਤਾਕਰਨ ਦਾ ਸੁਭਾਅ ਸੀ, ਜਿਹੜਾ ਮਨ ਦਾ ਸੁਭਾਅ ਸੀ, ਉਹ ਆਤਮਾ ਦਾ ਸੁਭਾਅ ਬਣ ਗਿਆ।
ਹੁਣ ਜਦੋਂ ਆਤਮਾ ਦਾ ਸੁਭਾਅ ਬਣ ਗਿਆ ਤੇ ਆਤਮਾ ਜਿਹੜੀ ਹੈਗੀ, ਮਤਲਬ ਕਿਉਂਕਿ ਇਹਨਾਂ ਦੀ ਕੋਈ ਆਪਣੇ ਹੋਂਦ, ਕੋਈ ਫਿਜ਼ੀਕਲ ਹੋਂਦ ਤੇ ਨਹੀਂ ਸੀ ਨਾ, એનર્ਜੀ ਸੀ ਨਾ। ਕੋਈ એનર્ਜੀ ਜਦੋਂ ਨੈਗੇਟਿਵ એનર્ਜੀ ਜਿਹੜੀ ਕਨਵਰਟ ਹੋ ਗਈ ਪੋਜ਼ਿਟਿਵ એનર્ਜੀ ਦੇ ਵਿੱਚ, ਇਟ ਬਿਕੇਮ ਵਨ। ਸੋ ਕਿਸੇ ਦਿਨ ਅਸੀਂ ਥੋੜਾ ਜਿਹਾ એનર્ਜੀ ਤੇ ਹੋਰ ਲਵਾਂਗੇ, ਕਿਉਂਕਿ ਜੋ ਵੀ ਹੋ ਰਿਹਾ, ਜੋ ਸ਼ਕਤੀ ਬਹਿ ਰਹੀ ਹੈ, ਜਿਹਨੂੰ ਅਸੀਂ ਇੰਟੈਲੀਜੈਂਟ ਪ੍ਰਿੰਸੀਪਲ ਵੀ ਕਹਿ ਦਿਆਂਗੇ, ਕਿਉਂਕਿ ਸਾਨੂੰ ਇੱਕ ਸ਼ਬਦ ਗੋਡ ਪਰਮਾਤਮਾ ਦੀ ਜਿਹੜੀ ਕੰਮ ਕਰ ਰਹੀ ਸ਼ਕਤੀ ਹੈ ਉਹਨੂੰ ਸਮਝਣਾ ਬੜਾ ਜ਼ਰੂਰੀ ਹੈ। ਕਿਉਂਕਿ ਜਿੰਨਾ ਚਿਰ ਅਸੀਂ ਉਹ ਨਹੀਂ ਸਮਝਾਂਗੇ, ਅਸੀਂ ਉਸ ਲੈਵਲ ਤੇ ਕੰਮ ਨਹੀਂ ਕਰਾਂਗੇ। ਕੰਮ ਕਿਸ ਤਰ੍ਹਾਂ ਕਰ ਸਕਦੇ, ਕਿਉਂਕਿ ਅਸੀਂ ਸਮਝਾਂਗੇ, ਅਸੀਂ ਰੱਬ ਨੂੰ ਇੱਕ ਐਂਟੀਟੀ ਸਮਝਾਂਗੇ, ਅਸੀਂ ਇਹ ਨਹੀਂ ਸਮਝਾਂਗੇ ਕਿ ਰੱਬ ਇੱਕ ਸ਼ਕਤੀ ਔਰ ਬਹਿ ਕਿਸ ਤਰ੍ਹਾਂ ਰਹੀ ਹੈ। ਇਹ ਉਹਦਾ ਸਾਰਾ ਕਾਨੂੰਨ ਜਦੋਂ ਅਸੀਂ ਸਮਝਾਂਗੇ ਫਿਰ ਸਾਡੇ ਉਹ ਬਿਹੇਵੀਅਰ ਵਿੱਚ ਆਏਗਾ। ਸੋ ਜਿਨ੍ਹਾਂ ਨੇ ਗਿਆਨ ਦੀ ਆਂਦੀ ਆਈ, ਜਿਨ੍ਹਾਂ ਨੇ ਗਿਆਨ ਦੀ ਇੰਨੀ ਮਤਲਬ ਸਟੱਡੀ ਕੀਤੀ ਕੀ ਇਹ ਕਿਸ ਤਰ੍ਹਾਂ ਸਭ ਕੁਝ ਹੋ ਰਿਹਾ, ਪਰਮਾਤਮਾ ਕੀ ਉਹਦਾ ਸੁਭਾਅ ਕੀ ਕਿਸ ਤਰ੍ਹਾਂ, ਤੇ ਉਹਨਾਂ ਜਦੋਂ ਪਰਮਾਤਮਾ ਦੇ ਸੁਭਾਅ, ਪਰਮਾਤਮਾ ਤੇ ਆਤਮਾ ਦਾ ਸੁਭਾਅ ਇੱਕ, ਜਿੰਨਾ ਚਿਰ ਮੈਂ ਆਤਮਾ ਦੇ ਸੁਭਾਅ ਵਿੱਚ ਆ ਨਹੀਂ ਗਿਆ ਉਹਨਾਂ ਚਿਰ ਕੀ ਹੈ, ਉਹਨਾਂ ਚਿਰ ਆਤਮਾ ਵੱਖਰੀ ਮਨ ਵਰਤੇ। ਜਦੋਂ ਮੈਂ ਆਤਮਾ ਦੇ ਸੁਭਾਅ ਵਿੱਚ ਆ ਗਿਆ ਤੇ ਮਨ ਦਾ ਤੇ ਕੋਈ ਆਪਣਾ ਜਿਹੜਾ ਹੈਗਾ ਹੋਂਦ ਹੀ ਨਹੀਂ। ਮਨ has been created out of our conditioning, out of our sanskar. So ਇੱਥੋਂ ਤੱਕ ਜੇ ਕੋਈ ਤੁਹਾਡਾ ਸਵਾਲ ਹੋਵੇ ਤਾਂ ਤੁਸੀਂ ਦੱਸੋ। ਇੱਕ ਥਾਂ ਤੇ ਫਰੀਦ ਜੀ ਕਹਿੰਦੇ ਨੇ, ਰੱਤੀ ਰਤ ਨਾ ਨਿਕਲੇ ਜੇ ਤਨ ਚੀਰੇ ਕੋਏ, ਜੋ ਤਨ ਰੱਤੇ ਰੱਬ ਸਿਓ ਤਿੰਨ ਜਨ ਰਤ ਨਾ ਹੋਏ। ਅੱਗੋਂ ਗੁਰੂ ਜੀ ਕਹਿੰਦੇ ਨੇ, ਇਹ ਤਨ ਸਭੋ ਰਤ ਹੈ, ਰਤ ਬਿਨ ਤਨ ਨਾ ਹੋਏ। ਜੋ ਤਨ ਰੱਤੇ ਰੱਬ ਸਿਓ ਤਿੰਨ ਤਨ ਲੋਭ ਰਤ ਨਾ। ਸੋ ਹੁਣ ਇਹ ਸਮਝੀਏ ਕਿ ਆਤਮਾ ਜਿਹੜੀ ਹੈਗੀ ਹੈ ਉਹਦੇ ਵਿੱਚ ਕੀ ਚੀਜ਼ ਹੈ ਜਿੰਨੇ ਕਿ ਲੋਭ ਰਤ, ਜਿਸ ਤਰ੍ਹਾਂ ਲੋਭ ਦੇ ਜਿਹੜੇ ਹੈਗਾ ਹੈ ਲਹਿਰਾਂ ਜਿਹੜੀਆਂ ਨੇ, ਲੋਭ ਦੇ ਜਿਹੜੇ ਆਪਣਾ ਇਹ ਹੈ, ਉਹ ਜਿੰਨਾ ਚਿਰ ਉਹ ਵਿੱਚੋਂ ਨਹੀਂ ਨਿਕਲੇ ਉਹ ਆਤਮਾ ਦਾ ਰੂਪ ਨਹੀਂ ਬਣ ਸਕਦਾ। ਸੋ ਉਹ ਮਤਲਬ ਉੱਥੋਂ ਫਰੀਦ ਜੀ ਨੇ ਕਿਹਾ ਕਿ ਫਰੀਦਾ ਇਹ ਜਗ ਭੌਂਕਣਾ, ਨੀਤਰੇ ਦੁਖੀ ਕੌਣ, ਕੰਨੀ ਬੁੱਝੇ ਦੇਰਾਂ ਕੀਤੀ ਵੱਗੇ ਪਾਉ। ਹੁਣ ਕਿਸ ਤਰ੍ਹਾਂ ਅਸੀਂ ਕਲੀਨ ਰਹਿ ਸਕੀਏ? ਹਲੇ ਇਹ ਜਿਹੜੀ ਦੁਨੀਆ ਇੱਕ ਤੇ ਸੰਸਾਰ ਹੈ, ਇੱਕ ਮੇਰੇ ਆਪਣੇ ਅੰਦਰ ਦਾ ਸੰਸਾਰ ਬਹੁਤ ਵੱਡਾ, ਬਾਹਰ ਦੇ ਸੰਸਾਰ ਨਾਲੋਂ ਮੇਰੇ ਅੰਦਰ ਦਾ ਸੰਸਾਰ ਬਹੁਤ ਵੱਡਾ। ਮੈਂ ਬਾਹਰ ਦੇ ਸੰਸਾਰ ਨੂੰ ਉਹੀ ਦੇਖਾਂਗੀ ਜੋ ਮੇਰੇ ਅੰਦਰ ਦਾ ਸੰਸਾਰ ਹੈ, ਮੈਂ ਉਸੇ ਹਿਸਾਬ ਨਾਲ ਹੀ ਸੰਸਾਰ ਦੇ ਨਾਲ ਬਿਹੇਵ ਕਰਾਂਗੀ ਜੋ ਮੇਰੇ ਅੰਦਰ ਦਾ ਸੰਸਾਰ ਹੈ, ਮੈਂ ਉਹ ਸਮਝਾਂਗੀ। ਉਹ ਕਹਿੰਦੇ ਨੇ, ਦ੍ਰਿਸ਼ਟੀ ਬਦਲੋ ਸ੍ਰਿਸ਼ਟੀ ਨਜ਼ਰ ਹੋਈ ਨਜ਼ਰ ਆਏਗੀ। ਸੋ ਸਾਰਾ ਜਿਹੜਾ ਮਨ ਦੀ ਜਿਹੜੀ ਦ੍ਰਿਸ਼ਟੀ ਹੈ ਉਹਨੂੰ ਬਦਲਣਾ ਹੈ। ਜਦੋਂ ਮਨ ਦੀ ਦ੍ਰਿਸ਼ਟੀ ਬਦਲ ਜਾਏਗੀ ਤੇ ਜੋ ਵੀ ਕੁਝ ਅਸੀਂ ਰਹਿ ਰਹੇ ਹਾਂ, ਜੋ ਕਰ ਰਹੇ ਹਾਂ, ਉਹ ਸਭ ਕੁਝ ਸਾਨੂੰ ਸੋਚਣ ਦਾ, ਕਰਨ ਦਾ ਤਰੀਕਾ ਬਦਲ ਜਾਏਗਾ, ਸਾਡੀ ਸਾਰੀ ਸੋਚ ਬਦਲ ਜਾਏਗੀ। ਪਰ ਇਹ ਕਿਸ ਤਰ੍ਹਾਂ ਆਏਗਾ? ਹੌਲੀ ਹੌਲੀ ਪ੍ਰੈਕਟਿਸ ਦੇ ਨਾਲ, ਕੌਨਸਟੈਂਟਲੀ ਬਾਣੀ ਪੜ੍ਹਦਿਆਂ, ਸੁਣਦਿਆਂ, ਸਮਝਦਿਆਂ, ਸੁਣੀਏ ਮੰਨੀਏ ਜਿਹੜੀ ਬਹੁਤ ਜ਼ਿਆਦਾ ਇਹਦੇ ਵਿੱਚ ਉਹਦਾ ਹੈਗਾ ਰੋਲ। ਸੋ ਬਾਣੀ ਸਮਝਦਿਆਂ ਪੜ੍ਹਦਿਆਂ ਗਹਿਰਾਈ ਵਿੱਚ ਜਾਂਦਿਆਂ ਅਸੀਂ ਸੂਖਸ਼ਮ ਹੋ ਜਾਂਦੇ ਹਾਂ। ਜਿਹੜੀਆਂ ਚੀਜ਼ਾਂ ਸੂਖਸ਼ਮ ਨਹੀਂ ਸਮਝ ਆਉਂਦੀਆਂ, ਜਿੰਨਾ ਚਿਰ ਅਸੀਂ ਸੂਖਸ਼ਮ ਹੁੰਦੇ ਨੇ। ਪਰ ਮੈਂ ਆਪਣੀ ਗੱਲ ਦੱਸਣੀ ਆ, ਇਟ ਟੁਕ ਮੀ ਵੈਰੀ ਲੌਂਗ ਟੂ ਮਤਲਬ ਇਹ ਚੀਜ਼ਾਂ ਜਿਹੜੀਆਂ ਨੇ ਕਲੈਰੀਫਾਈ ਹੋਣ ਤੇ ਬੜਾ ਲੰਬਾ ਟਾਈਮ ਲੱਗਾ ਸੀ, ਮੈਨੂੰ ਸਮਝ ਨਹੀਂ ਸੀ ਆਉਂਦੀ ਹੁੰਦੀ। ਸੋ ਜੇ ਨਾ ਸਮਝ ਆਵੇ ਤਾਂ ਕੋਈ ਐਡੀ ਵੱਡੀ ਗੱਲ ਵੀ ਨਹੀਂ। ਅਸੀਂ ਇਕੱਠੇ ਇਸ ਕਰਕੇ ਹੁੰਦੇ ਹਾਂ ਕਿ ਅਸੀਂ ਸਮਝ ਨੂੰ ਵਧਾਈਏ, ਸਮਝ ਨੂੰ ਗਹਿਰਾ ਕਰੀਏ, ਕਿਸ ਤਰ੍ਹਾਂ ਸਮਝ ਨੂੰ ਵਧਾਉਣਾ। ਸੋ ਇਸ ਕਰਕੇ ਜਿਹੜਾ ਹੈ ਕਿ ਇਸ ਗੱਲ ਦੀ ਤੁਸੀਂ ਚਿੰਤਾ ਨਹੀਂ ਕਰੋਗੇ, ਕਿਉਂ? ਪਰ ਇਹ ਹੈ ਕਿ ਤੁਸੀਂ ਇਸ ਗਿਆਨ ਦੇ ਨਾਲ ਸਾਨੂੰ ਜਦੋਂ ਸਮਝ ਆਉਂਦੀ, ਕਲੈਰਿਟੀ ਆਉਂਦੀ ਹੈ, ਫਿਰ ਸਾਨੂੰ ਤਰੀਕਾ ਆਉਂਦਾ ਕਿ ਅਸੀਂ ਗੁਰਬਾਣੀ ਨੂੰ ਪੜ੍ਹਨਾ ਕਿਸ ਤਰ੍ਹਾਂ, ਸਮਝਣਾ ਕਿਸ ਤਰ੍ਹਾਂ, ਕੀ ਹੈ, ਇਹ ਬੜਾ ਜ਼ਰੂਰੀ ਹੈ। ਸੋ ਇੱਥੋਂ ਤੱਕ ਜੇ ਤੁਹਾਡਾ ਕੋਈ ਸਵਾਲ ਹੈ ਤੇ ਦੱਸੋ। ਭੈਣ ਜੀ ਇੱਕ ਸਵਾਲ ਹੈ, ਉਹ ਪਤਾ ਨਹੀਂ ਠੀਕ ਹੈ ਕਿ ਗਲਤ, ਕਿਉਂਕਿ ਮੈਨੂੰ ਆਪਣੇ ਆਪ ਹੀ ਨਹੀਂ ਸਮਝ ਆ ਰਿਹਾ। ਹੁਣ ਆਤਮਾ ਕਹਿੰਦੇ ਆ ਪਰਮਾਤਮਾ ਨਾਲ ਮਿਲਦੀ ਹੈ, ਹਾਂ ਠੀਕ ਗੱਲ, ਕਿਉਂਕਿ ਸਾਰੇ ਕਹਿੰਦੇ ਤੇ ਉਹ ਪਰਮਾਤਮਾ ਨਾਲ ਜਦੋਂ ਅਸੀਂ ਚਲੇ ਜਾਂਦੇ ਆ ਤਾਂ ਮਿਲਦੀ ਹੈ।
ਉਹਨਾਂ ਲਈ ਜਦੋਂ ਆਤਮਾ ਆਂਦੀ ਪਰਮਾਤਮਾ ਤੋਂ, ਔਰ ਜਦੋਂ ਅਸੀਂ ਚਲੇ ਜਾਂਦੇ ਹਾਂ ਫਿਰ ਪਰਮਾਤਮਾ ਕੋਲ ਤੋਂ ਹੀ। ਸਾਰੇ ਮਤਲਬ ਇੰਝ ਹੀ ਕਹਿੰਦੇ ਆ ਨਾ, ਜਦੋਂ ਕੋਈ ਚਲਾ ਗਿਆ ਆਤਮਾ ਪਰਮਾਤਮਾ ਨਾਲ ਮਿਲ ਗਈ। ਤੇ ਬਿਲਕੁਲ ਫਿਰ ਹੁਣ ਕੁਝ ਲੋਕ ਜਿਹੜੇ ਹੈਗੇ ਆ ਚੰਗੇ ਕਰਮ ਕਰਦੇ ਆ, ਬਹੁਤ ਚੰਗੇ ਕਰਦੇ ਆ, ਬਾਣੀ ਵੀ ਬੜੀ ਪੜ੍ਹ ਲੈਂਦੇ ਆ, ਤੇ ਉਹਨਾਂ ਦੀ ਭਟਕਣਾ ਲੋਕ ਘਟ ਜਾਂਦੀ ਹੈ, ਜਾਂ ਪੂਰੀ ਤੇ ਖਤਮ ਪਤਾ ਨਹੀਂ ਹੁੰਦੀ ਹੈ ਕਿਸੇ ਦੀ ਕਿ ਨਹੀਂ, ਮੈਨੂੰ ਨਹੀਂ ਪਤਾ। ਪਰ ਤੇ ਬੁੱਧੀ ਨੂੰ ਵੀ ਤੁਸੀਂ ਜਦੋਂ ਸੋਚ ਸਮਝ ਕੇ ਕਈ ਵਾਰੀ ਕੰਮ ਕਰਦੇ ਹੋ, ਗਲਤੀਆਂ ਕਰ ਕਰਕੇ ਸਿੱਖਦੇ ਹੋ, ਥੋੜੀ ਜਿਹੀ ਕਹਿ ਸਕਦੇ ਹਾਂ ਕਿ ਬੁੱਧੀ ਠੀਕ ਹੋ ਗਈ ਜਾਂ ਗਿਆਨ ਆਇਆ, ਬੁੱਧੀ ਵਿਵੇਕ ਹੋ ਗਈ। ਤੇ ਪਰ ਆਤਮਾ ਤੇ ਜੇ ਕੋਈ ਬੰਦੇ ਨੇ ਭੈੜੇ ਕੰਮ ਕੀਤੇ ਨੇ, ਉਹਨੇ ਵੀ ਪਰਮਾਤਮਾ ਨਾਲ ਹੀ ਮਿਲ ਜਾਏਗੀ, ਤੇ ਜਿਹਨੇ ਚੰਗੇ ਕੀਤੇ ਆ, ਬਾਣੀ ਪੜ੍ਹੀ ਹੈ, ਉਹਦੀ ਵੀ ਪਰਮਾਤਮਾ ਨਾਲ ਮਿਲ ਜਾਏਗੀ। ਦੇਖੋ ਹਾਂ, ਕੁਐਸਚਨ ਆ ਰਿਹਾ ਸੀ। ਨਹੀਂ ਠੀਕ, ਮੈਨੂੰ ਤੁਹਾਡਾ ਕੁਐਸਚਨ ਰੈਲੇਵੈਂਟ ਹੈ, ਕੋਈ ਐਸੀ ਗੱਲ ਨਹੀਂ। ਦੇਖੋ ਇਹ ਸੂਖਮ ਤੇ ਹੈ, ਦਾ ਚਿੱਠੀ ਦੀ ਸਮਝ ਨਹੀਂ ਆਉਂਦੀ, ਪਰ ਅਸੀਂ ਮੋਟੇ ਤੌਰ ਤੇ ਕਹਿ ਸਕਦੇ ਹਾਂ, ਕਿਉਂਕਿ ਜਿਹੜੀ ਆਤਮਾ ਪਿਓਰ ਹੈ, ਪਰਮਾਤਮਾ ਤੋਂ ਆਈ, ਠੀਕ ਹੈ ਨਾ, ਤੇ ਪਿਓਰ ਹੈ ਪਰਮਾਤਮਾ ਨੂੰ ਮਿਲ ਜਾਏਗੀ। ਬਟ ਇਹ ਜਿਹੜੇ ਸੰਸਕਾਰ ਨੇ, ਜਿਹੜਾ ਅੰਤःਕਰਨ ਹੈ, ਇਹ ਤੇ ਰਹੇਗਾ ਨਾ, ਐਂਡ ਇਹਦੇ ਵਾਸਤੇ ਫਿਰ ਆਤਮਾ ਨੂੰ ਇਹਦੇ ਨਾਲ ਜੁੜ ਕੇ ਫਿਰ ਦੁਬਾਰਾ ਆਉਣਾ। ਠੀਕ ਹੈ, ਹੁਣ ਜਿਹੜੇ ਅਸੀਂ ਕਰਨੇ ਆ, ਮਤਲਬ ਅਸੀਂ, ਤੁਹਾਡਾ ਗੱਲ ਬੜੀ ਅੱਛੀ ਹੈ, ਤੇ ਜਿਹੜੇ ਪੂਜਾ ਪਾਠ ਕਰਦੇ ਨੇ ਮਤਲਬ ਕਾਫੀ ਸਮਝ ਵੀ ਜਾਂਦੇ ਨੇ, ਪਰ ਉਹਦੇ ਵਿੱਚ ਇੱਕ ਲੈਵਲ ਹੈਗਾ ਵੇ, ਜਦੋਂ ਕਿ ਆਤਮਾ ਜਿਹੜੀ ਆਪਣਾ ਜਿਹੜਾ ਮਨ ਹੈ ਉਹ ਪਰਮਾਤਮਾ ਦਾ ਰੂਪ ਹੋ ਜਾਂਦਾ ਹੈ। ਉਹ ਵੇ ਕਿ ਜਦੋਂ ਅਸੀਂ ਤਿੰਨਾਂ ਗੁਣਾਂ ਤੋਂ ਨਿਕਲ ਕੇ ਚੌਥੇ ਗੁਣ ਵਿੱਚ ਜਾਂਦੇ, ਜਦੋਂ ਅਸੀਂ ਰਜੋ ਸਤੋ ਤਮੋ ਤੋਂ ਨਿਕਲ ਕੇ, ਕਿਉਂਕਿ ਜਿੰਨਾ ਚਿਰ ਜੇ ਰਜੋ ਸਤੋ ਤਮੋ ਵਿੱਚ ਰਹਿੰਦੇ ਆ, ਉਹਨਾਂ ਚਿਰ ਉਹਦੇ ਨਾਲ ਅਸੀਂ ਇੱਕ ਨਹੀਂ ਹੋ ਸਕਦੇ, ਕਿਉਂਕਿ ਉਦੋਂ ਤੱਕ ਆਤਮਾ ਜਿਹੜੀ ਜਿਹੜਾ ਅੰਤःਕਰਨ ਉਹ ਪਿਉਰੀਫਾਈ ਪੂਰਾ ਨਹੀਂ ਹੋਇਆ। ਔਰ ਜਿਉਂ ਪਿਉਰੀਫਾਈ ਹੁੰਦਾ ਜਾਂਦਾ ਹੈ, ਤਿਉਂ ਤੋਂ ਜਿਹੜਾ ਹੈਗਾ ਵੇ ਉਹਨੂੰ ਘੱਟ ਆਉਣਾ ਪੈਗਾ ਜਨਮ, ਔਰ ਇੱਕ ਦਿਨ ਉਹ ਫਿਰ ਖਤਮ ਵੀ ਹੋ ਜਾਏਗਾ, ਕਿਉਂਕਿ ਇਹ ਜਰਨੀ ਆ, ਇਹ ਨਹੀਂ ਜ਼ਰੂਰੀ ਕਿ ਇਸ ਜਨਮ ਵਿੱਚ ਸਾਡਾ ਖਤਮ ਹੋ ਜਾਏ। ਡਿਪੈਂਡ ਕਰਦਾ ਸਾਡਾ ਕਿੰਨਾ ਕੁ ਭਾਰ ਹੈ, ਕਿੰਨੇ ਕੁ ਸੰਸਕਾਰ ਨੇ। ਜਿਵੇਂ ਅਸੀਂ ਕਹਿੰਦੇ ਇਸ ਮਨ ਕੋ ਜਨਮ ਜੇ ਮਨ ਲੱਗ ਗਈ, ਕਿ ਉਹ ਜਿਵੇਂ ਤੇਲੀ ਦਾ ਕੱਪੜਾ ਹੁੰਦਾ, ਪੂੰਝ ਕੇ ਇੰਨਾ ਤੇਲ ਲੱਗ ਜਾਂਦਾ ਕਿ ਉਹਨੂੰ ਧੋਣਾ ਮੁਸ਼ਕਿਲ ਹੋ ਜਾਏ, ਖੰਡਲੀ ਧੋਤੀ ਉਜਲੀ ਨਾ ਹੋਵੇ। ਤੇ ਡਿਪੈਂਡ ਕਰਦਾ ਕਿ ਕਿੰਨਾ ਕੁ ਭਾਰ ਵੇ ਸਾਡੇ ਉੱਤੇ ਅੰਤःਕਰਨ ਤੇ, ਜਿਹਨੂੰ ਅਸੀਂ ਕਲੀਨ ਕਰਨਾ ਹੈ। ਬਟ ਉਹ ਸਾਨੂੰ ਪਤਾ ਤੇ ਨਹੀਂ ਲੱਗਦਾ ਕਿ ਇੱਕ ਜਨਮ ਵਿੱਚ ਅਸੀਂ ਕੋਸ਼ਿਸ਼ ਹੀ ਕਰ ਸਕਦੇ ਹਾਂ, ਜਿੰਨੀ ਕੋਸ਼ਿਸ਼ ਕਰ ਸਕਦੇ ਉਹ ਪੂਰੀ ਕਰੀ। એટલે ਸਾਡੀ ਹੋਰ ਕੋਈ ਡਿਊਟੀ ਨਹੀਂ, ਸਿਰਫ ਇਹ ਹੈ ਕਿ ਸਾਨੂੰ ਉਹਨੇ ਫ੍ਰੀ ਵਿਲ ਦਿੱਤੀ, ਕਿ ਤੁਹਾਨੂੰ ਮੈਂ ਫ੍ਰੀ ਵਿਲ ਦਿੱਤੀ ਹੈ, ਤੁਹਾਨੂੰ ਮੈਂ ਸਾਰਿਆਂ ਤੋਂ ਉੱਚੀ ਪੇਸ਼ੀ ਬਣਾਇਆ ਹੈ, ਤੁਸੀਂ ਜੋ ਕਰਨਾ ਚਾਹੋ ਕਰ ਸਕਦੇ ਹੋ। ਹੁਣ ਤੁਸੀਂ ਇਹ ਜਨਮ ਵਿੱਚ ਜਿੰਨਾ ਵੀ ਕਰ ਸਕਦੇ ਹੋ ਕਲੀਅਰ ਕਰ, ਇਹ ਸਾਨੂੰ ਖੁੱਲ੍ਹ ਵੇ। ਬਾਕੀ ਇਹ ਸਾਨੂੰ ਖੁੱਲ੍ਹ ਨਹੀਂ ਹੈਗੀ ਕਿ ਅਸੀਂ ਕਿੰਨੇ ਜਨਮ ਲੈਣੇ ਨੇ, ਕਿੰਨੇ, ਉਹ ਸਾਨੂੰ ਕੁਝ ਪਤਾ ਨਹੀਂ, ਕਿੰਨੇ ਸੰਸਕਾਰ ਨੇ, ਕਿੰਨੇ ਨਹੀਂ, ਕਿੰਨੇ ਜਨਮ ਲੈ ਚੁੱਕੇ, ਇਹ ਸਾਨੂੰ ਕੁਝ ਪਤਾ ਨਹੀਂ। ਸਾਡੀ ਡਿਊਟੀ ਸਿਰਫ ਇਹ ਹੈ ਕਿ ਬਈ ਗੀਤਾ ਵਿੱਚ ਨਾ ਸਭ ਤੋਂ ਜਿਹੜੀ ਇੰਪੋਰਟੈਂਟ ਸ਼ਲੋਕ ਹੋਵੇ, ਕਰਮ ਕਰੋ ਫਲ ਨਾ ਚਾਓ। ਉਹਦਾ ਮਤਲਬ ਹੈ ਤੁਸੀਂ ਆਪਣੀ ਐਫਰਟ ਕਰਦੇ ਜਾਓ, ਇਹ ਨਾ ਕਹੋ ਕਿ ਮੈਨੂੰ ਮਤਲਬ ਇਹਦਾ ਫਲ ਕੀ ਮਿਲਿਆ, ਕੀ ਮਿਲਣਾ, ਉਹ ਤੁਸੀਂ ਸੋਚੋ ਨਾ, ਬਸ ਸਾਨੂੰ ਪਤਾ ਵੀ ਨਹੀਂ ਲੱਗਦਾ ਕਿ ਕੀ ਫਲ ਮਿਲਿਆ, ਕੀ ਮਿਲਣਾ, ਕੀ। ਸਾਡਾ ਕੰਮ ਹੈ ਸਿਰਫ ਕਿ ਬਈ ਉਹ ਨਾ ਕਿ ਭਾਈ ਵੀਰ ਸਿੰਘ ਜੀ ਕਹਿੰਦੇ ਨਾ, ਇੱਕੋ ਲਗਨ ਲੱਗੀ ਲੈ ਜਾਂਦੀ ਹੈ, ਟੋਰ ਅਨੰਤ ਉਹਨਾਂ ਦੀ ਵਸਲਾਂ ਉਰੇ ਮਕਾਮ ਨਾ ਕੋਈ, ਉਹ ਚਾਲ ਪੈ ਨਿਤਰਨ। ਅਸੀਂ ਤੇ ਚਾਲ ਪਏ, ਅਸੀਂ ਦਰਿਆਵਾਂ, ਅਸੀਂ ਤੇ ਚੱਲਣਾ, ਬਸ ਹੋਰ ਕੁਝ ਨਹੀਂ। ਅਸੀਂ ਚੱਲਣਾ ਜਦੋਂ ਤੱਕ ਅਸੀਂ ਸਮੁੰਦਰ ਵਿੱਚ ਨਾ ਮਿਲ ਜਾਏ, ਸਾਨੂੰ ਇਹ ਨਹੀਂ ਪਤਾ ਕਿੰਨੀ ਦੇਰ ਲੱਗੇਗੀ। ਤਾਂ ਕਲੀਅਰ ਤੁਹਾਡਾ ਕੁਐਸਚਨ? ਨਹੀਂ ਬਿਲਕੁਲ ਨਹੀਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਵੀਰ ਜੀ, ਥੈਂਕ ਯੂ ਵੀਰ ਜੀ ਫॉर ਕਮਿੰਗ। ਯੂ ਵੈਲਕਮ। ਮੈਂ ਹੁਣ ਸੁਣਦਾ ਪਿਆ ਸੀ, ਜਗਮੋਹਨ ਕੌਰ ਸਵਾਲ ਸੀ, ਹਾਂਜੀ ਬਸ ਖਾਲੀ ਇੱਕੋ ਹੀ ਸ਼ਬਦ ਮੈਂ ਆਪ ਜੀ ਨੂੰ ਦੱਸਣਾ। ਹਾਂਜੀ ਤਨਾਸਰੀ ਮਹਿਲਾ ਪਹਿਲਾ। ਹਾਂਜੀ ਨਦਰ ਕਰੇ ਤਾਂ ਸਿਮਰਿਆ ਜਾਏ, ਹਾਂਜੀ ਆਤਮਾ द्रव्य रहे लिबलाए, आत्मा परात्मा एको करे, आत्मा और परात्मा एको करे, दुविधा अंतर मरे, गुर प्रसादी पाया जाए, चित रहे फिर काल न खाए।
ਹਾਂਜੀ ਇਹ ਰਹਾਓ ਹੈ। ਹਾਂਜੀ ਬਸ ਇੰਨਾ ਮੈਂ ਦੱਸਣਾ ਚਾਹੁੰਦਾ, ਬਾਕੀ ਅੱਗੇ ਸ਼ਬਦ ਆਪ ਕਰਦੇ ਰਹੋ ਜੀ। ਨਹੀਂ ਵੀਰ ਬਹੁਤ ਜੀ ਤੁਸੀਂ ਬਿਲਕੁਲ ਬਿਲਕੁਲ ਠੀਕ ਹੈ। ਐਕਚੁਅਲੀ ਮੈਂ ਤੇ 2 ਵਰਡ ਜਿਹੜੇ ਨੇ ਉਹ ਮੈਂ ਜ਼ਿੰਦਗੀ ਦੇ ਵਿੱਚ ਆਪਣੇ ਐਕਸਪੀਰੀਅੰਸ ਅਜਮਾਏ ਹੋਏ ਨੇ, ਇੱਕ ਅਰਦਾਸ ਪ੍ਰੇਅਰ ਔਰ ਇੱਕ ਗ੍ਰੈਟੀਟਿਊਡ। ਉਹਦੀ ਗ੍ਰੇਸ ਤੋਂ ਬਿਨਾਂ ਤੇ ਅਸੀਂ ਇੱਕ ਕਦਮ ਚੱਲ ਹੀ ਨਹੀਂ ਸਕਦੇ। ਜਿੰਨਾ ਚਿਰ ਸਾਡੇ ਮਨ ਦੇ ਵਿੱਚ ਸਾਰਾ ਵਕਤ ਇਹ ਨਾ ਰਹੇ ਕਿ ਜਿੰਨਾ ਚਿਰ ਤੇਰੀ ਗ੍ਰੇਸ ਨਾ ਹੋਵੇ ਮੈਂ ਨਹੀਂ ਚੱਲ ਸਕਦਾ। ਔਰ ਹਰ ਕਦਮ, ਇਹ ਨਹੀਂ ਤੁਸੀਂ ਸਿਰਫ ਜਦੋਂ ਬਾਣੀ ਪੜ੍ਹਦੇ ਹੋ, ਤੁਸੀਂ ਦੁਨਿਆਵੀ ਕੰਮਾਂ ਵਿੱਚ ਵੀ ਤੁਹਾਨੂੰ ਕਦੀ ਸਕਸੈਸ ਨਹੀਂ ਮਿਲੇਗੀ ਜਿੰਨਾ ਚਿਰ ਅਸੀਂ ਉਹਦੀ ਗ੍ਰੇਸ ਨੂੰ ਫੀਲ ਨਹੀਂ ਕਰਦੇ। ਮੈਂ ਹੁਣ ਤੁਹਾਨੂੰ ਛੋਟੀ ਜਿਹੀ ਆਪਣੀ ਐਗਜ਼ਾਮਪਲ ਦੱਸਣੀ ਕਿ ਰਾਤ ਨੂੰ ਸੌਣ ਲੱਗਿਆ ਮੈਨੂੰ ਕੁਝ ਐਸੀ ਤਕਲੀਫ ਹੋ ਗਈ ਕਿ ਆਈ ਵਾਸ ਵੈਰੀ ਡਿਸਟਰਬ, ਤੇ ਇਹ ਪਤਾ ਨਹੀਂ ਕਿੰਨੀ ਵੱਧ ਜਾਏ, ਕੀ ਹੋਏਗਾ, ਮੈਨੂੰ ਰਾਤੀ ਨੀਂਦ ਵੀ ਆਏਗੀ ਕਿ ਨਹੀਂ। ਮੈਂ ਤੇ ਅਰਦਾਸ ਕਰਨੀ ਆ, ਮੈਨੂੰ ਇੱਕ ਬੜਾ ਵਿਸ਼ਵਾਸ ਹੈ ਕਿ ਜਦੋਂ ਅਰਦਾਸ ਸਾਡੇ ਦਿਲੋਂ ਉੱਠਦੀ ਏ ਤੇ ਉਹ ਕਿਵੇਂ ਮਦਦ ਕਰਦਾ ਹੈ। ਉਸੇ ਵੇਲੇ ਮੈਨੂੰ ਉਹਨੇ ਥੋਟ ਦਿੱਤਾ ਕਿ ਡੂ ਦਿਸ ਥਿੰਗ, ਯੂਜ਼ ਦਿਸ ਮੈਡੀਸਨ। ਤੁਸੀਂ ਮੰਨੋਗੇ ਨਹੀਂ, ਉਹ ਮੈਡੀਸਨ ਦੇ ਨਾਲ ਮੈਨੂੰ ਇੱਕਦਮ ਆਰਾਮ ਨਹੀਂ ਆਇਆ, ਬਟ ਮੈਨੂੰ ਅੰਦਰ ਇੱਕਦਮ ਹੋਇਆ ਕਿ ਯੈਸ ਆਈ ਵਿਲ ਬੀ ਰਿਲੀਵਡ ਬਾਈ ਦਿਸ। ਜਿਹੜਾ ਮੈਂ ਤੁਹਾਨੂੰ ਆਪਣਾ ਫਰਸਟ ਐਕਸਪੀਰੀਅੰਸ ਦੱਸਿਆ ਸੀ, ਉਹ ਤੇ ਹੈ ਹੀ ਇਹ ਸੀ, ਉਹ ਤੇ ਹੈ ਹੀ ਇਹ ਸੀ ਕਿ ਯੂ ਹੈਵ ਟੂ ਪਲੇ ਯੂਅਰ ਰੋਲ ਵੈਲ, ਬਾਕੀ ਦਿਸ ਇਜ਼ ਮਾਈ ਡਰਾਮਾ, ਹੁਕਮ ਰਜ਼ਾਈ ਚੱਲਣਾ, ਤੂੰ ਤੇ ਜੋ ਮੇਰਾ ਹੋ ਰਿਹਾ ਹੈ ਉਹਨੂੰ ਮੰਨਣਾ। ਔਰ ਉਹਦੇ ਕਿਰਪਾ ਤੋਂ, ਉਹਦੇ ਪ੍ਰਸਾਦ ਤੋਂ ਬਿਨਾਂ, ਪ੍ਰਸਾਦ ਬੜਾ ਇੰਪੋਰਟੈਂਟ ਵਰਡ ਹੈ, ਉਹਦੇ ਪ੍ਰਸਾਦ ਤੋਂ ਬਿਨਾਂ ਜਿਹੜਾ ਹੈ ਉਹ ਅਸੀਂ ਇੱਕ ਕਦਮ ਵੀ ਅੱਗੇ ਨਹੀਂ ਚੱਲ ਸਕਦੇ। ਸੋ ਵੀਰ ਜੀ ਨੇ ਬੜਾ ਅੱਛਾ ਦੱਸਿਆ, ਐਂਡ ਦਿਸ ਵੈਰੀ ਟਰੂ ਵੀਰ ਜੋ ਤੁਸੀਂ ਕਿਹਾ ਹੈ। ਥੋੜਾ ਜਿਹਾ ਅਸੀਂ ਇਹਨੂੰ ਹੋਰ ਕਰਨੇ ਆ ਤਾਂ ਕਿ ਇਹ ਵੀ ਤੁਹਾਡਾ ਸ਼ਲੋਕ ਜਿਹੜਾ ਕਲੀਅਰ ਹੋ ਜਾਏ। ਜਿਨੀ ਆਤਮ ਚੀਨਿਆ ਪਰਮਾਤਮ ਸੋਈ, ਗੁਰੂ ਨਾਨਕ ਦੇਵ ਜੀ ਦਾ। ਜਿਨੀ ਆਤਮ ਚੀਨਿਆ ਪਰਮਾਤਮ ਸੋਈ, ਏਕੋ ਅੰਮ੍ਰਿਤ ਬਿਰਖ ਹੈ ਫਲ ਅੰਮ੍ਰਿਤ। ਅਤੇ ਆਤਮਾ ਨੂੰ ਜਿਹੜਾ ਹੈਗਾ ਵੇ, ਇਹ ਦੇਖਣਾ ਕਿ ਆਤਮਾ ਹੈ ਕੀ, ਕਿਉਂਕਿ ਸਭ ਤੋਂ ਜ਼ਿਆਦਾ ਜਿਹੜੀ ਹੈਗੀ ਹੈ ਗਲਤੀ ਸਾਨੂੰ ਇਹ ਸਮਝਣ ਵਿੱਚ ਲੱਗਦੀ ਹੈ, ਗਲਤੀ ਨਹੀਂ, ਇਹ ਸੂਖਮ, ਇਸ ਕਰਕੇ ਸਮਝਣਾ ਬੜਾ ਔਖਾ। ਇਹਦੇ ਵਿੱਚ ਜਿੰਨਾ ਚਿਰ ਕਲੈਰੀਫਾਈ ਕਰਨ ਵਾਸਤੇ ਮੈਂ ਤੁਹਾਨੂੰ ਰਮਨ ਮਹਰਿਸ਼ੀ ਦੀ ਐਗਜ਼ਾਮਪਲ ਦਿਆਂਗੀ, ਜਿਹਦੇ ਤੋਂ ਕੋ ਸਾਨੂੰ ਬਹੁਤ ਕਲੀਅਰ ਹੋ ਜਾਏਗਾ ਕਿ ਹੂ ਐਮ ਆਈ, ਕਿ ਮੈਂ ਹਾਂ ਕੌਣ। ਸੋ ਰਮਨ ਮਹਰਿਸ਼ੀ ਦਾ ਐਕਸਪੀਰੀਅੰਸ ਕੀ ਸੀ ਕਿ ਉਹ 16 ਸਾਲ ਦੇ ਸੀ, ਉਹਨਾਂ ਨੂੰ ਕੋਈ ਸਪਿਰਿਚੁਅਲ ਨੌਲੇਜ ਨਹੀਂ ਸੀ, ਉਹਨਾਂ ਨੂੰ ਇਸ ਤਰ੍ਹਾਂ ਲੱਗਾ ਕਿ ਮੈਂ ਮਰਨ ਲੱਗਾ। ਉਹ ਜ਼ਮੀਨ ਤੇ ਲੇਟ ਗਏ। ਜਦੋਂ ਜ਼ਮੀਨ ਤੇ ਲੇਟ ਗਏ ਤੇ ਉਹਨਾਂ ਨੇ ਦੇਖਿਆ ਮੇਰੀ ਜਾਨ ਨਿਕਲਣੀ ਸ਼ੁਰੂ ਹੋ ਗਈ, ਇਹ ਪੈਰਾਂ ਵਿੱਚੋਂ ਨਿਕਲ ਰਹੀ ਹੈ, ਲੱਤਾਂ ਵਿੱਚੋਂ ਉੱਪਰ ਸਿਰ ਤੱਕ ਗਈ, ਐਂਡ ਨਾਓ ਆਈ ਐਮ ਡੈਡ। ਉਸ ਤੋਂ ਬਾਅਦ ਉਹ ਰਿਵਾਈਵ ਹੋ ਗਿਆ। ਸੋ ਇੱਕ ਮਤਲਬ ਗਹਿਰਾਈ ਵਿੱਚ ਜਾਣ ਵਾਲੀ ਗੱਲ ਵੇ ਕਿ ਆਮ ਬੰਦਾ ਤੇ ਨਹੀਂ ਜਾਂਦਾ, ਲੇਕਿਨ ਕਿਉਂਕਿ ਉਹਨਾਂ ਦੇ ਅੰਦਰੋਂ ਇੱਕ ਆਤਮਿਕ ਜਾਗ੍ਰਿਤੀ ਆ ਗਈ ਸੀ, ਉਹਨਾਂ ਨੇ ਕਿ ਉਹ ਕੌਣ ਸੀ, ਮੈਂ ਤੇ ਮਰ ਗਿਆ ਸੀ, ਉਹ ਕੌਣ ਸੀ ਜਿਹੜਾ ਇਹਨੂੰ ਸਾਰੇ ਕੁਝ ਨੂੰ ਦੇਖ ਰਿਹਾ ਸੀ। ਤਾਂ ਹੀ ਉਹਨਾਂ ਨੇ ਇਹਦੀ ਬੜੀ ਸਰਚ ਕੀਤੀ, ਸਰਚ ਕਰਕੇ ਉਹਨਾਂ ਨੇ ਅਲੇ ਇੱਕ ਸੈਂਟੈਂਸ ਦੇ ਉੱਤੇ ਹੂ ਐਮ ਆਈ, ਉਹਨਾਂ ਕਿਹਾ ਸਿਰਫ ਇਹ ਤੁਸੀਂ ਆਪਣੇ ਆਪ ਦੀ ਇਨਕੁਆਇਰੀ ਕਰੋ, ਹੂ ਐਮ ਆਈ, ਕਿ ਮੈਂ ਹਾਂ ਕੌਣ। ਜੇ ਤੁਸੀਂ ਇਹ ਇਨਕੁਆਇਰੀ ਕਰੋਗੇ ਕਿ ਤੁਹਾਨੂੰ ਪਤਾ ਲੱਗ ਜਾਏਗਾ ਕਿ ਮੈਂ ਤੇ ਆਤਮਾ, ਔਰ ਮੈਂ ਜੇ ਆਤਮਾ ਦਾ ਮੇਰਾ ਸੁਭਾਅ ਕੀ, ਜੇ ਮੇਰਾ ਸੁਭਾਅ ਕੀ ਹੈ ਤੇ ਫਿਰ ਅੱਗੋਂ ਆਂਦਾ ਹੈ ਕਿ ਬਈ ਆਤਮਾ ਤੇ ਪਰਮਾਤਮਾ ਤੋਂ ਆਈ, ਤੇ ਜੋ ਮੇਰਾ ਸੁਭਾਅ ਉਹੀ ਪਰਮਾਤਮਾ। ਸੋ ਇਹਨੂੰ ਅਸੀਂ ਆਤਮ ਚੀਨੇ ਕਹਿ ਦਿੰਦੇ ਹਾਂ। ਔਰ ਜਦੋਂ ਇਸ ਗੱਲ ਨੂੰ ਅਸੀਂ ਸਮਝ ਜਾਈਏ, ਸਾਡੇ ਬੈਠ ਜਾਵੇ ਕਿ ਹੂ ਐਵੇਂ ਕੌਣ ਹੈ ਉਹ ਜੋ ਸਭ ਕੁਝ ਕਰ ਰਿਹਾ ਅੰਦਰ ਬੈਠਾ। ਮੈਂ ਬੋਲ ਰਹੀ ਹਾਂ, ਮੈਂ ਹੁਣ ਬੋਲ ਰਹੀ ਹਾਂ, ਕੌਣ ਬੋਲ ਰਿਹਾ, ਤੁਸੀਂ ਸੁਣ ਰਹੇ ਹੋ, ਕੌਣ ਸੁਣ ਰਿਹਾ, ਤੁਸੀਂ ਸਮਝ ਰਹੇ ਹੋ, ਕੌਣ ਸਮਝ ਰਿਹਾ। ਇਹ ਸਾਰਾ ਜਿਹੜੀ ਤੁਹਾਡੇ ਅੰਦਰ ਆਤਮਾ ਬੈਠੀ ਹੋਈ ਹੈ, ਇਸ ਬਿਕਾਜ਼ ਆਫ ਦੈਟ। ਜੇ ਆਤਮਾ ਨਹੀਂ ਹੈਗੀ ਤੁਸੀਂ ਕੁਝ ਵੀ ਨਹੀਂ ਹੈਗੇ, ਇਸ ਬਿਕਾਜ਼ ਆਫ ਆਤਮਾ ਓਨਲੀ ਕਿ ਤੁਹਾਡਾ ਸਰੀਰ, ਤੁਹਾਡਾ ਮਨ ਸਾਰੇ ਚੱਲ ਰਿਹਾ।
ਸੋ ਇੱਕ ਉੱਥੇ ਇੱਕੋ ਅੰਮ੍ਰਿਤ ਬਿਰਖ ਹੈ, ਫਲ ਅੰਮ੍ਰਿਤ। ਅੰਮ੍ਰਿਤ ਬਿਰਖ ਕੀ ਗਈ, ਪਰਮਾਤਮਾ ਜਿਹੜਾ ਉਹ ਬਿਰਖ, ਉਹਦਾ ਫਲ ਜਿਹੜਾ ਉਹ ਵੀ ਅੰਮ੍ਰਿਤ ਹੀ ਹੋਏ। ਹੁਣ ਆਤਮਾ ਉਹਦਾ ਫਲ ਵੇ, ਪਰਮਾਤਮਾ ਬਿਰਖ। ਜੇ ਮੈਂ ਆਤਮ ਚੀਨਿਆ, ਆਤਮਾ ਨੂੰ ਪਹਿਚਾਨ ਲਿਆ, ਹੂ ਐਮ ਆਈ ਨੂੰ ਪਹਿਚਾਨ ਲਿਆ, ਫਿਰ ਮੈਨੂੰ ਪਰਮਾਤਮਾ ਜਿਹੜਾ ਬਿਰਖ ਹੈ ਉਹਦਾ ਵੀ ਪਤਾ ਲੱਗ ਜਾਏਗਾ। ਉਹਦਾ ਪਹਿਲਾਂ ਮੈਨੂੰ ਆਪਣਾ ਆਤਮਾ ਦਾ ਸੁਭਾਅ ਜਿਹੜਾ ਹੈ ਉਹ ਜਿੰਨਾ ਚਿਰ ਮੈਂ ਨਹੀਂ ਜਾਣਾ, ਮੈਨੂੰ ਪਰਮਾਤਮਾ ਦੇ ਸੁਭਾਅ ਦਾ ਪਤਾ ਨਹੀਂ ਲੱਗਦਾ। ਬਸ ਕਈ ਵਾਰੀ ਦੋਨੇ ਪਾਸੇ ਹੁੰਦਾ ਹੈ। ਕਈ ਵਾਰੀ ਆਤਮਾ ਦੇ ਜਿਵੇਂ ਬ੍ਰਹਮੰਡੇ ਸੋਈ ਪਿੰਡੇ, ਕਈ ਵਾਰੀ ਪਰਮਾਤਮਾ ਨੂੰ ਵੀ ਸਮਝ ਨਾਲ ਆਤਮਾ ਦਾ ਸੁਭਾਅ ਦਾ ਪਤਾ ਲੱਗ ਜਾਏ। ਬਟ ਮੇਨਲੀ ਉਹ ਤੇ ਕਹਿੰਦੇ ਨੇ ਆਤਮਾ ਨੂੰ ਪਹਿਲਾਂ ਚੀਨੋ, ਕਿ ਤਾਂ ਆਤਮਾ ਨੂੰ ਪਹਿਲਾਂ ਦੇਖੋ ਕਿ ਵੀ ਕੀ ਹੈ, ਇਹਨੂੰ ਜਾਣੋ ਬੁੱਝੋ ਔਰ ਉਹਦੇ ਨਾਲ ਇੱਕ ਵੇਖੋ। ਸੋ ਉਹਨੇ ਗੁਰੂ ਤੇਗ ਬਹਾਦਰ ਜੀ ਨੇ ਲਿਖਿਆ ਨਾ, ਜਨ ਨਾਨਕ ਬਿਨ ਆਪਾ ਚੀਨੇ, ਮਿਟੇ ਨਾ ਭਰਮ ਕੀ ਕਾਈ। ਸੋ ਕਾਈ ਦੇਖੋ, ਕਾਈ ਦਾ ਸਾਨੂੰ ਪਤਾ ਸਾਰਿਆਂ ਨੂੰ ਕੀ ਹੁੰਦਾ ਹੈ, ਇੱਕ ਨਾ ਮਤਲਬ ਉੱਤੇ ਲੇਅਰ ਜੀ, ਥਿਕ ਜੀ ਲੇਅਰ ਆ ਜਾਂਦੀ ਹੈ। ਅਸੀਂ ਸ੍ਰੀਨਗਰ ਗਏ ਤੇ ਮੈਂ ਦੇਖਿਆ ਜਿਹੜੀ ਲੇਕ ਸੀ ਉਹਦੇ ਨੀਚੇ ਪਾਣੀ ਨਹੀਂ ਸੀ ਦਿਸ ਰਿਹਾ, ਪੂਰੀ ਲੇਕ ਜਿਹੜੀ ਸੀ ਉਹ ਕਾਈ ਦੇ ਲਟਕ ਗਈ ਸੀ। ਹੁਣ ਨੀਚੇ ਤੇ ਪੂਰਾ ਪਾਣੀ, ਨੀਚੇ ਪੂਰਾ ਪਾਣੀ ਹੈ, ਪਰ ਜਿੰਨਾ ਚਿਰ ਉੱਤੋਂ ਤੁਸੀਂ ਉਸ ਕਾਈ ਨੂੰ ਇੱਧਰ ਨਾ ਕਰੋਗੇ ਤੁਹਾਨੂੰ ਪਤਾ ਹੀ ਨਹੀਂ ਲੱਗਣਾ। ਹੁਣ ਉਹਨਾਂ ਨੇ ਕਿਹਾ ਮਿਟੇ ਨਾ ਭਰਮ ਕੀ ਕਾਈ, ਬਿਨ ਜਨ ਨਾਨਕ ਬਿਨ ਆਪਾ ਚੀਨੇ, ਮਿਟੇ ਨਾ ਭਰਮ ਕੀ ਕਾਈ। ਇਹ ਜਿਹੜਾ ਮਨ ਤੇ ਭਰਮ ਪਿਆ ਹੈ ਨਾ, ਮੈਂ ਦਾ, ਕਿਉਂਕਿ ਮਨ ਤੇ ਭਰਮ ਹੀ ਨਹੀਂ, ਇਹ ਸਾਰਾ ਵਕਤ ਅਸੀਂ ਉਹਦੇ ਵਿੱਚ ਰਹਿੰਦੇ ਹਾਂ। ਇੱਕ ਆਦਤ ਹੀ ਪੈ ਗਈ ਹੈ, ਅਸੀਂ ਆਪਣੇ ਆਪ ਨੂੰ ਬਾਰ-ਬਾਰ ਯਾਦ ਕਰਾਉਂਦੇ ਹਾਂ ਕਿ ਤੂੰ ਕੀ ਹੈ, ਤੂੰ ਕੀ ਹੈ, ਹੂ ਐਮ ਆਈ, ਹੂ ਐਮ ਆਈ, ਹੂ ਐਮ ਆਈ। ਉਹ ਰਮਨ ਮਹਰਸ਼ੀ ਨੇ ਕਿਹਾ ਕਿ ਤੁਸੀਂ ਇਹ ਸੈਂਟੈਂਸ ਹੀ ਰਿਪੀਟ ਕਰਦੇ ਜਾਓ ਸਿਰਫ, ਹੂ ਐਮ ਆਈ, ਹੂ ਐਮ ਆਈ। ਤੁਸੀਂ ਕਹਿੰਦੇ ਨੇ ਜਦੋਂ ਇਹ ਸੈਂਟੈਂਸ ਰਿਪੀਟ ਕਰਦੇ ਜਾਓਗੇ ਤੇ ਅਖੀਰ ਇੱਕ ਮੈਂ ਤੁਹਾਨੂੰ ਛੋਟੀ ਜਿਹੀ ਤੁਹਾਨੂੰ ਆਪਣਾ ਇੱਕ ਐਕਸਪੀਰੀਅੰਸ ਛੋਟਾ ਜਿਹਾ ਦੱਸਣੀ। I went for some training, spiritual training ਸੀ। ਤਾਂ ਉਹਦੇ ਵਿੱਚ ਇੱਕ ਐਕਸਰਸਾਈਜ਼ ਸੀ ਕਿ ਬਈ ਜਿਹੜਾ ਬੰਦਾ ਤੁਹਾਡੇ ਸਾਹਮਣੇ ਬੈਠਾ, ਦੋਨੋਂ ਤੁਸੀਂ ਇੱਕ ਦੂਸਰੇ ਦੇ ਮੋਢੇ ਤੇ ਹੱਥ ਰੱਖ ਕੇ ਕਹੋ who am I, who am I, and go on repeating. ਮੈਂ ਕਿਹਾ ਕੀ ਗੱਲ ਹੈ, ਤੁਸੀਂ ਰਿਪੀਟ ਕਰਦੇ ਜਾਓ, ਕੀ ਫਰਕ ਪੈਂਦਾ ਹੈ, ਮੁਝੇ ਜੋ ਹੈ ਉਹ ਹੈ। ਮੰਨੋਗੇ ਨਹੀਂ, after repeating for about 15 minutes, I started weeping. I don't know who am I. I don't know. ਮੈਂ ਥਿਊਰੀ ਵਿੱਚ ਜਾਣ ਲਈ ਆ ਕਿ ਮੈਂ ਕੀ ਹਾਂ, ਬਟ ਮੈਨੂੰ ਪ੍ਰੈਕਟਿਸ ਵਿੱਚ ਮੈਨੂੰ ਨਹੀਂ ਪਤਾ। I don't know. ਹੁਣ ਕੀ ਸੀ ਕਿ ਉਹਨੂੰ ਮੈਂ ਇੰਨੀ ਵਾਰੀ ਦੁਹਰਾਇਆ ਕਿ ਅੰਦਰ ਉਹ ਗਹਿਰਾਈ ਵੀ ਜਦੋਂ ਗਈ ਕਿ ਜਾਨ ਕੀ ਹੈ। ਤੇ ਪਹਿਲਾਂ ਤਾਂ ਮੈਂ ਕਹਿੰਦੀ ਸੀ ਗੱਲ ਹੀ ਕੀ ਹੈ, ਠੀਕ ਹੈ ਮੈਨੂੰ ਪਤਾ ਹੈ ਬਈ ਮੈਂ ਕੀ, ਪਰ ਜਦੋਂ ਗਹਿਰਾਈ ਵਿੱਚ ਗਿਆ ਤੇ ਅੰਦਰੋਂ ਰਿਅਲਾਈਜੇਸ਼ਨ ਹੋਈ ਕਿ ਯੂ ਡੋਨਟ ਨੋ, ਤੈਨੂੰ ਨਹੀਂ ਪਤਾ, ਤੂੰ ਸਾਰਾ ਵਕਤ ਐ ਸਰੀਰ ਹੀ ਵਰਤ ਰਿਹਾ। ਗੁਰਬਾਣੀ ਜਿਹੜੀ ਹੈ, ਗੁਰਬਾਣੀ ਦੇ ਵਿੱਚ ਸਭ ਕੁਛ ਹੈ, ਸਾਰਾ ਕੁਛ, ਗਿਆਨ ਵੀ ਗੁਰਬਾਣੀ ਵਿੱਚ ਹੈ, ਸਮਝ ਵੀ ਗੁਰਬਾਣੀ ਵਿੱਚ ਹੈ, ਗਹਿਰਾਈ ਵੀ ਗੁਰਬਾਣੀ ਵਿੱਚ, ਸਾਰਾ ਕੁਝ ਗੁਰਬਾਣੀ ਵਿੱਚ। ਸਿਰਫ ਇਹ ਵੇ ਕਿ ਅਸੀਂ ਜਦੋਂ ਉਹਨੂੰ ਖੋਲਨੇ ਆ ਤੇ ਫਿਰ ਅਸੀਂ ਜ਼ਿਆਦਾ ਗਹਿਰਾਈ ਵਿੱਚ ਜਾਂਦੇ ਹਾਂ। ਉਹਨੂੰ ਖੋਲਣਾ ਜਿਹੜਾ ਹੈ ਉਹ ਬਹੁਤ ਜ਼ਰੂਰੀ ਹੈ। ਔਰ ਇਸ ਕਰਕੇ ਕਿਉਂਕਿ ਕੋਈ ਨਾ ਰੂਪ ਨਾ ਰੇਖ ਨਾ ਰੰਗ ਵਿੱਚ, ਕਿਉਂਕਿ ਕੁਛ ਉਹਦੀ ਜਿਹੜੀ ਚੀਜ਼ ਸਾਨੂੰ ਸਮਝ ਉਹਦੀ ਆਉਂਦੀ ਹੈ ਜਿਹੜੀ ਸਾਨੂੰ ਸਾਹਮਣੇ ਦਿਸੇ, ਜਿਹੜੀ ਸਾਹਮਣੇ ਨਹੀਂ ਦਿਸੇ ਉਹਦੀਆਂ ਅਸੀਂ ਆਪਣੇ ਹਿਸਾਬ ਨਾਲ ਇੰਟਰਪ੍ਰੀਟੇਸ਼ਨ ਕਰਨਾ। ਜਿੰਨੀ ਸਾਡੇ ਆਪ ਆਪਣੀ ਬੁੱਧ ਹੈ ਜੇਤੀ ਬਰਨਤ ਭਿੰਨ ਤੋਂ ਤੇਤੀ। ਸੋ ਉਹ ਹੈ ਕਿ ਜਿੰਨੀ ਸਾਡੀ ਮਤਲਬ ਆਪਣੀ ਉੱਥੋਂ ਤੱਕ ਬੁੱਧੀ ਚੱਲਦੀ ਹੈ, ਅਸੀਂ ਉਸ ਤਰ੍ਹਾਂ ਉਹਨੂੰ ਸਮਝਨੇ ਆ, ਇੰਟਰਪ੍ਰੇਟ ਕਰਨੇ ਆ। ਲੇਕਿਨ ਹੌਲੀ ਇਹ ਸਫ਼ਰ ਚੱਲਦਿਆਂ ਡੈਫੀਨੇਟਲੀ ਅਸੀਂ ਗਹਿਰਾਈ ਵਿੱਚ ਜਾਂਦੇ ਹਾਂ, ਸਾਨੂੰ ਸਮਝ ਜ਼ਿਆਦਾ ਆਉਂਦੀ ਹੈ, ਸਾਨੂੰ ਗੁਰਬਾਣੀ ਨੂੰ ਸਮਝ, ਕਿਉਂਕਿ ਕੁਛ ਵੀ ਗੁਰਬਾਣੀ ਤੋਂ ਬਾਹਰ, ਤੁਝ ਤੇ ਬਾਹਰ ਕੁਛ ਨਹੀਂ ਮੇਰੇ ਪ੍ਰੀਤਮ ਪਿਆਰੇ, ਗੁਰਬਾਣੀ ਤੋਂ ਬਾਹਰ ਕੁਛ ਨਹੀਂ, ਸਾਰਾ ਕੁਝ ਗੁਰਬਾਣੀ ਵਿੱਚ ਹੈ। ਔਰ ਜਿੰਨਾ ਚਿਰ ਪਰ ਅਸੀਂ ਉਹਨੂੰ
ਖੋਲੀਏ ਨਾ, ਉਹਦੀ ਗਹਿਰਾਈ ਵਿੱਚ ਜਾਈਏ ਨਾ, ਉਹਨਾਂ ਚਿਰ ਜਿਹੜਾ ਹੈਗਾ ਅਸੀਂ ਸਮਝ ਨਹੀਂ ਸਕਦੇ। ਤੋ ਜੇ ਇਹਦੇ ਤੇ ਕੋਈ ਕੁਐਸਚਨ ਹੈ ਤੇ ਦੱਸੋ। ਟਾਈਮ ਤੇ ਹੋ ਗਿਆ। ਤੋ ਹੁਣ ਮੈਂ ਥੋੜਾ ਜਿਹਾ ਐਂਡ ਇਹਦੇ ਤੇ ਕਰਨੀ ਆ ਕਿ ਅਸੀਂ ਸਪਿਰਚੁਅਲ ਜਿਹੜੀ ਹੈਗੀ ਹੈ, ਅਧਿਆਤਮਿਕ ਅਵਸਥਾ ਜਿਹੜੀ ਹੈ, ਉਹਦੇ ਵਾਸਤੇ ਪਹਿਲਾਂ ਮੋਰਲ ਤੇ ਐਥੀਕਲ ਅਵਸਥਾ ਬੜੀ ਜ਼ਰੂਰੀ, ਜਿਹਨੂੰ ਮੈਂ ਹਮੇਸ਼ਾ ਕਹਿੰਦੀ ਆ ਕਿ ਜਿੰਨਾ ਚਿਰ ਪਿਓਰਿਟੀ ਨਾ ਅੰਦਰ ਦੀ ਆਵੇ ਤੇ ਅਧਿਆਤਮ ਜਿਹੜਾ ਉਹ ਸਾਡੇ ਅੰਦਰ ਨਹੀਂ ਜਾ ਸਕਦਾ। ਅਸੀਂ ਅਧਿਆਤਮ ਨੂੰ ਸਮਝ ਨਹੀਂ ਸਕਦੇ, ਅਸੀਂ ਉਹਦੇ ਨਾਲ ਜੁੜ ਨਹੀਂ ਸਕਦੇ। ਮੇਨ ਚੀਜ਼ ਹੈ ਉਹਦੇ ਨਾਲ ਜੁੜਨਾ ਔਰ ਉਹਨੂੰ ਅਨੁਭਵ ਕਰਨਾ, ਮੇਨ ਅਨੁਭਵ ਹੈ। ਲੇਕਿਨ ਅਨੁਭਵ ਜਿਹੜਾ ਉਹ ਜਦੋਂ ਗਹਿਰਾਈ ਅਸੀਂ ਸਮਝਨੇ ਆ ਬਾਰ-ਬਾਰ ਔਰ ਰਿਪੀਟ ਕਰਨੇ ਆ, ਉਹ ਫਿਰ ਕੀ ਹੈ, ਉਹ ਅਨੁਭਵ ਤੱਕ ਪਹੁੰਚ ਜਾਂਦੀ ਹੈ। ਫਿਰ ਉਹ ਸਾਨੂੰ ਐਕਸਪੀਰੀਅੰਸ ਜਿਹੜੇ ਨੇ ਰਿਐਲਿਟੀ ਵਿੱਚ ਹੋਣੇ ਸ਼ੁਰੂ ਹੋ ਜਾਂਦੇ। ਪਰ ਕੀ ਹੈ ਐਥੀਕਲ ਮੋਰਲ ਕੀ ਨੇ ਕਿ ਜੋ ਅਸੀਂ ਕਰ ਰਹੇ ਹਾਂ ਜੀਵਨ ਦੇ ਵਿੱਚ, ਕੀ ਅਸੀਂ ਉਹਦੇ ਵਿੱਚ ਧਾਰਮਿਕ ਹਾਂ, ਅਸੀਂ ਧਰਮ ਤੇ ਆ। ਕਿਉਂਕਿ ਧਰਮ ਨੂੰ ਇਹ ਨਾ ਸਮਝੇ ਕਿ ਧਰਮ ਇੱਕ ਰਿਲੀਜਨ ਹੁੰਦਾ ਹੈ ਔਰ ਉਹਦੇ ਸਿਰਫ ਪਾਠ ਹੀ ਕਰਨਾ ਹੈਗਾ ਔਰ ਪਾਠ ਕਰਕੇ, ਲੇਕਿਨ ਉਹਦੇ ਵਿੱਚ ਇਹ ਸਮਝਣਾ ਕਿ ਐਜ਼ ਹਿਊਮਨ ਬੀਇੰਗ ਮੇਰੀ ਡਿਊਟੀ ਕੀ, ਐਜ਼ ਅ ਮਦਰ ਮੈਂ ਆਪਣੇ ਬੱਚਿਆਂ ਨੂੰ ਕਿਵੇਂ ਪਾਲਦੀ, ਮੈਂ ਉਹਨੂੰ ਕੀ ਸਿੱਖਿਆ ਦੇ ਰਹੀ। ਇੱਕ ਟੀਚਰ ਜਿਹਨੂੰ ਕਿ ਨੇਸ਼ਨ ਬਿਲਡਰ ਕਿਹਾ ਗਿਆ, ਉਹ ਸੋਚੇ ਕਿ ਮੈਂ ਜਿਹੜੀ ਬੱਚਿਆਂ ਨੂੰ, ਹਾਂ ਠੀਕ ਹੈ ਪੈਸੇ ਤੇ ਮੈਨੂੰ ਮਿਲ ਰਹੇ ਨੇ, ਤਨਖਾਹ ਤੇ ਮੈਨੂੰ ਮਿਲਣੀ ਹੈ, ਪਰ ਮੈਂ ਜਿੰਨਾ ਟਾਈਮ ਬੱਚਿਆਂ ਨਾਲ ਕਰ ਰਹੀ ਹਾਂ, ਕੀ ਮੈਂ ਜਸਟਿਸ ਕਰ ਰਹੀ ਹਾਂ, ਕਿ ਇਹਨਾਂ ਨੂੰ ਨੇਸ਼ਨ ਬਿਲਡਰ ਬਣਾ ਰਹੀ, ਕਿ ਮੈਂ ਇਹਨਾਂ ਨੂੰ ਅੱਛੀਆਂ ਵੈਲਿਊਜ਼ ਦੇ ਰਹੀ। ਇੱਕ ਡਾਕਟਰ ਜਿਹੜਾ ਹੈਗਾ ਉਹਦੇ ਵਾਸਤੇ ਇਹ ਕਿ ਐਕਚੁਅਲੀ ਕਹਿੰਦੇ ਨੇ ਡਾਕਟਰ ਤੇ ਰੱਬ ਦਾ ਰੂਪ ਹੁੰਦਾ ਹੈ, ਕਿਉਂਕਿ ਪੇਸ਼ੈਂਟ ਨੂੰ ਉਹਦੇ ਕੋਲ ਜਾ ਕੇ ਇੰਨਾ ਹੌਸਲਾ ਹੋ ਜਾਂਦਾ ਹੈ ਕਿ ਡਾਕਟਰ ਨੇ ਮੈਨੂੰ ਹੌਸਲਾ ਦਿੱਤਾ ਹੈ ਤੇ ਇਹ ਸਭ ਚੀਜ਼। ਇੱਕ ਡਾਕਟਰ ਜਿਹੜਾ ਸਭ ਤੋਂ ਜ਼ਿਆਦਾ ਵੱਡਾ ਧਰਮ ਜਿਹੜਾ ਉਹਦਾ, ਹੁਣ ਮੈਂ ਤੁਹਾਨੂੰ ਆਪਣਾ ਕੱਲ ਦਾ ਐਕਸਪੀਰੀਅੰਸ ਦੱਸਦੀ ਕਿ ਕੱਲ ਮੇਰੀ ਅਪਾਇੰਟਮੈਂਟ ਸੀ, ਸਭ ਨੂੰ ਕਲੀਅਰ ਵੀ ਹੋ ਜਾਏਗਾ। ਕੱਲ ਮੇਰੀ ਅਪਾਇੰਟਮੈਂਟ ਸੀ ਡਾਕਟਰ ਦੇ ਨਾਲ, ਸ਼ੀ ਵਾਜ਼ ਅ ਚਾਈਨੀਜ਼ ਡਾਕਟਰ। ਪਿੱਛੇ ਜਾਏ 2-3-4 ਮਹੀਨਿਆਂ ਤੋਂ ਮੈਨੂੰ ਬੜਾ ਬੈਡ ਐਕਸਪੀਰੀਅੰਸ ਹੈ ਕਿ ਵੈਸੇ ਹਸਪੀਟਲ ਤੇ ਨਹੀਂ ਗਏ, ਮੈਂ ਵੈਸੇ ਹੀ ਵੀਡੀਓ ਤੇ ਗੱਲ ਕਰ ਰਹੀ ਸੀ। ਤੋ ਇਸ ਡਾਕਟਰ ਨੂੰ ਮੈਂ ਮਿਲੀ, ਚਾਈਨੀਜ਼ ਡਾਕਟਰ ਸੀ, ਆਈ, ਉਹਨੇ ਮੈਨੂੰ ਮਤਲਬ ਜਿਸ ਤਰੀਕੇ ਨਾਲ ਉਹਨੇ ਮੇਰੀ ਬਿਮਾਰੀ ਪੁੱਛੀ, ਸਭ ਕੁਝ ਸਾਰਾ ਕੁਝ ਕੀਤਾ, ਐਂਡ ਦੈਨ ਸ਼ੀ ਰਿਕਮੈਂਡਡ ਮੀ ਟੂ ਇਹ ਤੁਹਾਡਾ ਇਹ ਆਪਣਾ UCSF ਤੇ ਰਿਕਮੈਂਡ ਕਰ ਦਿੱਤਾ ਕਿ ਮੈਂ ਉੱਥੋਂ ਤੁਹਾਨੂੰ ਅਪਾਇੰਟਮੈਂਟ ਲੈ ਕੇ ਦਿਆਂਗੇ, ਤੁਹਾਡੇ ਟੈਸਟ ਸਾਰੇ ਉੱਥੇ ਹੋਣਗੇ, ਫਿਰ ਟੈਸਟਾਂ ਤੋਂ ਬਾਅਦ ਅਸੀਂ ਫੈਸਲਾ ਕਰਾਂਗੇ ਟ੍ਰੀਟਮੈਂਟ ਕਿੱਥੇ ਹੋਣਾ। ਸਾਰੀ ਗੱਲ ਉਹਨੇ ਮੇਰੀ ਇੰਨੇ ਧਿਆਨ ਨਾਲ ਸੁਣੀ, ਹੋਰ ਉਹਨੇ ਕਿਹਾ ਹੋਰ ਪ੍ਰੋਬਲਮ। ਜਿਸ ਵੇਲੇ ਉਹਨੇ ਸਾਰਾ ਗੱਲਬਾਤ ਕਰ ਲਈ, ਸਭ ਕੁਝ ਕਰ ਲਿਆ, I said, I know I have no word to bless you. God is working in you. This is his way of working. He works through human beings, but we don't know. ਹੁਣ ਅਸੀਂ ਜਦੋਂ ਆਪਣੇ ਪ੍ਰੋਫੈਸ਼ਨ ਵਿੱਚ ਜਾਂਦੇ ਆ, ਉਹਦੇ ਵਿੱਚ ਇੱਕ ਵਾਰੀ ਮੇਰਾ ਬੇਟਾ ਕਿਸੇ ਸਪੈਸ਼ਲਿਸਟ ਕੋਲ ਗਿਆ ਤੇ ਇਹਨਾਂ ਨੇ ਕਿਹਾ ਤੁਸੀਂ ਮੈਨੂੰ ਅਧਿਆਤਮਿਕ ਨੌਲੇਜ ਦਿਓ। ਉਹਨਾਂ ਨੇ ਕਿ ਐਟ ਯੂਅਰ ਏਜ ਅਧਿਆਤਮਿਕ ਨੌਲੇਜ ਹੈ, give maximum benefit to your boss, be honest with your work. So ਕਿੰਨੀ ਜ਼ਿਆਦਾ ਇੰਪੋਰਟੈਂਸ ਹੈ ਐਥੀਕਲ ਔਰ ਮੋਰਲ ਵੈਲਿਊਜ਼ ਦੀ। ਜਿੰਨਾ ਚਿਰ ਸਾਡੇ ਐਥੀਕਲ ਮੋਰਲ ਵੈਲਿਊਜ਼ ਨਹੀਂ ਆਉਂਦੀਆਂ, ਸਾਡੇ ਵਿੱਚ ਅਧਿਆਤਮ ਇਨਕਲਕੇਟ ਨਹੀਂ ਹੋ ਸਕਦਾ। ਜਿੰਨਾ ਚਿਰ ਅਸੀਂ ਘਰ ਨੂੰ ਸਾਫ਼ ਨਹੀਂ ਕਰਾਂਗੇ, ਉਹਨਾਂ ਚਿਰ ਜਿਹੜਾ ਸਫਾਈ ਨਹੀਂ ਹੋ ਸਕਦੀ। ਪਹਿਲਾਂ ਇਸ ਘਰ ਨੂੰ ਸਾਫ਼ ਕਰਨਾ। ਹੁਣ ਕੀ ਹੈ ਕਿ ਹੁਣ ਅਸੀਂ ਦੇਖਦੇ ਹਾਂ ਇੱਕ ਬੜੀ ਮਤਲਬ ਇਮੋਸ਼ਨਲ ਚੀਜ਼ ਮੈਨੂੰ ਯਾਦ ਆਈ ਹੈ। ਕਹਿੰਦੇ ਨੇ ਕੋਈ ਮਰੀਜ਼ ਸੀ, ਆਇਆ ਹੋਇਆ ਸੀ ਹਸਪੀਟਲ ਤੇ ਡਾਕਟਰ ਨਹੀਂ ਆਇਆ, ਨਹੀਂ ਬੜੀ ਦੇਰ ਹੋ ਗਈ। ਜਦੋਂ ਡਾਕਟਰ ਆਇਆ ਉਹਨਾਂ ਨੇ ਬੜੀ ਡਾਂਟ ਲਗਾਈ,
ਤੁਹਾਨੂੰ ਪਤਾ ਨਹੀਂ ਸਾਡਾ ਮਰੀਜ਼ ਇੰਨਾ ਸੀਰੀਅਸ ਹੈ ਤੇ ਤੁਸੀਂ ਇੰਨੀ ਦੇਰ ਲਗਾਈ ਹੈ। ਉਹ ਉਹਨਾਂ ਦੀ ਗੱਲ ਸੁਣਦਾ ਰਿਹਾ ਸੀ। ਉਹਨੇ ਕਿਹਾ, after the creation of my son, I am directly coming. Can you imagine the duty of a doctor? कि मैं अपने बच्चे दी क्रिएशन करन तो बाद सीधा इत्थे आ रहा क्योंकि मैंने पता लगा सी कि एक मरीज सीरियस। Can we be so honest in our working? This is Ram. This is Paramatma. This is, where is God? He is living in us only. He is working in us only. He is working through us only. Only thing, ਜਦੋਂ ਅਸੀਂ recognize ਕਰ ਲੈਨੇ ਫਿਰ ਸਾਨੂੰ ਸਾਰਿਆਂ ਵਿੱਚ ਰੱਬ ਹੀ ਦਿਸਦਾ ਹੈ। और एक्चुअली वही है ना कि भाई आप ही ने आप साजियो आप ही ने रचियो ना दुई कुदरत साजिए कर आसन डिठो है वो ते हर अंदर हर एक दे अंदर बैठा। लेकिन असी की अपनियां ड्यूटी जेड़ियां ने ऑनेस्टली कर रहे हैं। हुण गुरुद्वारे असी सब तो ज्यादा साडे ज्ञान दे सेंटर जेड़े ने गुरुद्वारे, असी गुरुद्वारियां विच जाने आ शिक्षा लैण कि जिथों असी शिक्षा लैने आ वो पूरे ट्रेंड ने कि सानू वो शिक्षा दे सकन जेड़ी इनकलकेट हो के असी वो बन सके। मैं तुहानू छोटी जी एग्जांपल दसनी आ कि असी गुड़गांव असी साउथ सिटी दा उत्थे गुरुद्वारा बड़ा मशहूर गुरुद्वारा ते मेरे नाल एक साथन से वो बड़ी मतलब प्रेमी सी ते कहन लगी मैं सारियां वास्ते अरदास करनी आ जेड़ी मैं अरदास करनी आ पूरी हो जाती। ते उत्थे एक भाई जी से मतलब काफी सारे भाई हुंदे ने ते वो भी भाई जी सी उत्थे मेरे पाठ वगैरह करते ते कहन लगे कि इन्हां दी मैं अरदास कीती सी ते इन्हां दे घर बच्चा नहीं सुनदा ते मेरी अरदास दे नाल इन्हां दे घर बच्चा आ गया। मैं 1100 के पता नहीं 101 रुपया लैनी आ, मैं अपने कोल नहीं रखदी, मैं गुरुद्वारे नूं दे दे। कैन वी इमेजिन आवर स्टैंडर्ड? एक भाई जी जेड़े सारा वक्त गुरुद्वारे च रहिंदे ने और सारा वक्त रब परमात्मा उन्हां दे कोल, सारा वक्त गुरु ग्रंथ साहब उन्हां दे कोल, कि उन्हां दी अपनी अरदास मंजूर नहीं होई कि अजे भी वो विश्वास करते हैं किसी बाहरले बंदे दी अरदास जेड़ी मंजूर होई। मतलब है कि जदों साडा लैवल जेड़ा हर लैवल दा साडा लैवल उच्चा नहीं हुंदा ते असी अध्यात्म नूं ना ते पूरी तरह समझ सकते हैं। लेकिन ये जरूर है कि जिस तरह तुहाडे लोकां जिन्नी लगन है, जिन्ना प्रेम है, जिन्ना तुसीं रोज वीर जी नूं सवेरे सुनदे हैगे हो, समझदे हो, वो बहुत वड्डी गल है। दुनिया संसार विच बहुत घट लोकी ने जिहड़े इस पासे लगे हुए ने, जिन्हां दा पैशन है, जिहड़े सुनना चाहते हैगे ने और जिहड़े सुन के मैक्सिमम कोशिश करते ने कि जिन्नी सानू समझ आ सके अच्छी है, पर वो छड्डदे कदी नहीं। वो ये कि कोई लगन लगी ले जाती दे आर हुण लास्ट सेंटेंस है कि रियल हैप्पीनेस आत्मिक खुशी की है स्पिरिचुअल एक्सपीरियंस ऑफ लिविंग विद एवरी मिनट विद लव, ग्रेस, ग्रेटिट्यूड, जस्टिस एंड कंपैशन। सो दिस इज हुक्म रजाई चलना नानक लिखिया नाल ओदे हुक्म विच चल के इन्हां क्वालिटीज़ दे नाल असीं जीना। ये साडी लाइफ दे विच जिहड़ियां क्वालिटीज़ ने जदों ये आउणगियां ते आत्मिक असीं ऑटोमैटिकली बनांगे, क्योंकि एक ऐसा दी इस तरह दी एनर्जी हैगी ए कि जदों असीं अपने आप विच इन्नी पवित्रता लिया सकीए ते सानू फिर गुरबाणी दी समझ अपने आप आनी शुरू, इन्नी समझ आती है, इन्नी गहराई विच चले जाने आ। सो मेरा ख्याल है कि मैं काफी थोड़ा ज्यादा ही टाइम अज ले लिया एंड जे तुहाडा कोई क्वेश्चन नहीं तो दसो, फिर नहीं तो ये अपना फिर डॉली जी जो मैं अरदास जे किसी ने कोई शक है क्वेश्चन जरूर करो, क्योंकि असी बिल्कुल वेर लाइक ए फैमिली परिवार वांगू हाँ, कोई हेसिटेशन वाली गल नहीं, क्योंकि टॉपिक गहरा भी बड़ा है और ये सवाल उठते भी बड़े ने, छेती छेती समझ में नहीं आती। मैनू तो आपने पता है, मैनू तो आपने पता है, मैनू तो आपने छेती छेती समझ आती। तो मतलब इट वाज आफ्टर द लॉन्ग प्रैक्टिस एंड लॉन्ग स्टडी कि जेडी समझ हौली हौली वधी। हुण भी की है कि कोई कंप्लीट थोड़ी हो गया,
It's endless journey. We are walking and we'll go on walking. ਤੇ ਜਿੰਨਾ ਚਿਰ ਉਹ ਸਾਨੂੰ ਚਲਾਏਗਾ ਅਸੀਂ ਚੱਲਦੇ ਜਾ, ਸਾਡਾ ਕੰਮ ਸਿਰ ਚੱਲਣਾ ਹੈ, ਅਸੀਂ ਚੱਲਦੇ ਜਾਣਾ ਹੈ, ਮੰਜ਼ਿਲ ਆਪੇ ਆਪ ਆਏਗੀ। ਅਸੀਂ ਕੁਝ ਡਿਜ਼ਾਇਰ ਨਹੀਂ ਕਰਨਾ ਕਿ ਹੋ ਜਾਏ। ਸੋ ਵੀਰ ਜੀ ਮੈਂ ਠੀਕ ਕਿਹਾ ਹੈ? ਆਰ ਯੂ ਕੰਟੈਂਟਡ? ਵੀਰ ਜੀ ਚਲੇ ਗਏ? ਚਲੋ ਐਨੀ ਹੋਰ ਕਿਸੇ ਦਾ ਜੇ ਕੋਈ ਸਵਾਲ ਹੈ ਤੁਸੀਂ ਕਰੋ। ਮੇਰੇ ਮੂੰਹ 'ਚ ਫੂਡ ਹੈਗਾ ਸੀ, ਮੈਂ ਬੋਲ ਨਹੀਂ ਸੀ ਸਕਦਾ। ਮੈਂ ਡਿਨਰ ਖਾ ਰਿਹਾ ਸੀ। ਐਨੇ ਵੀਰ ਨੇ ਨਹੀਂ ਬਹੁਤ ਬਿਲਕੁਲ ਬਿਲਕੁਲ ਠੀਕ ਹੈ। ਤੁਸੀਂ ਆਂਦੇ ਹੋ, ਇੰਨਾ ਥੋੜਾ, ਇੰਨੀ ਸਾਨੂੰ ਬੜਾ ਮਾਣ ਹੈ ਇਸ ਗੱਲ ਦਾ ਕਿ ਤੁਸੀਂ ਆਂਦੇ ਹੈਗੇ। ਸਾਡੇ ਆਪਣਾ ਛੋਟੇ ਲੋਕਾਂ ਦਾ ਲੈਕਚਰ ਵੀ ਤਾਂ ਸੁਣਨ ਆ ਜਾਂਦੇ। ਨਹੀਂ ਨਹੀਂ, ਛੋਟੇ ਦਾ ਕਿਸੇ, ਮੇਰੇ ਕੋਲ ਤਾਂ ਅਨੁਭਵ ਕੋਈ ਨਹੀਂ ਹੈਗਾ। ਨਹੀਂ ਵੀਰ ਜੀ ਤੁਸੀਂ ਮੈਂ ਤਾਂ ਖਾਲੀ ਜਿੰਨੀ ਥਿਓਰੀਟੀਕਲ ਗੱਲਾਂ ਕਰ ਰਿਹਾ, ਤੁਸੀਂ ਪ੍ਰੈਕਟੀਕਲ ਗੱਲਾਂ ਕਰ ਰਹੇ ਹੋ। ਤੁਸੀਂ ਮਤਲਬ ਇੱਕ ਜਿੰਨਾ ਗਿਆਨ ਵੰਡ ਰਹੇ ਹੋ ਤੇ ਤੁਸੀਂ ਯੂ ਆਰ ਡੂਇੰਗ ਯੂਰ ਡਿਊਟੀ ਸੋ ਵੈਲ। ਸੋ ਉਹਨਾਂ ਨੇ ਸਾਨੂੰ ਮੇਰੇ ਕੋਲ ਤਾਂ ਗਿਆਨ ਨਹੀਂ ਹੈਗਾ, ਗੁਰੂ ਦਾ ਗਿਆਨ ਹੈਗਾ। ਤੇ ਗੁਰੂ ਦਾ ਗਿਆਨ ਦੇ ਕੇ ਨਾ ਮੈਂ ਇੱਕ ਕੜਛੀ ਜਿਹੜੀ ਵੰਡ ਰਹੀ ਹੈ, ਕੜਛੀ ਮਾਨ ਨਹੀਂ ਕਰ ਸਕਦੀ। ਇਹ ਤੇ ਫਿਰ ਜਿਹੜਾ ਪ੍ਰਸ਼ਾਦ ਲੈ ਰਹੇ ਨੇ, ਕੜਛੀ ਨੂੰ ਸਵਾਦ ਆਪਣਾ ਨਹੀਂ ਆਉਂਦਾ ਹੈਗਾ, ਮੈਨੂੰ ਆਪਣਾ ਸਵਾਦ ਨਹੀਂ ਆ ਰਿਹਾ। ਸੋ ਜਿਨ੍ਹਾਂ ਨੂੰ ਵੰਡ ਰਿਹਾ ਕੜਛੀ ਸਵਾਦ ਨਾ ਜਾਣੀ। ਵੀਰ ਜੀ ਗਿਆਨ ਜਿਹੜਾ ਨਾ ਉਹ ਉਹਦੇ ਤੋਂ ਬਿਨਾਂ ਹੋਰ ਕੋਈ ਗਿਆਨ ਹੈ ਵੀ ਨਹੀਂ। ਹੋਰ ਕੋਈ ਗਿਆਨ ਬਾਹਰ ਜੋ ਵੀ ਦੁਨੀਆ ਦੇ ਵਿੱਚ ਛੋਟੇ ਤੋਂ ਛੋਟੀ ਚੀਜ਼ ਹੋ ਰਹੀ ਹੈ, ਛੋਟੇ ਤੋਂ ਛੋਟਾ ਗਿਆਨ ਹੈ, ਉਹਦਾ ਹੀ ਸਾਰਾ ਗਿਆਨ। ਹੋਰ ਉਸ ਤੋਂ ਇਲਾਵਾ ਕੋਈ ਗਿਆਨ ਹੈ ਹੀ ਨਹੀਂ। ਭਾਵੇਂ ਅਸੀਂ ਕਿਸੇ ਨੂੰ ਅਸੀਂ ਆਪਣਾ ਸਪਿਰਿਚੁਅਲ ਗਿਆਨ ਕਹਿ ਦਈਏ, ਭਾਵੇਂ ਕਿਸੇ ਨੂੰ ਜੋ ਮਤਲਬ ਅਸੀਂ ਲਿਆ ਦਾ, ਭਾਵੇਂ ਕੁਕਿੰਗ ਦਾ ਵੀ ਗਿਆਨ ਹੈ, ਕੋਈ ਵੀ ਗਿਆਨ ਹੈ, ਗਿਆਨ ਤੇ ਸਾਰਾ ਉਹਦੇ ਤੋਂ ਆ ਰਿਹਾ। ਕੋਈ ਚੀਜ਼ ਵੀ ਐਸੀ ਨਹੀਂ ਜਿਹੜੀ ਉਹਦੇ ਤੋਂ ਨਹੀਂ ਆ ਰਹੀ ਹੈਗੀ। ਸੋ ਤੁਸੀਂ ਜੋ ਵੰਡ ਰਹੇ ਹੋ ਬੜੀ ਵੱਡੀ ਗੱਲ ਹੈਗੀ ਹੈ, ਕਿਉਂਕਿ ਤੁਸੀਂ ਜਿਹੜਾ ਗਿਆਨ ਦੇ ਰਹੇ ਹੈਗੇ ਹੋ ਉਹਦੇ ਨਾਲ ਹੀ ਜਿਹੜੇ ਅਨੁਭਵ ਹੋਣਗੇ, ਅਨੁਭਵ ਤੇ ਗਿਆਨ ਨਾਲ ਹੀ ਹੋਣਗੇ। ਔਰ ਤੁਸੀਂ ਗਿਆਨ ਬੜੀ ਅੱਛੀ ਤਰ੍ਹਾਂ ਦੇ ਰਹੇ, ਨਹੀਂ ਰੈਗੂਲਰਲੀ ਦੇ ਰਹੇ। ਗਿਆਨ ਸਾਰਾ ਮੇਰੇ ਗੁਰੂ, ਗਿਆਨ ਮੇਰਾ ਸਾਰਾ ਗੁਰੂ ਦਾ। ਅਸੀਂ ਇਕੱਠੇ ਬੈਠ ਕੇ ਉਹਦੀ ਵਿਚਾਰ ਕਰਨੇ ਆ। ਔਰ ਮੇਰੇ ਗੁਰੂ ਸਾਹਿਬ ਬਾਰ-ਬਾਰ ਕਹਿੰਦੇ ਨੇ ਕੁਝ ਕਰਕੇ ਨਹੀਂ ਪਾਇਆ, ਗੁਆ ਕੇ ਪਾਈਦਾ। ਸਿੱਖੀ ਮਾਰਗ ਜਿਹੜਾ ਹੈਗਾ ਗੁਆ ਕੇ ਪਾਉਂਦਾ ਹੈਗਾ। ਸਾਡੇ ਕੋਲ ਹੈਗਾ ਸਾਰਾ ਕੁਝ, ਤੇ ਜਿਹੜਾ ਚੀਜ਼ ਇਕੱਠੀ ਕੀਤੀ ਹੈ ਉਹਨੂੰ ਗੁਆਣਾ। ਬਿਲਕੁਲ ਬਿਲਕੁਲ ਜੀ। ਸੋ ਗਿਆਨ ਦੇ ਨਾਲ ਨਹੀਂ ਮਿਲਣਾ। ਗਿਆਨ ਧਿਆਨ ਕਿਛ ਕਰਮ ਨਾ ਜਾਣਾ, ਸਾਰ ਨਾ ਜਾਣਾ ਤੇਰੀ, ਸਭ ਤੋਂ ਵੱਡਾ ਸਤਿਗੁਰੂ ਨਾਨਕ ਜਿਨ ਕਲ ਰਾਖੀ ਮੇਰੀ। ਹਾਂਜੀ ਵੀਰ ਜੀ ਥੈਂਕ ਯੂ ਵੈਰੀ ਮਚ। ਤੁਸੀਂ ਮੇਰੇ ਕੁਐਸਚਨ ਦਾ ਬੜਾ ਸੋਹਣਾ ਜਵਾਬ ਦਿੱਤਾ ਹੈ। ਮੈਂ ਸ਼ਬਦ ਪੜਿਆ ਸੀ, ਨਾਲ ਪੜ ਰਹੀ ਸੀ। ਆ ਗਿਆ ਨਾ ਜਵਾਬ? ਬਹੁਤ ਅੱਛਾ। ਹਾਂਜੀ ਹਾਂਜੀ, ਤੁਹਾਡਾ ਡਾਇਰੈਕਟ ਕੁਐਸਚਨ ਆਨਸਰ ਸੀ। ਹਾਂਜੀ ਬਿਲਕੁਲ, ਮੈਂ ਉਹਨੂੰ ਪੜਿਆ ਹੈ ਨਾ ਤੇ ਮੈਨੂੰ ਸਮਝ ਆ ਗਈ ਪੂਰੀ। ਥੈਂਕ ਯੂ ਜੀ। ਯੂ ਵੈਲਕਮ। ਜੇ ਹੁਣ ਕੋਈ ਸਵਾਲ ਨਹੀਂ ਹੈਗਾ ਤੇ ਫਿਰ ਅਰਦਾਸ ਕਰਨੇ ਆ। ਜੇ ਵੀ ਕੋਈ ਹੈ ਤਾਂ ਤੁਸੀਂ ਬੋਲ ਸਕਦੇ ਹੋ। ਪਰਮਾਤਮਾ ਦਾ ਘਰ ਬੜਾ ਖੁੱਲਾ ਹੈ। ਕਹਿੰਦੇ ਨੇ ਖੁਦਾ ਜਿਹੜਾ ਖੁੱਲਾ ਹੋਇਆ, ਬੰਦਾ ਜਿਹੜਾ ਬੰਦਿਆ। ਅਸੀਂ ਜਿੰਨੀਆਂ ਇੰਟਰਪ੍ਰੀਟੇਸ਼ਨਾਂ ਦੇਣੇ ਆ, ਜੋ ਵੀ ਜਾਣਨੇ ਆ, ਸਾਰਾ ਗਿਆਨ ਉਹਦੇ ਤੋਂ ਆ ਰਿਹਾ, ਹੋਰ ਕਿਧਰੋਂ ਆ ਰਿਹਾ। ਤੇ ਜੋ ਗਿਆਨ ਆ ਰਿਹਾ, ਅਸੀਂ ਜਿੰਨੀ ਕੁ ਸਾਡੀ ਛੋਟੀ ਜਿਹੀ ਅਕਲ ਹੈ, ਅਸੀਂ ਉਹਦੇ ਨਾਲ ਉਹਨੂੰ, ਉਹਦੇ ਗਿਆਨ ਨੂੰ ਖੋਲ ਰਹੇ ਹਾਂ। ਸੋ ਉਹੀ ਮਤਲਬ ਹੌਲੀ 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 ਉਹੀ ਗਿਆਨ ਜਿਹੜਾ ਹੈਗਾ ਹੈ ਉਹ ਸਾਡੇ ਅੰਦਰ ਵਸਦਾ ਇਹ ਸਾਨੂੰ ਸਾਰੀ ਸਮਝ ਦੇ ਰਿਹਾ ਹੈਗਾ। ਔਰ ਤੁਸੀਂ ਸਾਰੇ ਬੜੀ ਇੰਨੀ ਲਗਨ ਨਾਲ ਲੱਗੇ ਹੋ। ਪਰਮਾਤਮਾ ਲਗਨ ਦਾ ਜਵਾਬ ਤੇ ਉਹਦੇ ਵੱਲ ਤਾਂ ਸਭ ਤੋਂ ਪਿਆਰੀ ਜਿਹੜੀ ਲਗਨ, ਜਿੰਨੀ ਲਗਨ ਨਾਲ ਤੁਸੀਂ ਲੱਗੇ ਹੋਏ ਹੋ, ਜਿੰਨੀ ਤੇ ਉਹਦਾ ਫਲ ਤੇ ਜਿਹੜਾ ਉਹ ਜ਼ਰੂਰ ਹੀ ਮਿਲਦਾ ਹੈ। ਸੋ ਐਨੀਵੇ ਡੋਲੀ ਜੀ, ਤੁਹਾਡੇ ਕਲੀਅਰ ਹੋਈ ਕਿ ਨਹੀਂ? ਹਾਂਜੀ ਠੀਕ ਹੈ ਜੀ। ਮੈਨੂੰ ਲੱਗਦਾ ਅਜੇ ਤੁਹਾਡਾ ਕੋਈ ਸਵਾਲ ਹੈ। ਮੈਂ ਆਪਣੇ ਆਪ 'ਚ ਥੋੜਾ ਸੋਚਾਂਗੀ, ਮੈਂ ਫਿਰ ਆਪ ਜੀ ਨਾਲ ਗੱਲ ਕਰਾਂਗੀ ਜੀ। ਠੀਕ ਹੈ। ਤੁਸੀਂ ਜੇ ਕੋਈ ਤੁਹਾਡਾ ਪਰਸਨਲ ਕੁਐਸਚਨ ਹੋਵੇ ਨਾ, you can very frankly you ring me and we can discuss। नहीं आपने जो समझाया है वो थोड़ा ਉਹਦੇ ਬਾਰੇ ਵਿਚਾਰ ਕਰਾਂਗੇ। ਹਾਂਜੀ
So I think it should be all right. हाँ जी बहन जी, ठीक है जी। तो ठीक है, टाइम ਤੇ ਹੋ ਗਿਆ, ਤੁਸੀਂ ਹੁਣ ठीक है जी, ਕਰੋ ਅਰਦਾਸ ਕਰ। ठीक है जी। सतनाम श्री वाहिगुरु साहिब जी हो। तीने ताप निवारण हारा दुखंता सुखरास ताको भी घन को लागे जाकी प्रभा के अरदास। अरदास एक ओंकार वाहिगुरु जी की फतेह। श्री भगवती जी सहाय वार श्री भगवती जी की पातशाही तस्वीर प्रथम भगवती सिमर के गुरु नानक रही थे आए। फिर अंगद गुरते अमरदास रामदास से हुई सहाय। अर्जन हर गोबिंदो सिमरो श्री हर राय। श्री हर कृष्ण त्याइए जिस डिठे सब दुख चाहे। तेग बहादुर सिमरे करना में दावे था। सब था युना जी सहाय। 10वें पातशाह श्री गुरु गोबिंद सिंह जी महाराज सब था युना जी सहाय। दसा पातशाह जी जो श्री गुरु ग्रंथ साहिब जी पाठ दर्शन दीदार दा ध्यान करके बोलना जी वाहिगुरू। सच्चे पिता वाहिगुरू जी आप जी दे सोने पंज प्यारे चार साहिबजादे 40 मुक्ते हट्टियां जपियां तपियां जिन्हां नाम जपिया वंड के छक्या देख चलाई देख वाई देख जने कीता तिन्हां प्यारियां सच्चारियां दे कमाई दा ध्यान करके बोलना जी वाहिगुरू। जिन्हां ਸਿੰਘਾਂ ਸਿੰਘੀਆਂ ने धर्म ही सीस दिते बंद बंद कटवाए कोपियां लोहाइयां चढ़खड़ियां ते चढ़े आरियां नाल चलाए गए। उबलदियां देगां विच बैठे सवा सवा मन पीसने पीसे बच्चियां दे टोटे टोटे करके गलां च हाथ पाए। सिक्खी सिद्धा केसां स्वासा संग निभाए तिन्हां दी पवित्र कमाई दा ध्यान करके बोलना जी वाहिगुरू। पंजां तख्तां ते सरबत गुरुद्वारियां गुरधामां दा ध्यान करके बोलना जी वाहिगुरू। दातार पिता वाहिगुरू जी हो आप जी दा कोटान कोटान शुकराना है दातार पिता जी हो। आप जी ने सारे संगत में उदम बख्शिया शरीर विच हिम्मत बख्शी कि आप दे संगती तौर ते असी सारे इकट्ठे होके बह सके। सच्चे पिता वाहिगुरू जी हो आप जी ने विचार करवाए। आप जी ने भैन जी तो विचार करवा के साडे लिए चीज़ां स्पष्ट करन दी कोशिश की। दातार पिता जी हो मेहर भरे हाथ साडे सिरां ते रखो ताकि असी आप जी दी बाणी नूं आसरा बना के अपनी जीवन दी जुगती सीख सकिए। सच्चे पिता वाहिगुरू जी हो ते अपनी आत्मा नूं पवित्र कर सकिए ताकि वो आप दे विच इक मिक होण दे लायक हो जाए। सच्चे पिता वाहिगुरू जी मेहर करियो सारियां दी अगवाई करो सारियां दे सिर ते मेहर भरे हाथ रख के सारियां नूं देह अरोगता बख्शो बाणी नाल प्यार ते विश्वास बख्शो सारे संसार विच सुख शांति वरतावनी किसान परिवारां दे अंग संग सहाय होना। सच्चे पिता वाहिगुरू जी हो मैया भुल्लां चुकां गलतियां बख्शे ना सोई गुरमुख प्यारे नूं मिलना जिन्हां मिलिया आप जी दा नाम स्वास स्वास चितावे सुख होवे। गुरु नानक नाम चढ़दी कला तेरे पाने सरबत दा भला। वाहिगुरू जी का खालसा वाहिगुरू जी की फतेह। बोले सो निहाल वाहिगुरू जी का खालसा वाहिगुरू जी की फतेह जी। बहुत बहुत धन्यवाद भैन जी आप जी का बहुत बहुत थैंक यू भैन जी। थैंक यू भैन जी।